ਇੱਕ ਜਗ੍ਹਾ ਤੇ ਇਕੱਠੇ ਹੋ ਕੇ ਮੀਟਿੰਗ ਰੱਖੀ ਗਈ ਹੈ। ਤੇ ਅੱਜ ਸਿੱਖ ਕੌਮ ਜੇ ਬਚੀ ਆ ਤੇ ਇੱਕੋ ਹੀ ਰੀਜ਼ਨ ਆ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ। ਲੇਵਾ ਸੰਗਤ ਨੇ ਇਹ ਤੇ ਪਹਿਰਾ ਨਾ ਦਿੱਤਾ, ਇਹਦੇ ਵਿੱਚ ਹੋਰ ਕਈ ਗੱਲਾਂ ਨਿਕਲੀ ਆਉਣੀਆਂ। ਮੇਰੀ ਹੱਥ ਜੋੜ ਕੇ ਬੇਨਤੀ ਹੈ ਸਮੂਹ ਸਿੱਖ ਸੰਗਤ ਨੂੰ, ਆਪਾਂ ਇਸ ਗੇਮ ਤੋਂ ਬਚਣਾ ਹੈ। ਕਿ ਸਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਦੀ ਜਿਹੜੀ ਛਪਾਈ ਆ ਉਹ ਸ਼ੁਰੂ ਹੋਣ ਵਾਲੀ ਹੈ। ਹੁਣ ਇਹ ਨਵਾਂ ਮਸਲਾ ਕਿਉਂ ਸਾਡੇ ਸਾਹਮਣੇ ਲਿਆਂਦਾ ਗਿਆ? ਕਿ ਸਾਡੀ ਮੰਗ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕੋ ਹੀ ਆ ਕਿ ਪਹਿਲੀ ਤਾਂ ਗੱਲ ਆ ਵੀ ਉਹਨਾਂ ਦੀ ਨਿਗਰਾਨੀ ਦੇ ਥੱਲੇ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਬੀੜਾਂ ਛਪਣੀਆਂ ਚਾਹੀਦੀਆਂ, ਤਾਂ ਕਿ ਕਿਸੇ ਵੀ ਬੀੜ ਦੇ ਵਿੱਚ ਕੋਈ ਲਗ ਕੰਨਾ ਮਤ ਕੋਈ ਵੀ ਮਾੜੀ ਮੋਟੀ ਜਿਹੜੀ ਆ ਗੁਰਬਾਣੀ ਦੇ ਵਿੱਚ ਤਬਦੀਲੀ ਨਾ ਹੋ ਜਾਏ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਸਾਡੇ ਖਬਰਸਾਰ ਬਿਹਾਈਂਡ ਦਾ ਨਿਊਜ਼ ਵਿੱਚ। ਮੇਰਾ ਸਾਥ ਹਮੇਸ਼ਾ ਦੀ ਤਰ੍ਹਾਂ ਦੇਣ ਲਈ ਕੁਲਦੀਪ ਸਿੰਘ ਜੀ ਸਾਡੇ ਸਟੂਡੀਓ 'ਚ ਆਏ ਹੋਏ ਨੇ। ਖਾਸ ਅੱਜ ਗੱਲਬਾਤ ਹੋਵੇਗੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਧਰਮ ਨੂੰ ਲੈ ਕੇ ਹਮੇਸ਼ਾ ਹੀ ਕੋਈ ਨਾ ਕੋਈ ਵਿਵਾਦ ਛਿੜਿਆ ਹੀ ਰਹਿੰਦਾ। ਬੇਸ਼ੱਕ ਉਹ ਗ੍ਰੰਥਾਂ ਦਾ ਰੌਲਾ ਹੋਵੇ, ਬੇਸ਼ੱਕ ਉਹ ਕੋਈ ਰੌਲਾ ਹੋਵੇ, ਗੁਰਦੁਆਰਿਆਂ ਦੀਆਂ ਲੜਾਈਆਂ, ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਝਗੜੇ ਮਾਮਲੇ। ਪਰ ਹੁਣ ਜਿਹੜਾ ਇੱਕ ਮੁੱਦਾ ਸਾਡੇ ਆਪਣੇ ਸ਼ਹਿਰ ਤੋਂ ਸ਼ੁਰੂ ਹੋਇਆ ਆ, ਅੱਜ ਤੋਂ ਨਹੀਂ ਬੜੇ ਲੰਬੇ ਸਮੇਂ ਤੋਂ ਇਸ ਦੀ ਪਲੈਨਿੰਗ ਹੋ ਰਹੀ ਸੀ, ਪਰ ਅਚਾਨਕ ਹੀ ਬਹੁਤ ਸਾਰੀਆਂ ਕਮੇਟੀਆਂ ਨੂੰ ਇਸ ਦੇ ਬਾਰੇ ਪਤਾ ਲੱਗਾ। ਕੱਲ ਇੱਕ ਖਾਸ ਮੀਟਿੰਗ ਜਿਹੜੀ ਗੁਰਦੁਆਰਾ ਰੌਸ ਸਟਰੀਟ ਜਿਹੜਾ ਆ ਖਾਲਸਾ ਦੀਵਾਨ ਸੁਸਾਇਟੀ ਜਿਹੜੀ ਸਭ ਤੋਂ ਪੁਰਾਤਨ ਜਿਹੜੀ ਸੁਸਾਇਟੀ ਆ, ਉੱਥੇ ਇੱਕ ਖਾਸ ਮੀਟਿੰਗ ਰੱਖੀ ਗਈ। ਬਹੁਤ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਨੁਮਾਇੰਦੇ ਉੱਥੇ ਪਹੁੰਚੇ। ਸੋ ਉਸ ਵਿਸ਼ੇ ਦੇ ਉੱਤੇ, ਤੇ ਉਹ ਵਿਸ਼ਾ ਕਿਹੜਾ ਆ? ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਦੀ ਛਪਾਈ ਦਾ ਜਿਹੜਾ ਮੁੱਦਾ ਆ, ਕਿ ਉਹ ਵਿਦੇਸ਼ਾਂ ਦੀ ਧਰਤੀ ਤੇ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਇਸ ਦਾ ਇਤਿਹਾਸ ਕੀ ਆ, ਕਿੱਥੋਂ ਗੱਲ ਸ਼ੁਰੂ ਹੋਈ ਸੀ, ਕਿਵੇਂ ਸ਼ੁਰੂ ਹੋਈ ਸੀ, ਕੀ ਕਮੇਟੀਆਂ ਹੁਣ ਇਹਦੇ ਬਾਰੇ ਸੋਚ ਰਹੀਆਂ ਨੇ, ਅੱਜ ਇਸ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ। ਮੇਰੇ ਨਾਲ ਸਟੂਡੀਓ ਦੇ ਵਿੱਚ ਕੁਲਦੀਪ ਸਿੰਘ ਜੀ ਨੇ, ਪਰ ਇਸ ਦੇ ਨਾਲ ਸਾਡੇ ਨਾਲ ਗੈਸਟ ਵੀ ਹੋਣਗੇ ਜਿਹੜੇ ਖਾਲਸਾ ਦੀਵਾਨ ਸੁਸਾਇਟੀ ਦੇ ਮੁੱਖ ਸੇਵਾਦਾਰ ਮਲਕੀਤ ਸਿੰਘ ਧਾਮੀ ਸਾਨੂੰ ਸਕਾਈਪ ਦੇ ਰਾਹੀਂ ਜੁਆਇਨ ਕਰਨਗੇ, ਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ BC ਤੋਂ ਮਨਿੰਦਰ ਸਿੰਘ ਜੀ ਵੀ ਸਾਡੇ ਨਾਲ ਜੁਆਇਨ ਕਰਨਗੇ ਸ਼ੋਅ ਦੇ ਵਿੱਚ ਅੱਗੇ ਚੱਲ ਕੇ। ਸੋ ਖਾਸ ਮੁਲਾਕਾਤ ਜਿਹੜੀ ਅੱਜ ਇੱਕ ਖਾਸ ਗੱਲਬਾਤ ਆ, ਸੋ ਜ਼ਰੂਰ ਤੁਸੀਂ ਇਸ ਸ਼ੋਅ ਨੂੰ ਦੇਖਣਾ। ਤੁਹਾਡੇ ਕੀ ਵਿਚਾਰ ਆ, ਸਕਰੀਨ ਤੇ ਨੰਬਰ ਆ ਰਿਹਾ, ਤੁਸੀਂ ਵੀ ਦੱਸ ਸਕਦੇ ਹੋ। ਪਰ ਇਹ ਬਹੁਤ ਹੀ ਸੀਰੀਅਸ ਮੁੱਦਾ ਆ ਜਿਹੜਾ ਸਾਡੇ ਧਰਮ ਨੂੰ ਲੈ ਕੇ ਆ, ਇਸ ਦੇ ਉੱਤੇ ਗੱਲਬਾਤ ਕਰਨੀ ਸਾਡਾ ਫਰਜ਼ ਬਣਦਾ। ਸੋ ਕੁਲਦੀਪ ਸਿੰਘ ਹੋਣਾ ਨੂੰ ਜੀ ਆਇਆਂ ਕਹਿੰਦੇ ਆ। ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਖਬਰਸਾਰ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਸਿੰਘ ਜੀ, ਬਹੁਤ ਹੀ ਅਹਿਮ ਗੱਲਬਾਤ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਧਰਮ ਦੀ, ਤੇ ਬਹੁਤ ਵਾਰ ਅਸੀਂ ਡਿਸਕਸ ਕੀਤਾ ਸੀ 267 ਗੁਰੂ ਸਾਹਿਬ ਦੇ ਜਿਹੜੇ ਸਰੂਪ ਚੋਰੀ ਹੋਏ ਸੀ ਉਸ ਤੇ ਗੱਲਬਾਤ ਕੀਤੀ। ਹੋਰ ਬਹੁਤ ਸਾਰੇ ਸਾਡੇ ਕੋਲ ਮੁੱਦੇ ਹਮੇਸ਼ਾ ਹੁੰਦੇ ਆ, ਪਰ ਇਹ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਸਰੀ ਦੇ ਵਿੱਚ ਹੋਣ ਦੀ ਜਿਹੜੀ ਗੱਲਬਾਤ ਸਾਹਮਣੇ ਆਈ ਹੈ, ਤੇ ਬਹੁਤ ਸਾਰੀਆਂ ਕਮੇਟੀਆਂ ਨੇ ਇਹ ਕਿਹਾ ਕਿ ਉਹਨਾਂ ਨੂੰ ਇਸ ਦੇ ਬਾਰੇ ਕੁਝ ਪਤਾ ਹੀ ਨਹੀਂ ਸੀ। ਸੋ ਕੱਲ ਤੁਸੀਂ ਵੀ ਗਏ ਸੀ, ਮੈਂ ਵੀ ਉਸ ਮੀਟਿੰਗ ਦੇ ਵਿੱਚ ਸੀ। ਸੋ ਸ਼ੁਰੂਆਤ ਤੋਂ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਹ ਗੱਲ ਕਿੱਥੋਂ ਤੇ ਕਿਵੇਂ ਸ਼ੁਰੂ ਹੋਈ। ਅਸਲ 'ਚ ਸਾਡੇ ਜਿਹੜੇ ਦਰਸ਼ਕ ਨੇ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਲਈ ਇਹ ਜ਼ਰੂਰੀ ਹੈ ਜੀ ਕਿ ਜਦੋਂ ਸਿੱਖ ਪੰਥ ਦੇ ਵਿੱਚ ਬਹੁਤ ਜ਼ਿਆਦਾ ਵਾਦ ਵਿਵਾਦ ਚੱਲ ਰਿਹਾ ਸੀ, ਬਹੁਤ ਜ਼ਿਆਦਾ ਜੀ। ਪਹਿਲਾਂ ਸਾਡੀ ਕਮਿਊਨਿਟੀ ਨੂੰ ਦੋ ਭਾਗਾਂ 'ਚ ਪਾੜਿਆ ਗਿਆ ਜੀ। ਇੱਕ ਪਾਸੇ ਸ਼ੀਆ ਤੇ ਸੁੰਨੀ ਦੀ ਤਰ੍ਹਾਂ, ਇੱਕ ਪਾਸੇ ਕੁਰਸੀਆਂ ਵਾਲੇ, ਇੱਕ ਪਾਸੇ ਤਪੜਾਂ ਵਾਲੇ ਕਰ ਦਿੱਤੇ ਗਏ। ਜਦੋਂ ਕਿ ਸਾਰਾ ਸੈਂਕੜਾ, ਇੱਕ ਸੈਂਕੜੇ ਤੋਂ 100 ਸਾਲ ਤੋਂ ਸਾਡੇ ਬਜ਼ੁਰਗਾਂ ਵੱਲੋਂ ਜਿਹੜਾ ਸਿਸਟਮ ਚੱਲ ਰਿਹਾ ਸੀ ਉਸ ਨੂੰ ਫੋਲੋ ਕਰ ਰਹੇ ਸੀ। ਕਦੇ ਕੋਈ ਮੁਸ਼ਕਲ ਨਹੀਂ ਸੀ। ਫਿਰ ਕਦੇ ਕੈਲੰਡਰ ਦਾ ਮਸਲਾ ਪੈਦਾ ਹੋ ਗਿਆ ਜੀ। ਹੌਲੇ ਗੁਰਦੁਆਰਿਆਂ ਦੀਆਂ ਚੌਧਰਾਂ ਪਿੱਛੇ ਸਾਡੇ ਇੱਕ ਦੂਜੇ ਦੇ ਸਿਰ ਪਾਟਣੇ ਸ਼ੁਰੂ ਹੋ ਗਏ। ਯਾਨੀ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਨਵੀਂ ਮੁਸ਼ਕਲ ਪੈਦਾ ਹੁੰਦੀ ਰਹਿੰਦੀ ਹੈ। ਪਰ ਜਦੋਂ ਮਾਮਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦਾ ਹੁੰਦਾ ਹੈ ਜੀ, ਫਿਰ ਨਾ ਕੋਈ ਧੜੇਬੰਦੀ ਰਹਿ ਜਾਂਦੀ ਹੈ, ਨਾ ਕੋਈ ਹੋਰ ਮਾਮਲਾ ਰਹਿ ਜਾਂਦਾ ਜੀ। ਮੈਨੂੰ ਚੇਤੇ ਹੈ ਕਿਉਂਕਿ ਇਤਿਹਾਸ ਪੜ੍ਹਨਾ ਮੇਰਾ ਸ਼ੌਂਕ ਹੈ। ਮੇਰੀ ਆਪਣੀ ਲਾਇਬ੍ਰੇਰੀ ਦੇ ਵਿੱਚ ਤਕਰੀਬਨ 300 ਦੇ ਲਾਗੇ ਤੱਕ ਕਿਤਾਬਾਂ ਨੇ। ਜਦੋਂ ਮੈਨੂੰ ਸਮਾਂ ਮਿਲਦਾ ਤੇ ਮੈਂ ਉਹਨੂੰ ਪੜ੍ਹਦਾ, ਵਿਚਾਰਦਾ, ਔਰ ਜਿੰਨਾ ਕੁ ਸਮਝ ਆਉਂਦੀ ਹੈ ਉਸ ਅਨੁਸਾਰੀ ਗੱਲ ਵੀ ਕਰੀਦੀ ਹੈ।
ਜਦੋਂ ਸਾਡੇ ਕੋਲ ਪਹਿਲੀ ਵਾਰੀ ਸਿੱਖ ਇੱਥੇ ਆਏ ਨੇ ਪਿਛਲੇ ਦਿਨੀ ਮੈਨੂੰ ਚੇਤੇ ਆ ਪਿਛਲੇ ਵਰ੍ਹਿਆਂ ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਵੱਲੋਂ 100 ਵਰ੍ਹੇ ਜਿਹੜੇ ਸਿੱਖਾਂ ਦੇ ਆਉਣ ਦੇ ਮਨਾਏ ਗਏ ਸਨ ਜੀ ਬਿਲਕੁਲ ਬੜੇ ਜਸ਼ਨ ਮਨਾਏ ਗਏ। ਮੈਂ ਦੇਖ ਰਿਹਾ ਸੀ ਕਿ ਪਹਿਲਾਂ ਸਿੱਖਾਂ ਦੇ ਵਿੱਚ ਸ਼ਰਧਾ ਪਿਆਰ ਤੇ ਸਤਿਕਾਰ ਬਹੁਤ ਸੀ। ਜੀ ਬਿਲਕੁਲ ਅੱਜ ਕੱਲ੍ਹ ਜਿਉਂ-ਜਿਉਂ ਪੈਸਾ ਸਾਡੇ ਕੋਲ ਆਉਂਦਾ ਜਾ ਰਿਹਾ ਹੈ ਸਾਡੇ ਅੰਦਰ ਉਹ ਸਤਿਕਾਰ ਪਿਆਰ ਘਟਦਾ ਜਾ ਰਿਹਾ, ਇੱਕ ਦੂਜੇ ਪ੍ਰਤੀ ਨਫ਼ਰਤ ਪੈਦਾ ਹੋ ਰਹੀ ਹੈ, ਹੰਕਾਰ ਨਫ਼ਰਤ ਈਗੋ ਈਗੋ ਜੀ। ਦੂਸਰੇ ਵਿਅਕਤੀ ਨੂੰ ਦੂਸਰੇ ਸਿੱਖ ਨੂੰ ਅਸੀਂ ਸਿੱਖ ਨਹੀਂ ਸਮਝਦੇ। ਮੈਂ ਅੱਜ ਸਵੇਰੇ ਕਿਉਂਕਿ ਅੱਜ ਦੀ ਗੱਲਬਾਤ ਕਰਨੀ ਸੀ ਮੈਂ ਸਾਰੀ ਗੱਲਬਾਤ ਕਲੀਅਰ ਕਰਨਾ ਚਾਹੁੰਦਾ ਸੀ। ਭਾਵੇਂ ਕੁਝ ਮਰਜ਼ੀ ਅੱਜ ਕੰਟਰੋਵਰਸੀ ਹੈ ਪਰ ਯੈਸ ਸਾਡੇ ਕੈਨੇਡਾ ਦੇ ਵਿੱਚ ਪਹਿਲੀ ਵਾਰੀ ਖਾਲਸਾ ਸਕੂਲ ਦੀ ਜੇ ਸਥਾਪਨਾ ਹੁੰਦੀ ਹੈ ਤੇ ਉਹਦੇ ਮੋਢੀ ਗਿਣੇ ਜਾਂਦੇ ਸੀ ਰਿਪੁਦਮਨ ਸਿੰਘ ਮਲਿਕ ਜੀ। ਜਦੋਂ ਖਾਲਸਾ ਕ੍ਰੈਡਿਟ ਯੂਨੀਅਨ ਬਣਦੀ ਹੈ ਤੇ ਉਹਦੇ ਫਾਊਂਡਰ ਵੀ ਰਿਪੁਦਮਨ ਸਿੰਘ ਮਲਿਕ ਨੂੰ ਗਿਣਿਆ ਜਾਂਦਾ ਸੀ। 1984 ਦੇ ਵਿੱਚ ਜਦੋਂ ਏਅਰ ਇੰਡੀਆ ਦਾ ਜਹਾਜ਼ ਡਿੱਗਦਾ ਹੈ ਉਸ ਤੋਂ ਬਾਅਦ ਡਾਇਰੈਕਸ਼ਨ ਸਿੱਖ ਕੌਮ ਦੀ ਕਿਸੇ ਹੋਰ ਪਾਸੇ ਚਲੀ ਜਾਂਦੀ ਹੈ, ਸੋਚ ਕਿਸੇ ਹੋਰ ਪਾਸੇ ਚਲੀ ਜਾਂਦੀ ਹੈ। ਤੇ ਅੱਜ ਤਕਰੀਬਨ ਇਸ ਵਰ੍ਹੇ ਤੋਂ ਨਹੀਂ ਮੈਂ ਦੇਖ ਰਿਹਾ 10 ਵਰ੍ਹਿਆਂ ਤੋਂ ਜ਼ਿਆਦਾ ਹੋ ਗਏ ਨੇ ਸਰਦਾਰ ਰਿਪੁਦਮਨ ਸਿੰਘ ਮਲਿਕ ਯਤਨ ਕਰ ਰਿਹਾ ਸੀ ਕਿ ਜਿੱਥੇ ਹੋਰ ਕਾਰਜ ਕੀਤੇ ਜਾ ਰਹੇ ਨੇ ਉਹਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੀੜਾਂ ਦੀ ਛਪਾਈ ਦਾ ਕੰਮ ਇੱਥੇ ਆਰੰਭ ਹੋਵੇ। ਪਰਮਜੀਤ ਸਿੰਘ ਸਰਨਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਜੀ 2010-11 ਦੇ ਦੌਰਾਨ। ਉਦੋਂ ਇਹਨਾਂ ਨੇ ਬੇਨਤੀ ਕੀਤੀ, ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਗੱਲਬਾਤ ਕੀਤੀ। ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸੀ, ਉਹਨਾਂ ਨੇ ਬਕਾਇਦਾ ਆ ਕੇ ਦਿੱਲੀ ਇਹਨਾਂ ਨਾਲ ਗੱਲਬਾਤ ਕੀਤੀ ਕਿਉਂਕਿ 2 ਪ੍ਰਿੰਟਿੰਗ ਪ੍ਰੈਸਾਂ ਨੇ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜੀ। ਗੋਲਡਨ ਆਫਸੈਟ ਪ੍ਰਿੰਟਿੰਗ ਪ੍ਰੈਸ ਇੱਕ ਅੰਮ੍ਰਿਤਸਰ 'ਚ ਹੈ, ਇੱਕ ਦਿੱਲੀ ਦੇ ਵਿੱਚ ਹੈ ਜੀ। ਦੋਨਾਂ ਕੋਲ ਹੀ ਅਧਿਕਾਰ ਹੈ, ਉਸ ਤੋਂ ਪਹਿਲਾਂ ਅਧਿਕਾਰ ਨਹੀਂ ਸੀ ਹੁੰਦਾ। 2008 ਦੇ ਵਿੱਚ ਜਿਹੜਾ ਹੁਕਮਨਾਮਾ ਆਇਆ ਹੈ ਜੀ, ਮੈਂ ਚਾਹੁੰਦਾ ਵੀ ਸਭ ਤੋਂ ਪਹਿਲਾਂ ਤੁਸੀਂ ਉਸ ਹੁਕਮਨਾਮੇ ਨੂੰ ਪੜ੍ਹ ਕੇ ਸੁਣਾਓ, ਫਿਰ ਉਸ ਤੋਂ ਬਾਅਦ ਮੈਂ ਅੱਗੇ ਇਤਿਹਾਸ ਵੱਲ ਨੂੰ ਥੋੜ੍ਹਾ ਜਿਹਾ ਜਾਣਾ ਤੇ ਬਾਅਦ ਦੇ ਵਿੱਚ ਗੱਲਬਾਤ ਕਰਦੇ ਹਾਂ ਆਪਾਂ ਸਰਦਾਰ ਮਲਕੀਤ ਸਿੰਘ ਧਾਮੀ ਹੁਣਾਂ ਨਾਲ ਵੀ। ਬਿਲਕੁਲ ਜੀ, ਇਹ ਹੁਕਮਨਾਮਾ ਆ ਅੱਜ ਮਿਤੀ 9/4/1998 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 5 ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ, ਜਿਸ ਵਿੱਚ ਭਾਈ ਚਤਰ ਸਿੰਘ ਜੀ ਜੀਵਨ ਸਿੰਘ ਐਂਡ ਸੰਸ ਫਾਰਮ ਵੱਲੋਂ ਵਾਰ-ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਛਪਾਈ ਸੰਬੰਧੀ ਕੀਤੀ ਜਾ ਰਹੀ ਬੇਅਦਬੀ ਬਾਰੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਮੱਦੇ-ਨਜ਼ਰ ਵਿਚਾਰ ਹੋਈ। ਉਪਰੰਤ ਇਹ ਪ੍ਰਵਾਨ ਹੋਇਆ ਕਿ ਇਹ ਇੱਕ ਜਗਤ ਪ੍ਰਸਿੱਧ ਸੱਚਾਈ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਧਰਮ ਗ੍ਰੰਥ ਹੀ ਨਹੀਂ ਸਗੋਂ ਸਿੱਖ ਪੰਥ ਦੇ ਜਾਗਤ ਜੋਤ ਸਤਿਗੁਰ ਹਨ। ਸਮੂਹ ਸਿੱਖ ਕੌਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨ ਬਚਨ ਕਰਮ ਕਰਕੇ 10 ਪਾਤਸ਼ਾਹੀਆਂ ਦੇ ਪ੍ਰਤੱਖ ਜੋਤ ਮੰਨਦਾ ਆ ਰਿਹਾ ਹੈ। ਇਸ ਨਾਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਸ਼ੁੱਧ ਰੂਪ ਵਿੱਚ ਲੋੜੀਂਦੇ ਅਦਬ ਸਤਿਕਾਰ ਨਾਲ ਕੀਤੀ ਜਾਣੀ ਅਤੀ ਜ਼ਰੂਰੀ ਹੈ ਜੀ। ਇਸ ਤੱਥ ਨੂੰ ਮੁੱਖ ਰੱਖਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਜਾਰੀ ਕੀਤਾ ਜਾਂਦਾ ਹੈ ਕਿ ਭਵਿੱਖ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਕੇਵਲ ਅਤੇ ਕੇਵਲ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਹੀ ਕੀਤੀ ਜਾਵੇ। ਬਾਕੀ ਸਭਨਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਪੋਥੀਆਂ ਗੁਟਕਿਆਂ ਸਮੇਤ ਛਪਾਈ ਬੰਦ ਕੀਤੀ ਜਾਵੇ। ਇਹ ਵੀ ਫੈਸਲਾ ਹੋਇਆ ਕਿ ਦੇਸ਼ ਪ੍ਰਦੇਸ਼ ਦੀ ਕੋਈ ਵੀ ਸਿੱਖ ਸੰਸਥਾ ਜੇਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹ ਫੈਸਲਾ ਹੋਇਆ ਕਿ ਦੇਸ਼ ਪ੍ਰਦੇਸ਼ ਦੀ ਕੋਈ ਵੀ ਸਿੱਖ ਸੰਸਥਾ ਜੇਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੋਥੀਆਂ ਗੁਟਕਿਆਂ ਦੀ ਛਪਾਈ ਦੀ ਸੇਵਾ ਬਾਹਰਲੇ ਪ੍ਰਾਂਤ ਜਾਂ ਦੇਸ਼ ਵਿੱਚ ਕਰਵਾਉਣ ਦੀ ਇੱਛੁਕ ਹੋਵੇ ਤਾਂ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ ਅਤੇ ਛਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਫਸੈਟ ਫਿਲਮਾਂ ਤੋਂ ਹੀ ਕਰਵਾਉਣੀ ਹੋਵੇਗੀ। ਸਮੂਹ ਦੇਸ਼ ਵਿਦੇਸ਼ ਦੀਆਂ ਗੁਰੂ ਸੰਗਤਾਂ ਪ੍ਰਤੀ 5 ਸਿੰਘ ਸਾਹਿਬਾਨ ਵੱਲੋਂ ਨਿਮਰਤਾ ਸਾਹਿਤ ਸੰਦੇਸ਼ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਵਾਸਤੇ ਪੂਰਨ ਸਹਿਯੋਗ ਦਿੰਦਿਆਂ ਇਹ ਯਕੀਨੀ ਬਣਾਉਣ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੈਂਚੀਆਂ ਤੇ ਗੁਟਕੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਹੀ ਪ੍ਰਕਾਸ਼ਿਤ ਜਾਂ ਪ੍ਰਵਾਨਿਤ ਹੀ ਪ੍ਰਾਪਤ ਕਰਨ।
ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ। ਇਹ 9/4/1998 ਨੂੰ ਹੁਕਮਨਾਮਾ ਅਕਾਲ ਤਖਤ ਸਾਹਿਬ ਤੋਂ ਆਇਆ ਹੈ ਜੀ। ਕਿਉਂਕਿ ਪੰਥਕ ਹੁਕਮਨਾਮਿਆਂ ਦੀ ਜਦੋਂ ਗੱਲਬਾਤ ਕਰੀਏ ਉਹਦੇ ਵਿੱਚ ਜਿਹੜਾ ਹੁਕਮਨਾਮਾ ਇੱਕ ਵਾਰੀ ਆ ਗਿਆ ਹੈ ਉਹ ਜਿੰਨਾ ਚਿਰ ਉੱਤੇ ਰਿਵਿਊ ਨਹੀਂ ਹੁੰਦਾ ਉਹਨਾਂ ਚਿਰ ਉਹ ਹੁਕਮਨਾਮਾ ਲਾਗੂ ਹੈ ਜੀ। ਪਹਿਲੀ ਵਾਰੀ ਹੋਇਆ ਹੈ ਜਦੋਂ ਗੁਰਮੀਤ ਰਾਮ ਰਹੀਮ ਡੇਰਾ ਸਿਰਸਾ ਦੇ ਮੁਖੀ ਨੂੰ ਜੀ ਪੰਥ ਦੇ ਵਿੱਚੋਂ ਕੱਢਿਆ ਗਿਆ ਹੈ। ਉਹਦੇ ਵਾਸਤੇ 3 ਹੁਕਮਨਾਮੇ ਜਾਰੀ ਹੋਏ ਨੇ ਤੇ ਜਦੋਂ ਰਿਵਿਊ ਕਰਕੇ ਉਹਨੂੰ ਵਾਪਸ ਲਿਆ ਗਿਆ 92 ਲੱਖ ਰੁਪਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ਼ਤਿਹਾਰਾਂ ਦੇ ਉੱਤੇ ਖਰਚ ਕੀਤਾ ਕਿ ਇਸ ਹੁਕਮਨਾਮੇ ਨੂੰ ਰਿਵਿਊ ਕਰਨ ਲਈ ਜਾਂ ਰੀਰਾਈਟ ਕਰਨ ਲਈ ਕੋਈ ਆਦੇਸ਼ ਆਇਆ? ਜਵਾਬ ਹੋਏਗਾ ਨਹੀਂ। ਜੇ ਨਹੀਂ ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਵੇਂ ਤੇ ਕਦੋਂ ਇਜਾਜ਼ਤ ਦਿੱਤੀ? ਇੱਕ ਸਵਾਲ ਹਵਾ ਦੀਆਂ ਤਰੰਗਾਂ 'ਚ ਹੈ ਜੀ। ਮੈਨੂੰ ਚੇਤੇ ਹੈ 2010 ਜਾਂ 2011 ਦੇ ਵਿੱਚ ਸਰਦਾਰ ਰਿਪਦਮਨ ਸਿੰਘ ਮਲਕ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਇੱਥੇ ਸਰੂਪਾਂ ਦੀ ਲੋੜ ਹੈ, ਸੰਗਤ ਦਿਨੋਂ ਦਿਨ ਵੱਧ ਰਹੀ ਹੈ, ਗੁਰਦੁਆਰੇ ਸਾਡੇ ਦਿਨੋਂ ਦਿਨ ਵੱਧ ਰਹੇ ਨੇ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਰਦਾਰ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਇੱਕ ਕੰਟੇਨਰ ਜਿਹਦੇ ਵਿੱਚ ਮੈਂ ਕੰਟੇਨਰ ਅਸੀਂ ਦੇਖਣ ਵੀ ਗਏ ਸਾਂ ਪਰ ਸਾਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਗਿਆ। ਉਸ ਕੰਟੇਨਰ ਦੇ ਵਿੱਚ ਬਕਸੇ ਬਣਾਏ ਗਏ ਸਨ, ਜਿੰਨੀਆਂ ਬੀੜਾਂ ਨੇ ਉਹਨੇ ਬਕਸੇ ਬਕਾਇਦਾ ਰੁਮਾਲਿਆਂ 'ਚ ਕਵਰ ਕਰਕੇ ਉੱਪਰ ਚਾਨਣੀ ਲਾਈ ਗਈ ਸੀ। ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਬੁਲਾਇਆ ਗਿਆ ਸੀ। ਗਿਆਨੀ ਗੁਰਬਚਨ ਸਿੰਘ ਉਹਨਾਂ ਨੇ ਆ ਕੇ ਕਿਹਾ ਸੀ ਕਿ ਬਿਲਕੁਲ ਠੀਕ ਹੈ, ਕੰਟੇਨਰ ਬੰਦ ਕਰਕੇ ਇੱਥੇ ਆ ਗਿਆ। ਬੜੀਆਂ ਗੱਲਾਂ ਬਾਤਾਂ ਹੋਈਆਂ, ਬੜੀ ਚਰਚਾ ਹੋਈ ਕਿ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਜਦੋਂ ਉਸ ਤੋਂ ਬਾਅਦ ਇਹਨਾਂ ਦੀ ਲਗਾਤਾਰ ਗੱਲਬਾਤ ਚੱਲਦੀ ਰਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਦੇ ਮੈਂਬਰ ਇੱਥੇ ਆਉਂਦੇ ਰਹੇ, ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਵੀ ਆਉਂਦੇ ਰਹੇ, ਸਕੱਤਰ ਵੀ ਆਉਂਦੇ ਰਹੇ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਸਰੂਪ ਭੇਜੇ ਨੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਸਾਨੂੰ ਹੋਰ ਸਰੂਪਾਂ ਦੀ ਲੋੜ ਹੈ। ਮੈਨੂੰ ਯਾਦ ਹੈ ਐਗਜ਼ੈਕਟਲੀ ਕਿ ਸਤੰਬਰ 2014 ਦੇ ਵਿੱਚ ਜੀ 414 ਸਰੂਪ ਇੱਕ ਬੱਸ ਦੇ ਰਾਹੀਂ, ਜਿਹੜੀ ਬੱਸ ਉੱਥੋਂ ਚੱਲਦੀ ਹੈ, ਬੰਬੇ ਜਾਂਦੀ ਹੈ, ਸ਼ਿਪ ਦੇ ਵਿੱਚ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਵਿੱਚ ਕੋਈ ਨਿਗਰਾਨੀ ਨਹੀਂ, ਉਹਦੇ ਵਿੱਚ ਕੋਈ ਵਿਅਕਤੀ ਨਹੀਂ ਹੈ। ਪਰ ਉਹ ਸਰੂਪ ਜਦੋਂ ਇੱਥੇ ਆਉਂਦੇ ਨੇ 5 ਦਿਨ ਯਾਰਡ ਦੇ ਵਿੱਚ ਖੜੇ ਰਹਿੰਦੇ ਆ। 5 ਦਿਨ ਯਾਰਡ 'ਚ ਖੜਨ ਤੋਂ ਬਾਅਦ ਲੋਕਾਂ ਦੇ ਵਿੱਚ ਸਿੱਖਾਂ ਦੇ ਪ੍ਰਤੀ ਇਹ ਗੱਲਬਾਤ ਹੁੰਦੀ ਵੀ ਇਹ ਕੀ ਬਣ ਗਿਆ। ਮੈਨੂੰ ਚੇਤੇ ਹੈ ਕਿ ਉਸ ਵਕਤ ਇੱਕ ਚਿੱਠੀ ਲਿਖੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਚਿੱਠੀ ਲਿਖੀ ਸੀ ਉਹ 1/10/2014 ਨੂੰ ਚਿੱਠੀ ਲਿਖੀ ਸੀ। ਦਲਮੇਕ ਸਿੰਘ ਜਨਰਲ ਸਕੱਤਰ ਦੇ ਆ ਚਿੱਠੀ ਜਿਹੜੀ ਸਾਹਮਣੇ ਤੁਹਾਨੂੰ ਦਿਖ ਰਹੀ ਆ, ਦਲਮੇਕ ਸਿੰਘ ਜਨਰਲ ਸਕੱਤਰ ਦੇ ਦਸਤਖਤ ਹੋਏ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਨੇ ਜਿਹੜੇ ਉਹਨਾਂ ਨੂੰ ਅਸੀਂ ਕੈਨੇਡਾ 'ਚ ਭੇਜਣ ਦਾ ਇੰਤਜ਼ਾਮ ਕਰ ਰਹੇ ਹਾਂ, ਜਿਨ੍ਹਾਂ ਦੀ ਕੋਈ ਕਾਸਟ ਨਹੀਂ ਹੋਏਗੀ, ਕੋਈ ਕਾਸਟ ਨਹੀਂ ਹੈ। ਅੱਜ ਜੇ ਕਾਸਟ ਸ਼ਿਪ ਦੀ ਲਿਆਉਣ ਦੀ ਗੱਲ ਰਹੇ ਹਾਂ ਤੇ 8 ਮਿਲੀਅਨ ਦੀ ਗੱਲਬਾਤ ਹੋ ਰਹੀ ਹੈ। ਅੱਗੇ ਉਹਨਾਂ ਨੇ ਇੱਕ ਹੋਰ ਚਿੱਠੀ ਭੇਜੀ ਇਹਦੇ ਨਾਲ ਹੀ ਕਿ ਇਹ ਆਉਣ ਤੋਂ ਬਾਅਦ ਜਿਹੜੀਆਂ ਇਹਦੇ ਵਿੱਚ ਇਕੱਲੇ ਦਲਮੇਕ ਸਿੰਘ ਨਹੀਂ ਸਨ, ਜਿਹੜੇ ਅੱਜ ਕੱਲ੍ਹ ਰੂਪ ਸਿੰਘ ਜਨਰਲ ਸਕੱਤਰ ਨੇ, ਉਦੋਂ ਰੂਪ ਸਿੰਘ ਸਿਰਫ ਸੈਕਟਰੀ ਸਨ। ਰੂਪ ਸਿੰਘ, ਦਲਮੇਕ ਸਿੰਘ, ਇਹ ਸਾਰੇ ਵਿਅਕਤੀ ਤੇ ਇਹਨਾਂ ਦੇ ਨਾਲ ਬਲਵਿੰਦਰ ਸਿੰਘ ਜੌੜਾ ਸਨ ਜਿਹੜੇ ਐਡੀਸ਼ਨਲ ਸਕੱਤਰ ਸੀ। ਇਹਨਾਂ ਨੇ ਕੀ ਕੀਤਾ, ਇੱਕ ਪਲਾਨ ਬਣਾ ਲਈ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਆ ਰਹੇ ਨੇ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਇੱਥੇ ਆਉਣਾ ਸੀ ਤਾਂ ਜੋ ਉਹਨਾਂ ਸਰੂਪਾਂ ਦੀ ਰਿਸੀਵ ਕਰਨ ਤੋਂ ਬਾਅਦ ਡਿਸਟ੍ਰੀਬਿਊਸ਼ਨ ਤੇ ਇੱਕ ਸਮਾਗਮ ਕੀਤਾ ਜਾਵੇ। 4 ਤਰੀਕ ਨੂੰ ਲੰਡਨ ਤੋਂ ਸਰਦਾਰ ਦਲਮੇਕ ਸਿੰਘ ਹੋਣੀ, ਇਸੇ ਤਰ੍ਹਾਂ 6 ਅਕਤੂਬਰ ਵਾਲੇ ਦਿਨ LA ਤੋਂ ਸਰਦਾਰ ਰੂਪ ਸਿੰਘ ਜਨਰਲ ਸਕੱਤਰ। ਰੂਪ ਸਿੰਘ ਅੱਜ ਵੀ ਇੱਥੇ ਨੇ, ਸਾਡੇ ਇਲਾਕੇ 'ਚ ਨੇ ਜੀ, ਭਾਵੇਂ ਉਹ ਗੁਪਤ ਤੌਰ ਤੇ ਵਿੱਚ ਰਹੇ ਨੇ, ਕਿਸੇ ਨਾਲ ਗੱਲਬਾਤ ਨਹੀਂ ਕੀਤੀ, ਪਰ ਜਿਹੜੇ ਭਰੋਸੇਯੋਗ ਸੂਤਰ ਮੈਨੂੰ ਮਿਲੇ ਆ ਉਹ ਅੱਜ ਵੀ ਇੱਥੇ ਨੇ, ਪਰ ਕਿਸੇ ਮੀਡੀਆ ਦੇ ਵਿੱਚ ਕਿਸੇ ਹੋਰ ਕੋਲ ਗੱਲਬਾਤ ਨਹੀਂ ਕਰ ਰਹੇ। ਜਦੋਂ ਇਹ 414 ਸਰੂਪ ਭੇਜੇ ਗਏ ਉਹਦੇ ਵਿੱਚ ਫੈਸਲਾ ਇਹ ਹੋਇਆ ਸੀ ਕਿ ਇਹਨਾਂ 414 ਸਰੂਪਾਂ ਦੇ ਵਿੱਚੋਂ ਜਿਹੜੇ ਪਦਛੇਦ ਸਨ 284 ਸਰੂਪ। ਪਦਛੇਦ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਦੇ ਹਾਂ ਕਿ ਸਰੂਪ 2 ਤਰ੍ਹਾਂ ਦੇ ਨੇ, ਇੱਕ ਪਦਛੇਦ ਨੇ, ਇੱਕ ਜੁੜਤ ਬੀੜਾਂ ਸੀ ਜਿਹੜੀਆਂ ਪਹਿਲਾਂ ਇੱਕੋ ਲਾਈਨ ਦੇ ਵਿੱਚ ਲਿਖੀਆਂ ਜਾਂਦੀਆਂ ਸੀ, ਮੀਡੀਅਮ ਸਾਈਜ਼
ਤੇ ਉਹ ਵੱਡੇ ਲਾਰ ਸਾਈਜ਼ ਦੇ ਵਿੱਚ ਹੁੰਦੇ ਸੀ, ਕਿਉਂਕਿ ਉਹਨਾਂ ਬੀੜਾਂ ਤੋਂ ਮੈਂ ਬਕਾਇਦਾ ਪੜ੍ਹਿਆ ਔਰ ਉਹਨਾਂ ਦੇ ਉੱਤੇ ਪਾਠ ਵੀ ਕੀਤੇ ਆ। ਉਹਨਾਂ ਦੇ ਪੜ੍ਹਨ ਦਾ ਆਨੰਦ ਵੀ ਕੁਝ ਹੋਰ ਹੈ। 284 ਮੀਡੀਅਮ ਸਾਈਜ਼ ਦੇ ਤੇ ਜਿਹੜੇ 30 ਸੀ ਵੱਡੇ ਲਾਰਜ ਸਾਈਜ਼ ਦੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਆਈਆਂ, ਜਿਹਦੇ ਵਿੱਚੋਂ ਡਿਸਟ੍ਰੀਬਿਊਸ਼ਨ ਇਸ ਤਰ੍ਹਾਂ ਸੀ ਕਿ 138 ਸਰੂਪ ਨੇ ਜਿਹੜੇ ਉਹ ਸਰੀ ਦੇ ਵਿੱਚ ਦਿੱਤੇ ਜਾਣਗੇ, ਤੇ 46 ਸਰੂਪ ਨੇ ਜਿਹੜੇ ਹਿਊਸਟਨ ਤੇ ਟੈਕਸਸ ਦੇ ਵਿੱਚ ਦਿੱਤੇ ਜਾਣਗੇ, 100 ਸਰੂਪ ਲਾਸ ਐਂਜਲਸ 'ਚ ਜਾਣਗੇ, ਤੇ ਜਿਹੜੇ ਵੱਡੇ ਸਰੂਪ ਸੀ ਉਹਨਾਂ ਦੇ ਵਿੱਚੋਂ 25 ਸਰੀ 'ਚ ਰਹਿਣਗੇ ਤੇ 5 ਐਲਏ 'ਚ ਜਾਣਗੇ। ਇਹ ਪਲੈਨਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਦਾਰ ਰਿਪੁਦਮਨ ਸਿੰਘ ਮਲਕ ਉਹਨਾਂ ਨੂੰ ਬਣਾ ਕੇ ਦਿੱਤੀ। ਜਦੋਂ ਇਹ ਸਰੂਪ ਪਹੁੰਚ ਜਾਂਦੇ ਨੇ, ਬੱਸ ਆਉਂਦੀ ਹੈ, ਬੱਸ ਆਉਣ ਤੋਂ ਬਾਅਦ ਮਨਜੀਤ ਸਿੰਘ ਜੀ ਕੇ 4 ਅਕਤੂਬਰ ਨੂੰ ਇੱਥੇ ਪਹੁੰਚਦੇ ਆ। ਮਨਜੀਤ ਸਿੰਘ ਜੀ ਕੇ, ਬਲਵਿੰਦਰ ਸਿੰਘ ਜੌੜਾ, ਰੂਪ ਸਿੰਘ ਜਨਰਲ ਸਕੱਤਰ, ਦਲਮੇਘ ਸਿੰਘ ਜਨਰਲ ਸਕੱਤਰ, ਇਹ ਸਾਰੇ ਇੱਕ ਡਿਨਰ ਹੁੰਦਾ ਹੈ। ਮੈਂ ਵੀ ਉਸ ਡਿਨਰ ਦੇ ਵਿੱਚ ਸ਼ਾਮਲ ਸਾਂ ਜੀ। ਉਸ ਦੇ ਵਿੱਚ ਘਰੇ ਗੱਲਾਂ ਬਾਤਾਂ ਹੁੰਦੀਆਂ ਨੇ ਕਿ ਕਿਵੇਂ ਕਿਵੇਂ ਨਾ ਇਹਨੂੰ ਡਿਸਟ੍ਰੀਬਿਊਟ ਕਰਨਾ ਹੈ। ਇਹ ਜਿਹੜੀ ਪ੍ਰੋਬਲਮ ਇਹ ਆਈ ਸੀ ਕਿ ਜਦੋਂ ਇਹ ਸਰੂਪ ਆ ਗਏ ਨੇ, ਉਹਨਾਂ ਸਰੂਪਾਂ ਨੂੰ ਬਾਅਦ ਦੇ ਵਿੱਚ ਡਿਸਟ੍ਰੀਬਿਊਟ ਕਿਵੇਂ ਕਰਨਾ ਹੈ। ਡਿਸਟ੍ਰੀਬਿਊਟ ਵੀ ਹੋ ਗਿਆ, ਫ੍ਰੀ ਆਫ ਕਾਸਟ ਲਿਖਿਆ ਹੋਇਆ ਸੀ। ਤਕਰੀਬਨ ਮੈਨੂੰ ਚੇਤੇ ਹੈ ਨਾਰਥ ਕੈਰੋਲਾਈਨਾ ਦੇ ਵਿੱਚ ਇੱਕ ਪ੍ਰੈਸ ਲਾਉਣ ਦੀ ਤਜਵੀਜ਼ 2010 ਦੇ ਵਿੱਚ ਵੀ ਬਣ ਰਹੀ ਸੀ ਜੀ। ਟੈਰਾ ਬੋਇਨਾ ਦੇ ਵਿੱਚ ਜਿੱਥੇ ਯੂਬਾ ਸਿਟੀ ਹੈ, ਉੱਥੇ ਦਿਦਾਰ ਸਿੰਘ ਬੇਂਸ ਉਹਨਾਂ ਨੇ 15 ਜਾਂ 20 ਏਕੜ ਜ਼ਮੀਨ ਵੀ ਦਿੱਤੀ ਸੀ ਬਣਾਉਣ ਦੇ ਲਈ, ਪਰ ਸਕਸੈਸਫੁਲ ਨਹੀਂ ਹੋਏ। ਉੱਥੇ ਵੀ ਅੱਜ ਕੂੜੇ ਦੇ ਢੇਰ ਪਏ ਤੁਹਾਨੂੰ ਮਿਲਦੇ ਨੇ। ਨੀਂਹ ਪੱਥਰ ਜ਼ਰੂਰ ਰੱਖਿਆ ਹੋਇਆ ਕੀ ਕਿ ਉਹ ਪ੍ਰੈਸਾਂ ਨਾ ਚੱਲ ਸਕੀਆਂ। ਇੱਥੇ ਹੁਣ ਜਦੋਂ ਪ੍ਰੈਸ ਛਾਪਣ ਬਾਰੇ ਮੈਨੂੰ ਗੱਲਬਾਤ ਮਲਕ ਸਾਹਿਬ ਨਾਲ ਪਿਛਲੀ ਵਾਰੀ ਆਪਾਂ ਕੀਤੀ ਸੀ, ਉਹ ਕਹਿੰਦੇ ਮੈਨੂੰ ਬਕਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਰਮਿਸ਼ਨ ਮਿਲੀ ਹੈ ਤੇ ਮੈਂ ਇੱਥੇ ਪ੍ਰੈਸ ਇਸ ਕਰਕੇ ਲਾਈ ਹੈ। ਪ੍ਰੈਸ ਲੱਗ ਚੁੱਕੀ ਹੈ, ਮਸ਼ੀਨਾਂ ਲੱਗ ਚੁੱਕੀਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੋ ਛਪ ਚੁੱਕੇ ਨੇ, ਉਹਨਾਂ ਦੀ ਟ੍ਰਾਇਲ ਹੋ ਚੁੱਕੀ ਹੈ, ਕਰੈਕਸ਼ਨ ਹੋ ਚੁੱਕੀ ਹੈ। ਕੀ ਅਵੱਗੇ ਇਹਦੇ 'ਚ ਸਰਦਾਰ ਰਿਪੁਦਮਨ ਸਿੰਘ ਮਲਿਕ ਕਰ ਰਹੇ ਨੇ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਦੇ ਹੁਕਮ ਨੂੰ ਅਣਗੌਲਿਆਂ ਕਰ ਰਹੀ ਹੈ? ਸਵਾਲ ਦੋ ਪੈਦਾ ਹੋ ਗਏ। ਦੋਨਾਂ 'ਚ ਇੱਕ ਵਿਅਕਤੀ ਦਾ ਕਸੂਰਵਾਰ ਹੈ ਨਾ ਜੀ। ਬਿਲਕੁਲ। ਮਲਕ ਸਾਹਿਬ ਕਹਿ ਰਹੇ ਨੇ ਮੇਰੇ ਕੋਲ ਸਾਰੇ ਪੇਪਰ ਨੇ, ਰਿਪੁਦਮਨ ਸਿੰਘ ਮਲਿਕ ਕਹਿ ਰਿਹਾ ਕਿ ਮੇਰੇ ਕੋਲ ਬਕਾਇਦਾ ਪੇਪਰ ਨੇ। ਪੇਪਰ ਉਹਨਾਂ ਕੋਲ ਕਿਉਂ ਨੇ? ਇੱਕ ਨਹੀਂ, ਦੋ ਨਹੀਂ, 4 ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਇੱਥੇ ਆਉਂਦੇ ਨੇ, ਉਹ ਆ ਕੇ ਇਹਨਾਂ ਨੂੰ ਪ੍ਰਵਾਨਗੀ ਦਿੰਦੇ ਆ ਕਿ ਯੈਸ ਗੋ ਹੈਡ, ਫਿਰ ਉਹ ਪ੍ਰਿੰਟਿੰਗ ਕਰਨ ਲੱਗਦੇ ਆ। ਪਰ ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਬੀੜਾਂ ਪ੍ਰਿੰਟ ਹੋ ਜਾਂਦੀਆਂ ਨੇ। ਬੀੜਾਂ ਪ੍ਰਿੰਟ ਹੋਣ ਤੋਂ ਬਾਅਦ ਜਿਹੜੀਆਂ ਸਾਡੀਆਂ ਗੁਰਦੁਆਰਾ ਸਾਹਿਬਾਨ ਦੀਆਂ ਜਥੇਬੰਦੀਆਂ ਨੇ, ਉਹਨਾਂ ਦੇ ਮਨ ਦੇ ਵਿੱਚ ਇੱਕ ਰੋਹ ਉੱਠਦਾ ਹੈ ਕਿ ਅਕਾਲ ਤਖਤ ਦਾ ਹੁਕਮ ਹੈ, ਕੋਈ ਬੀੜ ਹੁਣ ਤੁਹਾਡੇ ਸਾਹਮਣੇ ਗੁਟਕੇ ਛਪ ਰਹੇ ਨੇ ਜੀ, ਦੁੱਖ ਭੰਜਨੀ ਗੁਟਕਾ, ਨਾਨਕ ਸਰੀਆਂ ਦਾ ਗੁਟਕਾ, ਸੁਖਮਨਾ ਗੁਟਕਾ, ਜਿਹੜੇ ਨਾਮਧਾਰੀ ਉਹਨਾਂ ਵੱਲੋਂ ਗੁਟਕਿਆਂ ਦੇ ਵਿੱਚ ਬੜਾ ਕੁਝ ਲਿਖਿਆ ਜਾ ਰਿਹਾ ਆਪਣੇ ਮਰੇ ਹੋਏ ਬੰਦਿਆਂ ਦੇ ਬਾਬਤ। ਗੁਰਬਾਣੀ ਨੂੰ ਤਰੋੜ ਮਰੋੜ ਕੇ ਲਿਖਿਆ ਜਾ ਰਿਹਾ ਜੀ। ਹੁਣ ਇਹ ਸਵਾਲ ਪੈਦਾ ਹੁੰਦਾ ਸੀ, ਇਸ ਕਰਕੇ ਜਿਹੜੀਆਂ 8 ਜਥੇਬੰਦੀਆਂ ਨੇ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ, ਗੁਰਦੁਆਰਾ ਸਾਹਿਬ ਖਾਲਸਾ ਦਰਬਾਰ, ਗੁਰਦੁਆਰਾ ਸਾਹਿਬ ਸਿੰਘ ਸਭਾ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਨਾਨਕ ਸਿੰਘ ਗੁਰਦੁਆਰਾ ਤੇ ਗੁਰਦੁਆਰਾ ਦੁੱਖ ਨਿਵਾਰਨ ਤੇ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟ ਤੇ ਬਰੁਕਸਾਈਡ ਨਹੀਂ ਉਹਦੇ 'ਚ ਹੈਗਾ। ਇਹ 8 ਗੁਰਦੁਆਰਿਆਂ ਦੀ ਅਲੱਗ ਜਥੇਬੰਦੀ ਹੈ, 30 ਤੋਂ ਵੱਧ ਗੁਰਦੁਆਰਿਆਂ ਦੀ ਅਲੱਗ ਜਥੇਬੰਦੀ ਹੈ। ਮੈਂ ਮਾਫ ਕਰਨਾ, ਮੈਂ ਸ਼ਬਦ ਵੈਸੇ ਵਰਤਣਾ ਨਹੀਂ ਚਾਹੁੰਦਾ, ਸਿੱਖ ਹੈ। ਪਰ ਜਿਹੜੇ ਦੂਸਰੇ ਧੜੇ ਦੇ ਵਿਅਕਤੀ ਨੇ ਸਾਡੇ ਵੀਰ, ਉਹਨਾਂ ਨੇ 30 ਗੁਰਦੁਆਰਿਆਂ ਦੀ ਜਥੇਬੰਦੀ ਬਣਾਈ ਹੈ। ਉਹ 30 ਤੋਂ ਵੱਧ ਜਿਹੜੇ ਜਥੇਬੰਦੀ ਨੇ, ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਜੀ। ਬਿਲਕੁਲ। ਪਹਿਲਾਂ 8 ਗੁਰਦੁਆਰਿਆਂ ਨੇ ਕੀਤੀ, ਪ੍ਰੈਸ ਕਾਨਫਰੰਸ ਨਹੀਂ ਕੀਤੀ। ਉਹਨਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ, ਕੋਈ ਪ੍ਰੈਸ ਨੂੰ ਰਿਲੀਜ਼ ਨਹੀਂ ਕੀਤੀ, ਡਾਕੂਮੈਂਟ ਕੋਈ ਨਹੀਂ ਰਿਲੀਜ਼ ਕੀਤਾ। ਪਰ ਕੱਲ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ, ਉਹਦੇ ਵਿੱਚ ਸਰਦਾਰ ਮਲਕੀਤ ਸਿੰਘ ਧਾਮੀ ਉਹਨਾਂ ਨੇ ਬਕਾਇਦਾ ਨੋਟ ਹੈ ਜਿਹੜਾ ਉਹ ਸਾਰੇ ਮੀਡੀਆ ਦੇ ਲੋਕਾਂ ਨੂੰ ਦਿੱਤਾ ਹੈ ਕਿ ਅਸੀਂ ਫੈਸਲਾ ਕੀਤਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੀੜਾਂ ਜੇ ਇੱਥੇ ਛਪਦੀਆਂ ਤੇ ਅਸੀਂ ਇਹਦਾ ਵਿਰੋਧ ਕਰਾਂਗੇ। ਮੇਰਾ ਖਿਆਲ ਹੈ ਵੀ ਆਪਾਂ ਸਰਦਾਰ ਮਲਕੀਤ ਸਿੰਘ ਧਾਮੀ ਉਹਨਾਂ ਤੋਂ ਪੁੱਛਦੇ ਹਾਂ ਕਿ ਕਿਉਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਇਹਦੇ ਪਿੱਛੇ ਮੰਤਵ ਕੀ ਸੀ। ਸਰਦਾਰ ਮਲਕੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕੁਲਦੀਪ ਸਿੰਘ ਜੀ, ਤੁਹਾਡਾ ਤਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਧੰਨਵਾਦੀ ਹਾਂ ਮੈਂ ਤੁਹਾਡਾ ਵੀ ਤੁਸੀਂ ਬਹੁਤ ਹੀ ਵਡਮੁੱਲੀ ਜਾਣਕਾਰੀ ਮੇਰੇ ਨਾਲ ਤਾਂ ਆਪਣੇ ਸਰੋਤਿਆਂ ਨਾਲ ਸਾਂਝੀ ਕੀਤੀ।
ਕਿਉਂਕਿ ਜਿੰਨਾ ਬੈਕਗ੍ਰਾਉਂਡ ਹਿਸਟਰੀ ਤੁਸੀਂ ਦੱਸੀ ਆ, ਸਾਨੂੰ ਇਹਦੇ ਬਾਰੇ ਮੈਨੂੰ ਪਰਸਨਲੀ ਇੱਥੇ ਤਾਈਂ ਨੌਲੇਜ ਨਹੀਂ ਸੀਗਾ ਜੀ। ਜੀ ਹੁਣ ਮੈਂ ਆਉਣਾ ਆ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਇੱਥੇ ਛਾਪਣ ਦਾ ਮਸਲਾ ਕਿੱਦਾਂ ਆ, ਸਾਨੂੰ ਜਦੋਂ ਪਤਾ ਲੱਗਾ, ਸਾਨੂੰ 7 ਤਰੀਕ ਨੂੰ ਪਤਾ ਲੱਗਾ ਜੀ, ਇੱਕ ਅਨੋਨੀਮਸ ਲੈਟਰ ਸਾਡੇ ਕੋਲ ਆਇਆ ਵੀ ਆਹ ਲੈਟਰ ਲਿਖਿਆ ਗਿਆ ਆ, ਇਹਦੇ ਅੰਦਰ ਜਿਹੜਾ ਹੈਗਾ ਆ ਬੀੜਾਂ ਛਾਪਣ ਦੀ ਤਿਆਰੀ ਹੋ ਰਹੀ ਆ ਜੀ। ਅਸੀਂ ਕੋਸ਼ਿਸ਼ ਕੀਤੀ ਦਵਾ ਜਿਹੜੇ ਆਪਣੇ ਸਾਡੇ ਗੁਰਦੁਆਰੇ ਹੈਗੇ ਆ ਸਾਡੇ ਨਾਲ ਦੇ ਆ ਜਿਹਨਾਂ ਨਾਲ ਆਪਾਂ ਇਕੱਠੇ ਮਿਲਦੇ ਵਰਤਦੇ ਆਉਂਦੇ ਆ, ਗੁਰਦੁਆਰੇ ਸਾਰੇ ਗੁਰਦੁਆਰੇ ਜੀ ਮੈਨੂੰ ਕੋਈ ਫਰਕ ਨਹੀਂ ਹੈਗਾ, ਅਸੀਂ ਸਾਰਿਆਂ ਨਾਲ ਹੀ ਸਾਂਝ ਰੱਖਦੇ ਆ, ਪਰ ਗੱਲ ਇਹ ਹੈਗੀ ਆ ਵੀ ਜਿਹੜੇ ਸਾਡੀ ਗੱਲ ਸੁਣਨਾ ਚਾਹੁੰਦੇ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ, ਬਹਿ ਕੇ ਮਤਾ ਪਾਸ ਕੀਤਾ ਵੀ ਇੱਕ ਚਿੱਠੀ ਆਪਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤੇ ਇੱਕ ਜਿਹੜੇ ਹੈਗੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਲਿਖੀ ਜਾਵੇ ਤੇ ਅਸੀਂ ਇਹ ਚੀਜ਼ ਨਹੀਂ ਚਾਹੁੰਦੇ, ਇਹ ਚੀਜ਼ ਬਿਲਕੁਲ ਗਲਤ ਹੈਗੀ ਆ। ਜੇ ਅੱਜ ਇਹ ਇੱਕ ਜਗ੍ਹਾ ਇਹ ਪ੍ਰੈਸੀਡੈਂਟ ਸੈੱਟ ਹੋ ਗਿਆ ਸਰੀ ਦੇ ਵਿੱਚ, ਤਾਂ ਕੱਲ ਨੂੰ ਉਹਨੂੰ ਕਿੱਦਾਂ ਰੋਕਿਆ ਜਾਊਗਾ? ਕੱਲ ਨੂੰ ਆਸਟ੍ਰੇਲੀਆ ਵਾਲੇ ਕਹਿਣਗੇ ਸਾਨੂੰ ਵੀ ਹੱਕ ਦੇ ਦਿਓ, ਸਾਊਥ ਅਫਰੀਕਾ ਵਾਲੇ ਕਹਿਣਗੇ ਸਾਨੂੰ ਦੇ ਦਿਓ, ਇੰਗਲੈਂਡ ਵਾਲੇ ਮੰਗਣਗੇ, ਜਿਹੜੇ ਹੋਰ ਆਲੇ ਦੁਆਲੇ ਦੂਰ ਦੇ ਹੈਗੇ ਆ ਮੁਲਕ ਹੈਗੇ ਉਹ ਵੀ ਆਪਣਾ ਹੱਕ ਮੰਗਣਗੇ। ਤਾਂ ਫਿਰ ਜਿਹੜੀਆਂ ਬੀੜਾਂ ਦੀ ਇਹ ਕਿੰਨੇ ਕੁ ਜਗ੍ਹਾ ਛਪਣਗੀਆਂ, ਕੀ ਉਹਨਾਂ ਦੇ ਉੱਤੇ ਕਿਹੜਾ ਟਾਈਟਲ ਲਿਖਿਆ ਜਾਊਗਾ ਵੀ ਕਿਹਦੀ ਬੀੜ ਆ, ਕੀ ਉਹਦੇ ਵਿੱਚ ਜਿਹੜਾ ਕੋਈ ਅਦਲਾ ਬਦਲੀ ਹੋਊਗੀ ਉਹਨੂੰ ਕੌਣ ਕੰਟਰੋਲ ਕਰੂਗਾ, ਕੌਣ ਉਹਨੂੰ ਚੈੱਕ ਕਰੂਗਾ, ਇਹ ਸਾਰੇ ਮੁੱਦੇ ਵਿਚਾਰ ਕੇ ਫਿਰ ਇਹ ਫੈਸਲਾ ਕੀਤਾ ਗਿਆ ਜੀ ਨਹੀਂ ਸ਼੍ਰੋਮਣੀ ਕਮੇਟੀ ਨੂੰ ਆਪਾਂ ਲਿਖਦੇ ਆ ਵੀ ਪਲੀਜ਼ ਇਹ ਕੰਮ ਨਾ ਕਰੋ, ਤੁਸੀਂ ਇਹ ਜਿਹੜਾ ਬੀੜਾ ਛਾਪਣ ਦਾ ਕੰਟਰੋਲ ਹੈਗਾ ਆ ਸਾਰਾ ਆਪਣੇ ਕੋਲ, ਤਾਂ ਅਕਾਲ ਤਖਤ ਸਾਹਿਬ ਉੱਥੇ ਹੀ ਰੱਖੋ, ਉੱਥੋਂ ਡਿਸਟ੍ਰੀਬਿਊਟ ਕਰੋ, ਜਿੱਦਾਂ ਅੱਗੇ 115 ਸਾਲ ਹੋ ਗਿਆ ਜੀ ਬੀੜਾਂ ਨੂੰ ਆਉਂਦੀਆਂ ਨੂੰ, ਅੱਜ ਨਵੀਆਂ ਨਹੀਂ ਆਉਣੀਆਂ ਸ਼ੁਰੂ ਹੋਈਆਂ ਜੀ। ਇੱਕ ਮੈਂ ਤੁਹਾਡੇ ਨਾਲ ਹੋਰ ਜ਼ਰੂਰ ਸਾਂਝਾ ਕਰਦਾ, ਇਹ ਜੀ ਇੱਕ ਸ਼ੁਰੂ ਤੋਂ ਇੱਕ ਸਕੀਮ ਲੱਗ ਰਹੀ ਆ ਜਿਹਦਾ ਮੇਥੇ ਤੇ ਮੇਰੀ ਨੌਲੇਜ ਕੰਮ ਕਰਦੀ ਆ। ਪਹਿਲਾਂ ਮੋਡ ਆਫ ਟਰਾਂਸਪੋਰਟੇਸ਼ਨ ਨੂੰ ਫੇਲ ਕੀਤਾ ਗਿਆ, ਪਹਿਲਾਂ ਛਿਪ ਵਾਲਾ ਮੋਡ ਫੇਲ ਕੀਤਾ ਗਿਆ, ਤੁਸੀਂ ਦੇਖਿਆ ਕੰਟੇਨਰ ਵੀ ਤੁਸੀਂ ਆਪੇ ਹੀ ਦੱਸਿਆ ਵੀ ਬੜੀਆਂ ਰੈਪ ਕਰਕੇ ਬੜੀ ਬਹੁਤ ਸੁਚੱਜੇ ਢੰਗ ਨਾਲ ਟਕਾਈਆਂ ਗਈਆਂ ਸੀ ਬੀੜਾਂ, ਉਹਨੂੰ ਕਿਹਾ ਗਿਆ ਤਾਂ ਜੀ ਉਹ ਪਾਣੀ ਨਾਲ ਗਿੱਲੀਆਂ ਹੋ ਜਾਂਦੀਆਂ, ਏਦਾਂ ਹੋ ਗਿਆ, ਉਹ ਮੋਡ ਫੇਲ ਹੋ ਗਿਆ। ਸੈਕੰਡ ਮੋਡ ਸੀਗਾ ਹਵਾਈ ਜਹਾਜ਼ ਰਾਹੀਂ ਅੱਗੇ ਵੀ ਆਉਂਦੀਆਂ ਰਹੀਆਂ, ਅੱਜ ਨਹੀਂ ਮੈਂ ਗੱਲ ਕਰਦਾ, ਤਾਂ ਹੀ ਮੈਂ ਕਹਿੰਦਾ 115 ਸਾਲ ਹੋ ਗਏ ਆ ਬੀੜਾਂ ਆਉਂਦੀਆਂ ਨੂੰ, ਫਿਰ ਉਹਨੂੰ ਫੇਲ ਕੀਤਾ ਗਿਆ, ਨਹੀਂ ਜੀ ਇਹ ਤਾਂ ਇੱਕ ਚਾਰਟਰ ਫਲਾਈਟ ਰਾਹੀਂ ਆਉਣੀਆਂ ਚਾਹੀਦੀਆਂ ਆ, ਕੱਲੀ ਕੱਲੀ ਸੀਟ ਤੇ ਗੁਰੂ ਮਹਾਰਾਜ ਦਾ ਵਿਰਾਜਮਾਨ ਹੋਣ। ਚਲੋ ਹੁਣ ਉਹਨੂੰ ਲਿਆ ਕੇ ਫੇਰ ਕਰ ਦਿੱਤਾ ਵੀ ਉਹ ਤਾਂ $1 ਮਿਲੀਅਨ ਕਾਸਟ ਨਹੀਂ ਦੇ ਸਕਦੇ, ਤਾਂ ਬੀੜਾ ਜਿਹੜੀਆਂ ਸਰੀ ਵਿੱਚ ਛਾਪਣ ਦੀ ਇਜਾਜ਼ਤ ਦਿੱਤੀ ਜਾਵੇ ਜੀ। ਇਹ ਜਿਹੜਾ ਸਾਰਾ ਮੁੱਦਾ ਸੀ ਜੀ ਕੱਲ ਫਿਰ ਸੰਗਤਾਂ ਦੇ ਮੀਡੀਆ ਤੇ ਜਿਹੜੀਆਂ ਸੁਸਾਇਟੀਆਂ ਸਾਰੀਆਂ ਸਾਡੇ ਨਾਲ ਹੈਗੀਆਂ ਉਹਨਾਂ ਦੇ ਮੂਹਰੇ ਰੱਖਿਆ, ਐਂਡ ਸਾਰੀਆਂ ਸੁਸਾਇਟੀਆਂ ਦੀ ਸਾਨੂੰ ਸਪੋਰਟ ਹੈਗੀ ਆ ਇਸ ਇਸ਼ੂ ਦੇ ਉੱਤੇ, ਕਿਉਂਕਿ ਅਸੀਂ ਕਹਿੰਦੇ ਆ ਵੀ ਇਹ ਜਿਹੜਾ ਕੰਮ ਬਿਲਕੁਲ ਨਹੀਂ ਹੋਣਾ ਚਾਹੀਦਾ, ਐਂਡ ਬੀੜਾ ਛਾਪਣ ਦਾ ਜਿਹੜਾ ਹੈਗਾ ਕੰਟਰੋਲ, ਚਾਹੇ ਜਿਹੜਾ ਇਹਦਾ ਪੂਰਾ ਅਖਤਿਆਰ ਉਹ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਦੇ ਕੋਲ ਹੋਣਾ ਚਾਹੀਦਾ, ਉਹੀ ਉੱਥੋਂ ਡਿਸਟ੍ਰੀਬਿਊਟ ਕਰਨ ਤਾਂ ਉਹੀ ਛਾਪਣੇ ਜੀ। ਇਹਦੇ ਵਿੱਚ ਜਿਹੜਾ ਪੱਤਰ ਹੈ, ਲੈਟਰ ਹੈ, ਤੁਸੀਂ ਅਕਾਲ ਤਖਤ ਸਾਹਿਬ ਨੂੰ ਦੇ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲਿਖ ਦਿੱਤਾ ਜੀ? ਅਸੀਂ ਲਿਖ ਦਿੱਤਾ ਜੀ, ਅਸੀਂ ਉਹ ਉਹਨਾਂ ਨੂੰ ਮੈਂ ਤੁਹਾਨੂੰ ਦੱਸਦਾ, ਲੈਟਰ ਸਾਡੇ ਕੋਲ ਹੈਗਾ ਆ, ਮੈਂ ਉਹ ਅਸੀਂ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜੀ ਤਾਂ ਕਿ ਸੰਗਤ ਨੂੰ ਪਤਾ ਲੱਗ ਜਾਏ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਮੈਂ ਦੱਸਦਾ ਜੀ, ਉੱਤੇ 9 ਅਗਸਤ 2020 ਨੂੰ ਖਾਲਸਾ ਦੀਵਾਨ ਸੁਸਾਇਟੀ ਖਾਲਸਾ ਦੀਵਾਨ ਰੋਡ ਰੌਸ ਸਟਰੀਟ ਵੈਨਕੂਵਰ ਵਿਖੇ BC ਤੇ ਲੋਅਰ ਮੇਨਲੈਂਡ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਤੀਨਿਧਾਂ ਦੀ ਹੰਗਾਮੀ ਮੀਟਿੰਗ ਹੋਈ ਅਤੇ ਸਾਰਿਆਂ ਨੇ ਇਹ ਮਹਿਸੂਸ ਕੀਤਾ ਕਿ ਜੇਕਰ ਇੱਕ ਵਾਰ ਕਿਸੇ ਵੀ ਇੱਕ ਜਾਂ ਇੱਕ ਤੋਂ ਵਧੇਰੇ ਸੰਸਥਾਵਾਂ ਦੀ ਮੰਗ ਨੂੰ ਸਵੀਕਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੀ ਆਗਿਆ ਅੰਮ੍ਰਿਤਸਰ ਤੋਂ ਇਲਾਵਾ ਕਿਧਰੇ ਵੀ ਬਾਹਰ ਦਿੱਤੀ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਫਿਰ ਪਹਿਲਾਂ ਵਰਗੀ ਨਹੀਂ ਸਗੋਂ ਇਸ ਨਾਲ ਵੀ ਬੱਤਰ ਪ੍ਰਸਥਿਤੀ ਬਣ ਜਾਵੇਗੀ। ਸਿੱਖ ਪੰਥ ਵਿੱਚ ਪਹਿਲਾਂ ਹੀ ਵੱਖੋ ਵੱਖ ਸੰਸਥਾਵਾਂ ਸੰਪਰਦਾਵਾਂ ਆਦਿ ਵੱਲੋਂ ਭਿੰਨ ਗੁੱਟ ਕੇ ਪੋਥੀਆਂ ਛਾਪਣ ਦਾ ਕਾਰਨ ਵਾਦ ਵਿਵਾਦ ਪੈਦਾ ਹੋਏ ਹਨ। ਕਾਫੀ ਵਿਚਾਰ ਹੋਣ ਤੋਂ ਬਾਅਦ ਹੇਠ ਲਿਖਿਆ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮਤਾ ਆ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਅਧੀਨ ਸ੍ਰੀ ਅੰਮ੍ਰਿਤਸਰ ਵਿੱਚ ਹੀ ਕੀਤੀ ਜਾਵੇ ਤੇ ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਕਿਤੇ ਵੀ ਛਪਾਈ ਦੀ ਇਹ ਇਜਾਜ਼ਤ ਨਾ ਦਿੱਤੀ ਜਾਵੇ ਜੀ। ਇਹ ਤੁਹਾਡੇ ਵੱਲੋਂ ਜਿਹੜਾ ਮਤਾ
30 ਸੁਸਾਇਟੀਆਂ ਵੱਲੋਂ ਜੋ ਕਾਫੀ ਜਥੇਬੰਦੀਆਂ ਕੱਲ ਉੱਥੇ ਪ੍ਰੈਸ ਕਾਨਫਰੰਸ ਦੇ ਦੌਰਾਨ ਸਨ। ਹਾਂਜੀ ਲੈਟਸ ਸੇ ਕਿ ਕੱਲ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਨੂੰ ਇਹ ਕਹਿੰਦੀ ਹੈ ਨਹੀਂ ਜੀ ਹੁਣ ਤਾਂ ਬੀੜਾਂ ਛਪੜੀਆਂ ਉੱਤੇ ਸ਼ੁਰੂ ਕਰ ਦਿੱਤੀਆਂ ਨੇ, ਅਸੀਂ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਹੈ, ਫਿਰ ਤੁਹਾਡਾ ਕੀ ਐਕਸ਼ਨ ਹੋਏਗਾ ਜੀ? ਦੇਖੋ ਜੀ, ਅਸੀਂ ਤਾਂ ਇਹਦਾ ਵਿਰੋਧ ਕਰਦੇ ਆ, ਵਿਰੋਧ ਕਰਦੇ ਰਹਾਂਗੇ। ਦੇਖੋ ਇਹ ਇੱਕ ਚਾਲ ਆ ਜੀ, ਮੈਂ ਤੁਹਾਨੂੰ ਦੱਸਾਂ, ਸਿੱਖ ਕੌਮ ਨੂੰ ਦੁਬਾਰਾ ਫੇਰ ਕ੍ਰਾਸ ਰੋਡ ਤੇ ਲਿਜਾਣੇ ਦੀ, ਦੁਬਾਰਾ ਉਹਨੂੰ ਇੱਕ ਇਸ਼ੂ ਐਸਾ ਬਣਾ ਕੇ ਵੀ ਇਹਨਾਂ ਦੇ ਵਿੱਚ ਫੇਰ ਡਿਵੀਜ਼ਨ ਕ੍ਰੀਏਟ ਕੀਤੀ ਜਾਵੇ, ਇੱਕ ਚਾਲ ਆ ਜਿਹੜੀ ਕਿ ਚੱਲ ਹੋ ਰਹੀ ਆ। ਐਂਡ ਸਾਨੂੰ ਮੈਂ ਬੇਨਤੀ ਕਰਦਾ ਜਿਹੜੇ ਤੁਹਾਡੇ ਸਰੋਤੇ ਆ, ਚਾਹੇ ਆਪਾਂ ਕਿਸੇ ਵੀ ਗੁਰਦੁਆਰਾ ਕੋਈ ਵੀ ਹੈਗੇ ਆ, ਤੇ ਪਲੀਜ਼ ਆਪਾਂ ਆਪਣੇ ਸੰਵਿਧਾਨ ਰਹੀਏ ਤਾਂ ਕਿ ਇਹਦੇ ਤੋਂ ਆਪਾਂ ਬਚੀਏ। ਆਪਾਂ ਇਕੱਠੇ ਆ ਸਾਰੇ ਸਿੱਖ ਮੁੱਦੇ ਦੇ ਉੱਤੇ, ਆਪਾਂ ਰਲ ਮਿਲ ਕੇ ਸਿੱਖ ਪੰਥ ਦੀ ਸੇਵਾ ਕਰੀਏ ਤੇ ਸੇਵਾ ਕਰਦੇ ਰਹੀਏ ਜੀ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਸਮਾਂ ਕੱਢਿਆ ਔਰ ਗੱਲਬਾਤ ਕੀਤੀ ਹੈ। ਜਿਹੜਾ ਤੁਹਾਡਾ ਪ੍ਰਤੀਕਰਮ ਹੈ ਤੁਸੀਂ ਆਪਣਾ ਦਿੱਤਾ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਖੀਰ ਦੇ ਵਿੱਚ ਤੁਹਾਡੇ ਕੋਲ 1 ਮਿੰਟ ਹੈ, ਕੀ ਕਹਿਣਾ ਚਾਹੋਗੇ? 1 ਮਿੰਟ ਮੈਂ ਕਹਿਣਾ ਚਾਹੁੰਦਾ ਜੀ, ਮੈਂ ਕਹਿਣਾ ਚਾਹੁੰਦਾ ਜੇ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਬੀੜਾ ਛਾਪਣ ਦੀ ਇਜਾਜ਼ਤ ਸਰੀ ਵਿੱਚ ਵੀ ਦੇ ਦਿੱਤੀ ਜਾਵੇ। ਮੇਰਾ ਕੁਐਸਚਨ ਆ ਵੀ ਜੇ ਇੱਥੋਂ ਬੀੜ ਹੈਲੀਫੈਕਸ ਭੇਜਣੀ ਆ 9 ਘੰਟੇ ਦੀ ਫਲਾਈਟ ਲੱਗਦੀ ਆ, ਉੱਥੇ ਆਪਾਂ ਕਿੱਦਾਂ ਭੇਜਾਂਗੇ? ਦੇਖੋ ਕਿਤੇ ਵੀ ਬੀੜ ਜਾਣ ਲਈ ਮੋਡ ਆਫ ਟਰਾਂਸਪੋਰਟੇਸ਼ਨ ਯੂਜ਼ ਕਰਨਾ ਪੈਣਾ, ਚਾਹੇ ਉਹ 100 ਮੀਲ ਲਈ ਕਰੀਏ, ਚਾਹੇ ਉਹ 1000 ਮੀਲ ਲਈ ਕਰੀਏ, ਚਾਹੇ ਉਹ 10000 ਮੀਲ ਲਈ ਕਰੀਏ, ਸੋ ਯੂਜ਼ ਕਰਨਾ ਪੈਣਾ ਆ। ਤਾਂ ਫਿਰ ਜਿੱਥੋਂ ਇੰਡੀਆ ਤੇ ਜਿੱਥੇ ਛਪ ਰਹੀਆਂ ਆ ਨਾਲੇ ਕੰਟਰੋਲ ਵਾ, ਉੱਥੋਂ ਹੀ ਕਾਹਤੇ ਨਹੀਂ ਸਾਰੀ ਦੁਨੀਆ ਦੇ ਵਿੱਚ ਬੀੜਾਂ ਡਿਸਟ੍ਰੀਬਿਊਟ ਹੋ ਸਕਦੀਆਂ। ਓਕੇ, ਥੈਂਕ ਯੂ ਜੀ ਤੁਹਾਡਾ, ਤੁਸੀਂ ਸਾਨੂੰ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ। ਧੰਨਵਾਦ ਤੁਹਾਡਾ। ਮੈਸੇਜ ਸਾਡੇ ਸੁਣਨ ਵਾਲਿਆਂ ਨੇ, ਦੇਖਣ ਵਾਲਿਆਂ ਨੇ ਸੁਣਿਆ ਹੈਗਾ ਤੇ ਜਰੂਰ ਅਸੀਂ ਉਹਨਾਂ ਦੇ ਵੀ ਵਿਚਾਰ ਜਾਣਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਬਹੁਤ ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਇਹਦੇ ਵਿੱਚ ਹੁਣ ਸਵਾਲ ਇਹ ਹੈ ਕਿ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਬੜੀ ਵੱਡੀ ਤਾਦਾਦ ਦੇ ਵਿੱਚ ਜਥੇਬੰਦੀਆਂ ਸਨ, ਮੀਡੀਆ ਵੀ ਸੀ। ਇਹਨਾਂ ਨੇ ਕਿਹਾ ਕਿ ਜੇ 115 ਵਰੇ ਪਹਿਲਾਂ ਬੀੜਾਂ ਇੱਥੇ ਇਸ ਤਰ੍ਹਾਂ ਆ ਸਕਦੀਆਂ ਨੇ ਤੇ ਅੱਜ ਮੁਸ਼ਕਲ ਕਿਉਂ? ਤੁਹਾਨੂੰ ਇਹ ਚੇਤੇ ਹੋਏਗਾ ਕਿ ਮੈਂ ਕੁਝ ਕੁ ਜਥੇਬੰਦੀਆਂ ਨੂੰ ਇਹ ਵੀ ਪੁੱਛਿਆ ਸੀ ਕਿ ਤੁਹਾਡੀ ਡਿਮਾਂਡ ਕਿੰਨੀ ਹੈ। ਬਲਕੀਤ ਸਿੰਘ ਧਾਮੀ ਉਹਨਾਂ ਨੇ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਤੁਹਾਨੂੰ ਕਿੰਨੀਆਂ ਬੀੜਾਂ ਦੀ ਲੋੜ ਹੈ, ਉਹ ਕਹਿੰਦੇ ਸਾਨੂੰ ਬੀੜਾਂ ਦੀ ਲੋੜ ਨਹੀਂ, ਬਲਕਿ ਸਾਡੇ ਕੋਲ ਬੀੜਾਂ ਵਾਪਸ ਆ ਰਹੀਆਂ ਨੇ, ਉਹਨਾਂ ਦੀ ਬਹੁਤਾਤ ਜੀ। ਸਾਡੇ ਕੋਲ ਇੱਕ ਕਾਲਰ ਹੈ ਜੀ। ਜੀ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਕੀ ਕਹਿਣਾ ਚਾਹੋਗੇ ਜੀ? ਆਈ ਥਿੰਕ ਜਿਹੜਾ ਇਹ ਚੀਜ਼ ਹੈ ਜੀ, ਠੀਕ ਆ, ਕੌਮ ਨੇ ਇਕੱਠੀ ਹੋਈ ਆ ਇਸ ਇਸ਼ੂ ਦੇ ਲਈ, ਇਸ ਬਿਮਾਰੀ ਦੇ ਲਈ ਇਕੱਠੀ ਹੋਈ ਆ, ਚਾਹੇ ਲੇਟ ਹੀ ਹੋਈ ਆ, ਪਰ ਇਹ ਕੋਈ ਅੱਜ ਦੀ ਬਿਮਾਰੀ ਨਹੀਂ, ਇਹਦਾ 2014 ਦਾ ਇਸ਼ੂ ਚੱਲਿਆ ਆ ਰਿਹਾ ਜੀ, ਜਿਹਨੂੰ ਬਾਅਦ ਦੇ ਵਿੱਚ ਕੌਮ ਨੇ ਫਾਲੋ ਅਪ ਨਹੀਂ ਕੀਤਾ। 2010 ਤੋਂ 2014 ਤੋਂ ਜੀ। ਹਾਂਜੀ, 2014 ਤੋਂ ਪੱਤਰ ਦੇ ਵਿੱਚ ਮਹਾਰਾਜ ਦੇ ਸਰੂਪ ਆਏ ਸੀਗੇ। 2010 ਚ ਵੀ ਆਏ ਸੀ ਜੀ, 2010 ਤੇ 2011 ਚ ਜਿਹੜਾ ਪਹਿਲਾ ਕੰਟੇਨਰ ਭੇਜਿਆ ਸੀ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ, ਉਸ ਤੋਂ ਪਹਿਲਾਂ ਵੀ ਆਏ ਨੇ ਜੀ। ਜੀ ਹਾਂਜੀ, ਜਦੋਂ ਜ਼ਿਆਦਾ ਹਾਈਲਾਈਟ ਹੋਇਆ ਨਾ ਜੀ, ਹਾਂਜੀ, ਹਾਈਲਾਈਟ 2014 ਚ ਹੋਇਆ। 8 ਸੁਸਾਇਟੀਆਂ ਆਈਆਂ ਵਿੱਚ ਜੀ, ਇਨਵੋਲਵਮੈਂਟ ਹੋਈ ਆ। ਸਾਰਿਆਂ ਤੋਂ ਵੱਡੀ ਚੀਜ਼ ਜਿਹੜੀ ਇਸ ਵੇਲੇ ਦੀ ਲੋੜ ਹੈ ਜੀ, ਉਹ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਪੁੱਛਣ ਦੀ ਲੋੜ ਆ ਵੀ ਤੁਸੀਂ ਕਿਹਨਾਂ ਨੂੰ ਪੁੱਛ ਕੇ ਇਹ ਜਿਹੜੇ ਮਹਾਰਾਜ ਦੇ ਸਰੂਪ ਆ ਤੁਸੀਂ ਪ੍ਰਿੰਟ ਕੀਤੇ ਆ। ਦੂਜੀ ਚੀਜ਼, ਜਿਹੜਾ 8 ਸੁਸਾਇਟੀਆਂ ਵੱਲੋਂ ਚਿੱਠੀ ਗਈ ਆ, ਜਾਂ BC ਸਿੱਖ ਕਾਉਂਸਲ ਜਾਂ ਪੂਰੀ ਕੈਨੇਡਾ ਸਿੱਖ ਕਾਉਂਸਲ ਜਿਹੜੀ ਬਣੀ ਆ, ਉਹ ਚਿੱਠੀ ਦੇ ਵਿੱਚ ਇੱਕ ਸਵਾਲ ਜ਼ਰੂਰ ਉੱਠਦਾ ਆ, ਜੇ ਕੋਈ ਬੰਦਾ ਗੁਰੂ ਸਾਹਿਬ ਦੀ ਕਿਸੇ ਵੀ ਢੰਗ ਦੇ ਨਾਲ ਬੇਅਦਬੀ ਕਰੇ, ਕੀ ਉਹਨੂੰ ਭਾਈ ਸ਼ਬਦ ਦੇ ਨਾਲ ਸੰਬੋਧਨ ਕਰਨਾ ਬਣਦਾ? ਏਦਾਂ ਦਾ ਕੱਲ ਨੂੰ ਜੇ ਇਹੀ ਸਿੱਖ ਕਾਉਂਸਲ ਚਿੱਠੀ ਲਿਖੂਗੀ ਗੁਰਮੀਤ ਰਾਮ ਰਹੀਮ ਨੂੰ ਤੇ ਭਾਈ ਗੁਰਮੀਤ ਰਾਮ ਰਹੀਮ ਲਿਖੂਗੀ, ਇਹੋ ਜਿਹਾ ਦਾ ਚੌਂਕ 'ਚ ਖੜਾ ਕੇ ਮੂੰਹ ਕਾਲਾ ਕਰਨਾ ਚਾਹੀਦਾ ਜਿਨ੍ਹਾਂ ਨੇ ਇਹ ਬੇਅਦਬੀ ਕੀਤੀ। ਸ਼ਬਦ ਆਪਾਂ ਥੋੜੇ ਜਿਹੇ ਸਤਿਕਾਰਤ ਬੋਲੀਏ, ਕਿਉਂਕਿ ਬਿਲਕੁਲ ਤੁਹਾਡੀ, ਜਦੋਂ ਮਾਫ ਕਰਨਾ, ਜਦੋਂ ਗੁਰੂ ਸਾਹਿਬ ਦੇ ਸਤਿਕਾਰ ਦੀ ਗੱਲ ਆ ਨਾ ਜੀ, ਜੀ ਜੀ ਜੀ, ਤੇ ਉਹਦੀ ਪੱਗ ਪਰਿਆਂ 'ਚ ਰੁਲਦੀ ਹੋਵੇ ਤੇ ਸਤਿਕਾਰ ਫੇਰ ਨਹੀਂ ਹੁੰਦਾ। ਸਤਿਕਾਰ ਕਰਾਉਣ ਦੇ ਲਈ ਜੇ ਕੋਈ ਸਤਿਕਾਰ ਐਕਸਪੈਕਟ ਕਰੇ ਨਾ ਜੀ, ਤੇ ਸਤਿਕਾਰ ਵਾਲੇ ਕੰਮ ਕਰੀਦੇ ਹੁੰਦੇ ਆ। ਜੇ ਕੁੱਤੇ ਕੰਮ ਕਰਦੇ ਆ ਤੇ ਮੂੰਹ ਕਾਲਾ ਹੀ ਹੁੰਦਾ ਜੀ। ਮਾਫ ਕਰਨਾ ਇਹਦੇ ਲਈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਦੇ ਲਈ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ ਜੀ। ਜੇ ਆਪਾਂ ਨਾ ਥੋੜਾ ਬੈਕਗ੍ਰਾਉਂਡ ਤੇ ਜਾਈਏ ਜੀ, ਮੈਂ 1999 ਦੀ ਤੁਹਾਨੂੰ ਗੱਲ ਦੱਸਦਾ ਕਿ 1999 ਵਿੱਚ ਜੀ
ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਭਾਈ ਚਤਰ ਸਿੰਘ ਤੇ ਜੀਵਨ ਸਿੰਘ ਹੋਣੀ ਵੀ ਕਰਦੇ ਹੁੰਦੇ ਸੀ ਜੀ। ਬੜੀ ਚਤਰਾਈ ਨਾਲ ਤੇ ਸਾਨੂੰ ਮੌਕਾ ਮਿਲਿਆ ਉੱਥੇ ਜਾਣ ਦਾ ਤੇ ਆਪਾਂ ਪੰਜਾਬ ਦੇ ਵਿੱਚ ਲਾਇਬ੍ਰੇਰੀਆਂ ਚਲਾਉਂਦੇ ਹੁੰਦੇ ਸੀ ਤਾਂ ਅਸੀਂ ਉੱਥੋਂ ਬੁੱਕਾਂ ਲੈਣ ਗਏ ਜੀ। ਤੇ ਇੱਕ ਚੀਜ਼ ਨੋਟਿਸ ਕੀਤੀ, ਜਿਹੜੇ ਮੈਂਟਰ ਜਿਨ੍ਹਾਂ ਨੇ ਸਾਨੂੰ ਸਿੱਖਿਆ ਦਿੱਤੀ ਸੀ, ਤੇ ਉਹ ਜਦੋਂ ਅਸੀਂ ਅੰਦਰ ਗਏ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਫਲੋਰ ਤੇ ਬਿਨਾਂ ਰਮਾਲਾ ਸਾਹਿਬ ਤੋਂ ਪਈਆਂ ਜੀ। ਵਾਓ। ਤੇ ਉਸ ਦਿਨ ਅਸੀਂ ਉੱਥੋਂ ਜਦੋਂ ਉਹ ਸਿੰਘਾਂ ਦੇ ਅੱਖਾਂ 'ਚ ਹੰਝੂ, ਤੇ ਮੈਨੂੰ ਪਤਾ ਮੈਂ ਉਹਨਾਂ ਨੂੰ ਕਿੱਦਾਂ ਘਰ ਲੈ ਕੇ ਆਇਆ। ਦੂਜੇ ਦਿਨ ਸਵੇਰ ਨੂੰ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਲਿਖੀ ਗਈ ਜੀ, ਅਕਾਲ ਤਖਤ ਨੂੰ ਚਿੱਠੀ ਲਿਖੀ ਗਈ ਫੋਟੋਆਂ ਸਮੇਤ ਵੀ ਇੱਥੇ ਆ ਹੋ ਰਿਹਾ, ਔਰ ਕਿਸੇ ਨੇ ਕੁਛ ਨਹੀਂ ਕੀਤਾ। ਫਿਰ ਨਕੋਦਰ ਦੇ ਵਿੱਚ ਸੇਵਕ ਪਬਲਿਕ ਸਕੂਲ ਵੱਲੋਂ ਇੱਕ ਨਿਸ਼ਕਾਮ ਸੇਵਾ ਨਾਂ ਦੀ ਸੁਸਾਇਟੀ ਬਣਾਈ ਗਈ ਜੀ। ਨਵੀਂ ਬੱਸ ਲਈ ਗਈ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜਾਂ ਦੀ ਛਪਾਈ ਹੋਣ ਲੱਗੀ। ਤੇ ਮੌਕਾ ਇਹ ਆ ਗਿਆ ਕਿ ਪਟਨਾ ਸਾਹਿਬ ਤੱਕ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਪਹੁੰਚਾਇਆ ਗਿਆ। ਉੱਥੇ ਕੀ ਕੀਤਾ ਜਾਂਦਾ ਸੀ ਕਿ ਜੇ ਕੋਈ ਬੰਦਾ ਕਹਿੰਦਾ ਸੀ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਜ਼ਰੂਰਤ ਆ, ਪਹਿਲਾਂ 5 ਸਿੱਖ ਜਾਂਦੇ ਸੀ, ਜਗ੍ਹਾ ਦੇਖ ਕੇ ਆਉਂਦੇ ਸੀ। ਬਿਲਕੁਲ। ਫਿਰ ਛਪਾਈ ਤੋਂ ਬਾਅਦ ਉਹ ਜਿਹੜੀ ਬੱਸ ਬਣਾਈ ਗਈ ਸੀ, ਉਹਦੇ ਉੱਪਰ ਗੈਲਰੀ ਬਣੀ ਸੀ ਜਿਹਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੁੰਦੇ ਸੀ, ਥੱਲੇ ਸੰਗਤ ਬਹਿ ਕੇ ਕੀਰਤਨ ਕਰਦੀ ਸੀ ਜੀ। ਉਹ ਬੱਸ ਹਾਲੇ ਵੀ ਨਕੋਦਰ ਸੇਵਕ ਪਬਲਿਕ ਸਕੂਲ 'ਚ ਖੜੀ ਆ ਜੀ। ਉਸ ਤੋਂ ਬਾਅਦ ਫਿਰ ਜਿੱਦਣ ਸ਼੍ਰੋਮਣੀ ਕਮੇਟੀ ਨੇ ਅਨਾਉਂਸ ਕਰਤਾ ਕਿ ਆਪਾਂ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਆ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਕੋਈ ਕਰੇਗੀ ਨਹੀਂ ਜੀ, ਤੇ ਮੈਂ ਉਹਨਾਂ ਭਾਈ ਸਾਹਿਬ ਉਹਨਾਂ ਨੂੰ ਅਪਰੋਚ ਕੀਤਾ। ਮੈਂ ਕਿਹਾ ਭਾਈ ਸਾਹਿਬ ਜੀ ਵੀ ਹੁਣ ਇਹਨੇ ਆਪਾਂ ਨੂੰ ਤਾਂ ਕਰਤਾ ਬੰਦ ਜੀ, ਤੇ ਆਪਾਂ ਕਿਉਂ ਨਾ ਕਰੀਏ ਵੀ ਆਪਾਂ ਹਰਿਆਣੇ 'ਚ ਜਾ ਕੇ, ਕਿਉਂਕਿ ਨਹੀਂ ਪੰਜਾਬ 'ਚ ਬੰਦ ਕੀਤਾ। ਤਾਂ ਉਹਨਾਂ ਨੇ ਮੈਨੂੰ ਇੱਕ ਵਰਡਿੰਗ ਬੜੀ ਵਧੀਆ ਲੱਗੀ, ਕਹਿੰਦੇ ਸਿੰਘ ਸਾਹਿਬ ਜੋ ਆਪਾਂ ਬੀੜਾ ਚੱਕਿਆ ਸੀ ਉਹ 'ਚ ਆਪਾਂ ਕਾਮਯਾਬ ਹੋ ਗਏ, ਕਿਉਂਕਿ ਇਹਨਾਂ ਨੂੰ ਆਪਣੀ ਸਾਖ ਬਚਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰੋਪਰ ਸਤਿਕਾਰ ਕਰਨਾ ਪੈਣਾ। ਦਿਲੋਂ ਕਰਨ ਨਾ ਕਰਨ, ਪਰ ਇਹਨਾਂ ਨੂੰ ਸਾਖ ਬਚਾਉਣ ਲਈ ਕਰਨਾ ਪੈਣਾ। ਔਰ ਆਪਣਾ ਤਾਂ ਇਹੀ ਬੀੜਾ ਸੀ। ਸੋ ਇਹਦਾ ਮੀਨ ਇਹ ਆ ਕਿ ਜਦੋਂ ਵੀ ਜੇ ਇੱਕ ਸੰਸਥਾ ਤੋਂ ਬਿਨਾਂ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਹੁੰਦੀ ਆ, ਉਹਦੇ ਵਿੱਚ ਚਾਂਸਸ ਹੈ ਮਿਸਟੇਕ ਹੋਣ ਦੇ। ਬਿਲਕੁਲ ਜੀ। ਮੈਂ ਵੀਰ ਜੀ ਤੁਹਾਨੂੰ ਇੱਕ ਦੱਸਦੇ ਹਾਂ ਕਿ ਮੇਰੇ ਕੋਲ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਪਏ ਨੇ, ਬੜੇ ਧਿਆਨ ਨਾਲ ਦੇਖਿਓ, ਉਹ ਤੁਹਾਨੂੰ ਡਿਸਪਲੇ ਕਰਨ ਲੱਗੇ ਆ। ਉਸ ਆ ਸਾਹਮਣੇ ਬਿਲਕੁਲ ਫਕੀਰ ਸਿੰਘ ਐਂਡ ਸੰਸ ਜਿਹੜੇ ਘੰਟਾ ਘਰ ਚੌਕ ਵਾਲੇ ਹੈ ਉਹਨਾਂ ਨੇ ਛਾਪੀ ਹੈ ਜੀ। ਥੱਲੇ ਕੀ ਲਿਖਿਆ ਹੈ ਕਿ ਭਾਈ ਜੀਵਨ ਸਿੰਘ ਜੀ ਦੇ ਸ਼੍ਰੀ ਗੁਰਮੁਖ ਪ੍ਰੈਸ ਅੰਮ੍ਰਿਤਸਰ ਵਿੱਚ ਛਾਪਣ ਦੀ ਸੇਵਾ ਕੀਤੀ ਤੇ ਇਹਦੀ ਸੁਧਾਈ ਕਿਹਨੇ ਕੀਤੀ? ਕੇਸਰ ਸਿੰਘ ਗਿਆਨੀ, ਸੰਪਰਦਾਈ ਟਕਸਾਲ, ਸ਼੍ਰੀਮਾਨ 108 ਸੰਤ ਗਿਆਨੀ ਅਮੀਰ ਸਿੰਘ ਜੀ ਮਹਾਰਾਜ। ਜਿਹੜਾ ਬੰਦਾ ਮਰ ਚੁੱਕਾ ਹੈ, ਹਾਰਟ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ। ਪਰ ਉਹ ਮਨੁੱਖ, ਮਰਿਆ ਹੋਇਆ ਮਨੁੱਖ ਦੀ ਬਕਾਇਦਾ ਨਾਂ ਲਿਖ ਰਿਹਾ 108 ਬ੍ਰਹਮ ਗਿਆਨੀ ਫਲਾਣਾ ਸਿੰਘ ਜੀ ਮਹਾਰਾਜ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਮਹਾਰਾਜ ਲਿਖਿਆ ਗਿਆ। ਜੇ ਉਦੋਂ ਲਿਖਿਆ ਗਿਆ ਤੇ ਆਉਣ ਵਾਲੇ ਸਮੇਂ 'ਚ ਕਿਉਂ ਨਹੀਂ ਲਿਖਿਆ ਜਾ ਸਕਦਾ? ਜਿਹੜੀ ਸੰਪਰਦਾ ਕਰੇਗੀ ਉਹਨੇ ਆਪਣੀ ਮੁਖੀ ਦਾ ਨਾਮ ਲਿਖਣਾ ਹੀ ਲਿਖਣਾ ਹੈ। ਕੌਣ ਰੋਕੇਗਾ? ਪਹਿਲਾਂ ਕਿਹਨੇ ਰੋਕ ਲਿਆ? ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਲਈ ਜੀ। ਸਾਨੂੰ ਤਾਂ ਜੀ ਉਦੋਂ ਇੱਕ ਸਰਪ੍ਰਾਈਜ਼ ਇਹ ਹੋਇਆ ਸੀ ਜੀ ਕਿ ਭਾਈ ਜੀਵਨ ਸਿੰਘ ਚਤਰ ਸਿੰਘ ਜਿਹੜੇ ਕਿ ਆਪਣੇ ਆਪ ਨੂੰ ਪੰਥ ਦੇ ਸਮਝਦੇ ਆ, ਜਿਹਨੂੰ ਕਿ ਅਸੀਂ ਕਹਿੰਦੇ ਕਿ ਉਹ ਤੋਂ ਸਿੱਖ ਧਰਮ ਦੀਆਂ ਬੁੱਕਾਂ ਮਿਲਦੀਆਂ, ਤੇ ਅਸੀਂ ਦੂਜੇ ਨੰਬਰ ਤੇ ਉਦੋਂ ਬਾਅਦ ਸਾਡਾ ਦੌਰਾ ਪਿਆ ਕਿ ਸਾਨੂੰ ਟੀਕਾ ਚਾਹੀਦਾ ਸੀ ਜੀ, ਤੇ ਉਹਦੇ ਲਈ ਸਾਨੂੰ ਜਾਣਾ ਪਿਆ। ਭਾਈ ਸਾਹਿਬ ਸਿੰਘ ਨੇ 5 ਸਾਲ ਦੀ ਮਿਹਨਤ ਤੋਂ ਬਾਅਦ ਜਦੋਂ ਤਿਆਰ ਕੀਤਾ ਤਾਂ ਸਾਡੀ ਸ਼੍ਰੋਮਣੀ ਕਮੇਟੀ ਨੇ ਛਪਾਈ ਕਰਨ ਤੋਂ ਜਵਾਬ ਦੇ ਦਿੱਤਾ। ਉਹਨੂੰ ਇੱਕ ਹਿੰਦੂ ਵੀਰ ਨੇ ਰੈਣਕ ਬਾਜ਼ਾਰ ਦੇ ਵਿੱਚ ਜਲੰਧਰ ਆਪਣੀ ਰਸੋਈ ਦੇ ਵਿੱਚ ਇੱਕ ਜਿਹੜੀ ਕਿ 10 ਬਾਈ 10 ਦੀ ਕੱਚੀ ਰਸੋਈ 'ਚ ਪ੍ਰੈਸ ਰੱਖੀ ਹੁੰਦੀ ਸੀ, ਪ੍ਰਿੰਟਿੰਗ, ਉਹਦੇ ਤੇ ਉਹਦੀ ਛਪਾਈ ਕੀਤੀ ਔਰ ਸਾਨੂੰ ਫਿਰ ਮੌਕਾ ਮਿਲਿਆ ਉੱਥੇ ਜਾਣ ਦਾ। ਜੀ ਜੀ ਉਹ ਜੀ। ਬੰਦਾ ਬੜੇ ਵੱਡਾ ਮਹਿਲ ਜਿੱਡਾ ਉਹਦਾ ਘਰ ਆ, ਪਰ ਉਹ ਕੱਚੀ ਰਸੋਈ, ਉਹ ਘਰ ਦੇ ਗੱਭੇ। ਔਰ ਉੱਥੇ ਜਦੋਂ ਅਸੀਂ ਗਏ ਉਹ ਸਾਰੀਆਂ ਪੋਥੀਆਂ ਦੇ ਉੱਤੇ
ਬਕਾਇਦਾ ਕਵਰ ਚਾੜ ਕੇ ਉਹਨਾਂ ਨੂੰ ਸ਼ੈਲਫਾਂ ਤੇ ਉੱਤੇ ਰੱਖਿਆ ਗਿਆ ਪੂਰੀ ਮਰਿਆਦਾ ਨਾਲ। ਮੈਨੂੰ ਪਰ ਚੇਤੇ- ਜਦੋਂ ਮੈਂ ਉਹਨੂੰ ਕੁਐਸਚਨ ਕੀਤਾ, ਮੈਂ ਕਿਹਾ ਜੀ ਕੱਚੀ ਰਸੋਈ, ਇਹ ਕਹਿੰਦਾ ਮੈਂ ਰੱਖੀ ਆਪਣੇ ਨਿਆਣਿਆਂ ਨੂੰ ਔਕਾਤ ਦੱਸਣ ਲਈ ਕਿ ਇਹ ਸਾਡੀ ਔਕਾਤ ਸੀ, ਤੇ ਇਹ ਗੁਰੂ ਦੀ ਜੀ। ਸਿਪਾਹੀ ਕਰਨ ਤੋਂ ਬਾਅਦ ਅੱਜ ਮੈਂ ਰਣਕ ਬਾਜ਼ਾਰ 25% ਦਾ ਮਾਲਕ ਹਾਂ। ਬਹੁਤ ਧੰਨਵਾਦ ਜੀ ਤੁਹਾਡਾ ਕਾਲ ਕਰਨ ਲਈ। ਬਿਲਕੁਲ ਜੀ, ਇਹ ਸੱਚਾਈ ਹੈ ਜੀ। ਸਾਡਾ ਅਸਲ ਦੇ ਵਿੱਚ ਨਾ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਹੈ, ਸਾਡੇ ਨਾਲ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਜਿਹੜੇ ਮੁੱਖ ਸੇਵਾਦਾਰ ਨੇ ਨੌਜਵਾਨ ਮਨਿੰਦਰ ਸਿੰਘ, ਜਿਹੜੇ ਸਾਡੇ ਯੂਥ ਨੂੰ ਵੀ ਇੱਕ ਬੜੀ ਵਧੀਆ ਡਾਇਰੈਕਸ਼ਨ ਦਿੰਦੇ ਨੇ, ਉਹ ਵੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਉਹਨਾਂ ਨੂੰ ਵੀ ਆਪਾਂ ਗੱਲਬਾਤ ਕਰਾਂਗੇ ਕਿ ਉਹਨਾਂ ਵੱਲੋਂ ਕੀ ਪ੍ਰਤੀਕਰਮ ਹੈ, ਉਹਨਾਂ ਦਾ ਪ੍ਰਤੀਕਰਮ ਕੀ ਹੈ। ਜਿਹੜੀਆਂ 8 ਸੁਸਾਇਟੀਆਂ ਦਾ ਮੈਂ ਜ਼ਿਕਰ ਕੀਤਾ ਹੈ, ਅੱਜ ਇਹ 8 ਸੁਸਾਇਟੀਆਂ ਵਿਰੋਧ ਕਰ ਰਹੀਆਂ ਨੇ। ਇਹੀ 8 ਸੁਸਾਇਟੀਆਂ ਵੱਲੋਂ ਲੈਟਰ ਦਿੱਤੇ ਗਏ ਨੇ ਪਹਿਲਾਂ ਇਹਨਾਂ ਨੂੰ ਪ੍ਰਿੰਟ ਕਰਨ ਦੇ ਲਈ। ਪਰ ਇੱਕ ਗੱਲ ਕੁਲਦੀਪ ਸਿੰਘ ਜੀ ਮੈਨੂੰ ਬੜੀ ਹੈਰਾਨ ਕੀਤੀ, ਕੱਲ ਜਦੋਂ ਅਸੀਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸੀ ਵੈਂਕੂਵਰ ਖਾਲਸਾ ਦੀਵਾਨ ਸੁਸਾਇਟੀ ਦੇ ਵਿੱਚ, ਉਹਨਾਂ ਵਿੱਚੋਂ ਉਹਨਾਂ ਸੁਸਾਇਟੀਆਂ ਨੂੰ ਪਤਾ ਹੀ ਨਹੀਂ, ਕੋਈ ਪ੍ਰੈਸ ਕਾਨਫਰੰਸ ਨਹੀਂ ਹੋਈ, ਕਿਸੇ ਮੀਡੀਆ ਨੂੰ ਨਹੀਂ ਪਤਾ ਕਿ ਸਰੀ ਦੇ ਵਿੱਚ ਪ੍ਰੈਸ ਲੱਗ ਰਹੀ ਆ ਜਿੱਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਹੋਣ ਜਾ ਰਹੀ ਹੈ। ਬੀੜਾਂ ਇੱਥੇ ਛਪਿਆ ਕਰਨਗੀਆਂ, ਇੱਥੇ ਛਪਾਈ ਹੋਵੇਗੀ, ਕੋਈ ਪ੍ਰੈਸ ਨੂੰ ਰਿਲੀਜ਼ ਨਹੀਂ ਦਿੱਤੀ, ਮੀਡੀਆ ਕੋ ਕੋਈ ਖਬਰ ਨਹੀਂ ਆਈ। ਇੱਕ ਮੇਰੇ ਖਿਆਲ ਨਿਊਜ਼ਪੇਪਰ ਦੇ ਵਿੱਚ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀਗੀ, ਉਹਦੇ ਵਿੱਚ ਇੱਕ ਆਰਟੀਕਲ ਆਇਆ ਸੀ ਹਰਕੀਰਤ ਸਿੰਘ ਹੋਣਾ ਵੱਲੋਂ ਜਿਹੜਾ। ਪਰ ਇੱਕ ਤੁਹਾਨੂੰ ਹੋਰ ਦੱਸ ਦਿਆਂ ਮੈਂ ਜੀ ਕਲੀਅਰ ਸ਼ਬਦਾਂ ਦੇ ਵਿੱਚ ਕਿ ਜਦੋਂ ਮੀਟਿੰਗ ਹੋਈ ਹੈ, ਮੀਟਿੰਗ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੋਇਆ ਕਿ ਬਾਹਰ ਇਹਦਾ ਮੀਡੀਆ ਨੂੰ ਪਤਾ ਨਾ ਲੱਗਾ। ਮੈਨੂੰ ਇਹ ਵੀ ਪਤਾ ਲੱਗਾ, ਮੀਡੀਆ ਨੂੰ ਪਤਾ ਨਾ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਮੀਡੀਆ ਨੂੰ ਪਤਾ ਨਾ ਵੀ ਲੱਗੇ, ਕਿਸੇ ਤਰੀਕੇ ਨਾਲ ਬਾਹਰ ਗੱਲ ਨਿਕਲੀ ਨਹੀਂ। ਇਸੇ ਕਰਕੇ ਪ੍ਰੋਬਲਮ ਜਿਹੜੀ ਸਾਡੀ ਸਭ ਤੋਂ ਵੱਡੀ ਆ ਰਹੀ। ਅਸੀਂ ਸਪਸ਼ਟ ਕਲੀਅਰ ਕਹੀਏ ਕਿ ਯੈਸ ਸਾਡਾ ਫੈਸਲਾ ਇਹ ਹੈ ਔਰ ਇਸ ਤੇ ਅਸੀਂ ਖੜੇ ਹਾਂ। ਸਾਡੇ ਨਾਲ ਇੱਕ ਕਾਲਰ ਨੇ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਪ੍ਰੋਫੈਸਰ ਸੁਰਜੀਤ ਸਿੰਘ ਨਨੂਆ ਬੋਲ ਰਿਹਾ ਜੀ ਸੈਨਹੋਤੇ ਤੋਂ। ਹਾਂਜੀ ਪ੍ਰੋਫੈਸਰ ਸਾਹਿਬ, ਜਿਹੜਾ ਨਾ ਸਤਿਕਾਰ ਦੇ ਬਾਰੇ ਗੱਲਬਾਤ ਕਰਦੇ ਆ ਨਾ, ਮਾਨ ਸਨਮਾਨ ਦੇ ਬਾਰੇ, ਸਤਿਕਾਰ ਦੇ ਬਾਰੇ ਕਿ ਅਸੀਂ ਕਰ ਨਹੀਂ ਰਹੇ, ਉਹਦੇ ਬਾਰੇ ਇੱਕ ਵਿਚਾਰ ਹੈ, ਜੇਕਰ ਤੁਹਾਨੂੰ ਪਸੰਦ ਆ ਜਾਵੇ ਆ ਸੰਗਤ ਨੂੰ। ਬਿਲਕੁਲ ਜੀ ਜ਼ਰੂਰ। ਹਾਂਜੀ, ਇਹ ਇਸ ਤਰ੍ਹਾਂ ਹੈ ਕਿ ਜਿਵੇਂ ਜਦੋਂ ਨਾ ਗ੍ਰੰਥ ਸਾਹਿਬ ਦੀ ਲਿਖਾਈ ਭਾਈ ਗੁਰਦਾਸ ਜੀ ਵਗੈਰਾ ਕਰਕੇ ਤਿਆਰ ਕਰ ਲਿਆ ਸੀ, ਫਿਰ ਉਸ ਤੋਂ ਬਾਅਦ ਉਹਨੂੰ ਜਿਲਦਬੰਦੀ ਦੇ ਵਾਸਤੇ ਕਿਤੇ ਭੇਜਿਆ ਗਿਆ ਸੀ ਲਾਹੌਰ ਸਾਈਡ ਜੀ। ਆਵਾਜ਼ ਮੇਰੀ ਇੱਕੋ ਕਰਦੀ ਹੈ, ਤੁਹਾਡੀ ਵੀ ਕਰਦੀ ਹੈ? ਕੋਈ ਨਹੀਂ ਤੁਸੀਂ ਦੱਸੋ, ਗੱਲ ਕਰੋ। ਹਾਂ ਤੁਹਾਡੀ ਆਵਾਜ਼ ਜੀ ਠੀਕ ਹੈ। ਅੱਛਾ, ਉਹ ਉੱਥੇ ਭੇਜਿਆ ਸੀ ਜਿਵੇਂ, ਹੁਣ ਜਿਸ ਹਿਸਾਬ ਦੇ ਨਾਲ ਭੇਜਿਆ ਸੀ, ਫਿਰ ਉਸ ਤੋਂ ਬਾਅਦ ਜਿਲਦਬੰਦੀ ਹੋ ਕੇ ਫਿਰ ਵਾਪਸ ਆਇਆ ਸੀ, ਹੈ ਨਾ। ਫਿਰ ਉਸ ਤੋਂ ਬਾਅਦ ਬਾਬਾ ਬੁੱਢਾ ਜੀ ਲੈ ਕੇ ਗਏ ਸੀ, ਫਿਰ ਉੱਥੇ ਜਾ ਕੇ ਉਹਨਾਂ ਨੂੰ ਡੈਜ਼ੀਨੇਟਡ ਕੀਤਾ ਗਿਆ ਸੀ। ਉੱਥੇ ਜਾ ਕੇ ਫਿਰ ਅਰਦਾਸ ਕੀਤੀ ਗਈ ਸੀ, ਜੋ ਵੀ ਕੀਤਾ ਗਿਆ ਸੀ, ਕਾਰਵਾਈ ਕੀਤੀ ਗਈ ਸੀ, ਹੈ ਨਾ ਜੀ। ਅੱਛਾ, ਜੇਕਰ ਫਿਰ ਦੂਜੀ ਵਾਰ ਆਪਾਂ ਗੱਲ ਕਰੀਏ ਕਿ ਗੁਰੂ ਸਾਹਿਬ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਦੋਂ ਉਦੋਂ ਵੀ 5 ਸਿੰਘਾਂ ਨੂੰ ਪਹਿਲਾਂ ਉਹਨਾਂ ਨੇ ਅੰਮ੍ਰਿਤ ਛਕਾਤਾ ਸੀ ਜੀ, ਫਿਰ ਗੁਰੂ ਸਾਹਿਬ ਨੂੰ ਵੀ ਉਹਨਾਂ ਨੇ ਛਕਾਇਆ ਸੀ, ਹੈ ਨਾ ਜੀ। ਵੀ ਇੱਕ ਕਾਰਵਾਈ ਹੈ ਜਿਹੜੀ, ਜੇਕਰ ਆਪਾਂ ਇਸ ਤਰ੍ਹਾਂ ਦੀ ਕਾਰਵਾਈ ਮੰਨ ਲਈਏ, ਜੇਕਰ ਪਹਿਲਾਂ ਪ੍ਰਕਾਸ਼ਨ ਹੁੰਦਾ ਹੈ, ਜਿੱਥੇ ਪ੍ਰਕਾਸ਼ਨ ਹੋਵੇ ਜਾਂ ਜਿਵੇਂ ਆਪਰੇਸ਼ਨ ਹੁੰਦਾ ਹੋਵੇ ਬੀਬੀਆਂ ਦਾ ਜਾਂ ਕੋਈ ਹੋਰ ਚੀਜ਼ ਹੋਵੇ, ਉਹ ਨਾ ਇਹੋ ਜਿਹੀਆਂ ਚੀਜ਼ਾਂ ਜਾਂ ਖਾਣ ਪੀਣ ਦਾ ਹੁੰਦਾ, ਉਹ ਉਹਨਾਂ ਨੂੰ ਕਹਿ ਦਿੰਦੇ ਆਪਾਂ ਵੀ ਉੱਥੇ ਜਾ ਨਹੀਂ ਸਕਦਾ ਆਮ ਬੰਦਾ ਕੋਈ ਜੀ, ਕਿਉਂਕਿ ਹਰ ਇੱਕ ਬੰਦਾ ਉਸ ਤਰੀਕੇ ਦੇ ਨਾਲ ਉਸ ਬੀਬੀ ਦਾ ਸਤਿਕਾਰ ਨਹੀਂ ਕਰ ਸਕਦਾ, ਉਸ ਖਾਣੇ ਦਾ ਸਤਿਕਾਰ ਨਹੀਂ ਕਰ ਸਕਦਾ, ਕਈ ਹੱਥਾਂ ਨਾਲ। ਤੁਸੀਂ ਜਿਹੜੀ ਸਰਦਾਰ ਸੁਰਜੀਤ ਸਿੰਘ ਜੀ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਇੱਥੇ ਛਪ ਰਹੀਆਂ ਨੇ, ਉਹਦੇ ਬਾਬਤ ਤੁਹਾਡਾ ਕੀ ਪ੍ਰਤੀਕਰਮ ਹੈ ਕਿ ਇੱਥੇ ਛਪਣੀਆਂ ਚਾਹੀਦੀਆਂ ਜਾਂ ਨਹੀਂ ਜੀ? ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਬਤ? ਮੇਰਾ ਵਿਚਾਰ ਇਹ ਹੈ ਕਿ ਮਤਲਬ ਜਿਵੇਂ ਹੁਣ ਇਹਨਾਂ ਨੇ ਦੱਸਿਆ ਸੀ ਨਾ ਕਿ ਆਖਰ ਸ਼ਿਫਟਿੰਗ ਤੱਕ ਮੋਡ ਆਫ ਕਨਵੈਂਸ ਤਾਂ ਕੋਈ ਵਰਤਣਾ ਹੀ ਪੈਣਾ। ਬਿਲਕੁਲ ਜੀ, ਵਰਤਣਾ ਹੋ ਗਿਆ ਮੋਡ ਆਫ ਕਨਵੈਂਸ, ਉਹ ਤਾਂ ਅਸੀਂ ਕਰ ਲਾਂਗੇ ਗੱਡੀ 'ਚ। ਹਾਂਜੀ, ਇੱਕ ਸਟੇਜ ਤੇ ਸਾਨੂੰ ਉਹਨਾਂ ਨੂੰ ਲੈ ਕੇ ਆਉਣਾ ਪੈਣਾ ਜਹਾਜ਼। ਜੇਕਰ ਲੈ ਕੇ ਆ ਜਾਈਏ ਤੇ ਫਿਰ ਆਪਾਂ ਇੱਥੇ ਆ ਕੇ ਉਹਨਾਂ ਦਾ ਦੁਬਾਰਾ ਡੈਜ਼ੀਨੇਸ਼ਨ ਜਿਵੇਂ ਕੀਤਾ ਸੀ ਗੁਰੂ ਸਾਹਿਬ ਨੇ, ਇਸ ਤਰੀਕੇ ਦੇ ਨਾਲ ਪੰਥ ਕਰ ਲਵੇ, ਫੇਰ ਅੱਗੇ ਜਾ ਕੇ ਸਤਿਕਾਰ ਕਰਨਾ ਸ਼ੁਰੂ ਕਰ ਦਈਏ। ਮੈਨੂੰ ਲੱਗਦਾ ਇਹਦੇ ਨਾਲ ਸਮੱਸਿਆ ਦਾ ਕਾਫੀ ਹੱਲ ਹੋ ਜਾਵੇ। ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਦੇ ਲਈ। ਥੈਂਕ ਯੂ ਤੁਹਾਡਾ ਸੁਰਜੀਤ ਸਿੰਘ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਅਸਲ 'ਚ ਇਹ ਹੈ, ਵਾਹਿਗੁਰੂ ਜੀ ਕੀ ਫਤਿਹ,
ਮੁਸ਼ਕਲ ਇਹ ਹੋ ਰਹੀ ਹੈ ਕਿ ਕਈ ਜਥੇਬੰਦੀਆਂ ਨੂੰ ਇਸ ਗੱਲੋਂ ਵੀ ਇਤਰਾਜ਼ ਹੈ ਕਿ ਇੱਕ ਵਿਅਕਤੀ ਹੀ ਕਿਉਂ ਕਰੇ। ਸਾਰੀਆਂ ਜਥੇਬੰਦੀਆਂ ਸਾਡੇ ਕੋਲ ਤਕਰੀਬਨ 3 ਦਰਜਨ ਤੋਂ ਵੱਧ ਸਿਰਫ ਇੱਥੇ ਗੁਰਦੁਆਰੇ ਨੇ ਸਾਡੇ ਲੋਅਰ ਮੇਨਲੈਂਡ ਦੇ ਵਿੱਚ, ਗੱਲ ਕਰੀਏ ਸਾਰੇ ਜੋੜ ਕੇ, ਤੇ ਕੈਨੇਡਾ ਦੇ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਸਾਡੇ ਕੋਲ ਗੁਰਦੁਆਰਾ ਸਾਹਿਬਾਨ ਨੇ। ਅੱਛਾ ਜੀ, ਕੱਲ ਇੱਕ ਗੱਲ ਜਿਹੜੀ ਹੋਰ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੀ ਗਈ ਸੀ ਜੀ ਕਿ ਜਦੋਂ ਗੁਰੂ ਸਾਹਿਬ ਦੇ ਸਰੂਪ ਉਦੋਂ ਲਿਆਂਦੇ ਗਏ ਸੀ ਕੰਟੇਨਰ ਦੇ ਵਿੱਚ, ਕਹਿੰਦੇ ਮੋਇਸਚਰਾਈਜ਼ਰ ਹੋ ਗਿਆ ਸੀ, ਬੇਅਦਬੀ ਹੋਈ ਸੀ, ਕਿ ਤੁਸੀਂ ਵੀ ਗਏ ਸੀ, ਕਿ ਇਹ ਗੱਲ ਵਾਕਿਆ ਹੀ ਹੋਈ ਸੀ? ਇਹ ਅਸਲ ਦੇ ਵਿੱਚ ਮੇਰੇ ਨਾਲ ਸਰਦਾਰ ਅਮਰਪਾਲ ਸਿੰਘ ਜਿਹੜੇ ਪੰਜਾਬ ਟਾਈਮਜ਼ ਦੇ ਸੰਪਾਦਕ ਨੇ ਜੀ, ਮੈਨੂੰ ਉਹਨਾਂ ਵੱਲੋਂ ਫੋਨ ਆਇਆ ਸੀ ਕਿ ਜਾਣਾ ਹੈ। ਮੈਂ ਉਪਰਾਲਾ ਕੀਤਾ ਕਿ ਕਿਸੇ ਨਾ ਕਿਸੇ ਤਰੀਕੇ ਉੱਥੇ ਪਹੁੰਚਿਆ ਜਾਵੇ। ਜਦੋਂ ਮੈਂ ਆਪਣੇ ਲੈਵਲ ਦੇ ਕੋਸ਼ਿਸ਼ ਕੀਤੀ ਤੇ ਅੰਦਰ ਜਾਣ ਨਹੀਂ ਦਿੱਤਾ ਗਿਆ। ਉਹ ਕਹਿੰਦੇ ਵੀ ਨਹੀਂ, ਸਿਰਫ ਜੇ ਕੋਈ ਆਈਡੀ ਹੈ ਜਾਂ ਇੰਪਲਾਈਜ਼ ਨੇ ਉਹੀ ਅੰਦਰ ਆ ਸਕਦੇ ਹੋ, ਤੁਸੀਂ ਨਹੀਂ ਆ ਸਕਦੇ, ਤੁਹਾਡੇ ਨਾਂ ਤੇ ਉਹ ਸ਼ਿਪਮੈਂਟ ਨਹੀਂ ਆਈ, ਸੋ ਯੂ ਆਰ ਨਾਟ ਆਥੋਰਾਈਜ਼ਡ। ਈਵਨ ਮੈਂ ਮੀਡੀਆ ਵੀ ਕਿਹਾ, ਉਹਨਾਂ ਨੇ ਜਾਣ ਨਹੀਂ ਦਿੱਤਾ। ਸੋ ਇਸ ਕਰਕੇ ਅਸੀਂ ਜਾ ਨਾ ਸਕੇ, ਕਿਉਂਕਿ ਅੰਦਰ ਕਿਸੇ ਨੂੰ ਜਾਣ ਨਹੀਂ ਸੀ ਦਿੱਤਾ ਗਿਆ। ਜਿਹੜੇ ਲੋਕ ਗਏ ਨੇ, ਜਿਹੜੇ ਉੱਥੇ ਕੰਮ ਕਰਦੇ ਸੀ ਯਾਰਡ ਦੇ ਵਿੱਚ, ਉਹਨਾਂ ਨੇ ਜ਼ਰੂਰ ਦੇਖਿਆ ਕਿ ਸਾਨੂੰ ਇਸ ਤਰ੍ਹਾਂ ਲੱਗਾ ਕਿ 5 ਦਿਨਾਂ ਤੋਂ ਇਹ ਜਿਹੜਾ ਕੰਟੇਨਰ ਹੈ ਇੱਥੇ ਪਿਆ, ਇੱਥੇ ਕੋਈ ਨਾ ਕੋਈ ਮੁਸ਼ਕਲ ਹੋਈ ਹੈ। ਔਰ ਬਾਕਾਇਦਾ ਜਥੇਬੰਦੀਆਂ ਨੇ ਰਿਪਦਮਨ ਸਿੰਘ ਮਲਕ ਉਹਨਾਂ ਨੂੰ ਫੋਨ ਵੀ ਕੀਤਾ ਕਿ 5 ਦਿਨ ਹੋ ਗਏ ਨੇ, ਇੰਨੀ ਡਿਲੇ ਕਿਉਂ ਹੋ ਰਹੀ ਹੈ? ਕਿਉਂਕਿ 7 ਅਕਤੂਬਰ ਨੂੰ ਜਿਹੜਾ ਫੰਕਸ਼ਨ ਰੱਖਿਆ ਗਿਆ ਸੀ ਖਾਲਸਾ ਸਕੂਲ ਨਿਊਟਨ ਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਇੱਥੇ ਆ ਜਾ ਫਲਾਣੀ ਤਰੀਕ ਨੂੰ ਆ ਜਾਣੇ ਨੇ। ਉਸ ਤੋਂ ਬਾਅਦ ਜਿਵੇਂ ਮੈਂ ਜ਼ਿਕਰ ਕੀਤਾ ਹੈ ਕਿ ਸਰਦਾਰ ਰੂਪ ਸਿੰਘ ਜਨਰਲ ਸਕੱਤਰ, ਸਰਦਾਰ ਦਲਮੇਘ ਸਿੰਘ ਸਕੱਤਰ, ਬਲਵਿੰਦਰ ਸਿੰਘ ਜੌੜਾ ਤੇ ਮਨਜੀਤ ਸਿੰਘ ਜੀਕੇ, ਇਹ ਲਗਾਤਾਰ 4 ਤਰੀਕ ਤੋਂ 3 ਤਰੀਕ ਤੋਂ ਲੈ ਕੇ 7 ਤੱਕ ਸਾਰੇ ਪਹੁੰਚ ਚੁੱਕੇ ਸਨ ਤਾਂ ਜੋ ਇਹਦਾ ਸਮਾਗਮ ਇੱਕ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ। ਪਰੰਤੂ ਕੁਝ ਜਥੇਬੰਦੀਆਂ ਉੱਥੇ ਪਹੁੰਚੀਆਂ, ਸਕੂਲਾਂ ਦੇ ਬੱਚੇ ਵੀ ਆਏ, ਬੜੇ ਵਧੀਆ ਸਤਿਕਾਰ ਦੇ ਨਾਲ ਉਹਨਾਂ ਬੀੜਾਂ ਨੂੰ ਉੱਥੋਂ ਲਿਆ ਕੇ ਉਹਨੇ ਸਿੰਘਾਂ ਦਾ ਇੰਤਜ਼ਾਮ ਕੀਤਾ ਗਿਆ ਕਿ ਹਰੇਕ ਸਿੰਘ ਇੱਕ ਬੀੜ ਹੈ ਜਿਹੜੀ ਉਹ ਆਪਣੇ ਸਤਿਕਾਰ ਦੇ ਨਾਲ ਇੱਥੇ ਲੈ ਕੇ ਆਵੇ। ਔਰ ਉਹਨਾਂ ਦਾ ਬਾਕਾਇਦਾ ਇੰਨੀਆਂ ਕੁ ਬੀੜਾਂ ਇੱਥੇ ਰੱਖੀਆਂ ਗਈਆਂ, ਕੁਝ ਬੀੜਾਂ ਅਲੱਗ-ਅਲੱਗ ਥਾਵਾਂ ਦੇ ਉੱਤੇ ਵੰਡ ਕੇ, ਕਿਉਂਕਿ 414 ਬੀੜਾਂ ਦਾ ਐਟ ਏ ਟਾਈਮ ਇੰਤਜ਼ਾਮ ਕਰਨਾ ਬੜਾ ਔਖਾ ਸੀ। ਤੇ ਅਗਲੇ ਦਿਨ ਜਿਹੜੀਆਂ ਬੀੜਾਂ ਹਿਊਸਟਨ ਤੇ ਲਾਸ ਐਂਜਲਸ ਵਿੱਚ ਜਾਣੀਆਂ ਸੀ, ਉਹਨਾਂ ਵਾਸਤੇ ਅਗਲੇ ਦਿਨ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਸੀ ਕਿ ਬਾਕਾਇਦਾ ਇੱਕ ਬੱਸ ਤਿਆਰ ਕੀਤੀ ਗਈ ਸੀ, ਉਹਦੇ ਵਿੱਚ ਉਹ ਜਾ ਕੇ ਬੀੜਾਂ ਪਹੁੰਚਾਈ ਜਾਣ। ਪਰੰਤੂ ਫਿਰ ਵੀ ਕਿਤੇ ਨਾ ਕਿਤੇ ਮਨ ਦੇ ਵਿੱਚ, ਜਥੇਬੰਦੀਆਂ ਦੇ ਮਨ 'ਚ ਰਹਿ ਗਈ ਕਿ ਸ਼ਾਇਦ ਇਹ ਸਾਰੇ ਕੁਝ ਦਾ ਲਾਹਾ ਸਮਝ ਲਓ ਜਾਂ ਕਿਤੇ ਨਾ ਕਿਤੇ ਗਲਤੀ ਹੋ ਸਕਦੀ ਹੈ। ਉਸ ਗਲਤੀ ਦੇ ਵਿੱਚ ਹੋ ਸਕਦਾ ਕਿ ਜਿਹੜਾ ਸਰਦਾਰ ਰਿਪਦਮਨ ਸਿੰਘ ਮਲਕ ਹੁਣੀ ਬੀੜਾਂ ਛਾਪਣ ਦਾ ਕੰਮ ਕਰ ਰਹੇ ਨੇ, ਛਪਾਈ ਦਾ ਕੰਮ ਕਰ ਰਹੇ ਨੇ, ਜਾਂ ਤਾਂ ਇਹ ਕਿਹਾ ਜਾਵੇ ਕਿ ਉਹਨਾਂ ਨੂੰ ਬਾਕਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ PDF ਫਾਈਲਾਂ ਦੀ ਕਾਪੀ ਮਿਲ ਚੁੱਕੀ ਹੈ, ਸਿਰਫ ਉਹ PDF ਹੈ ਜਿਹੜੀ ਉਹਨੂੰ ਕਨਵਰਟ ਕਰਕੇ ਤੇ ਪ੍ਰਿੰਟ ਕਰਨਾ ਹੈ। ਦੈਟਸ ਅ ਡਿਫਰੈਂਟ ਸਟੋਰੀ। ਪਰੰਤੂ ਇਹ ਤਾਂ ਹੋਇਆ ਨਹੀਂ। ਜਦੋਂ ਬੀੜਾਂ ਛਾਪੀਆਂ ਗਈਆਂ ਨੇ, ਬੀੜਾਂ ਛਪ ਚੁੱਕੀਆਂ ਨੇ, ਤਕਰੀਬਨ 2 ਦਰਜਨ ਤੋਂ ਵੱਧ ਬੀੜਾਂ ਛਪੀਆਂ ਨੇ, ਉਹਦੇ ਵਿੱਚ ਗਲਤੀਆਂ ਵੀ ਹੋਈਆਂ ਨੇ। ਕਿਉਂਕਿ ਡਾਕਟਰ ਜਗਜੀਤ ਸਿੰਘ ਸਾਇੰਟਿਸਟ ਨੇ, ਮੇਰੇ ਬੜੇ ਅੱਛੇ ਦੋਸਤ ਨੇ, ਉਹਨਾਂ ਨੇ ਸਕੈਨਰ ਲਿਆਂਦਾ ਪਿਛਲੇ ਦਿਨੀ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਉਹਨਾਂ ਦਾ ਜਿਹੜਾ ਵਾਈਟ ਪੇਪਰ ਸੀ ਉਹਨੂੰ ਕਨਵਰਟ ਕਰਨਾ ਸੀ। ਕਨਵਰਟ ਕਰਨ ਲੱਗਿਆ ਉਹ ਜਿਹੜਾ ਸਕੈਨਰ ਸੀ, ਕੁਝ ਕੁ ਪੇਪਰ, ਮੈਂ ਟੈਕਨੀਕਲੀ ਇਹਨਾਂ ਮਾਹਰ ਨਹੀਂ ਹਾਂ, ਉਹ ਮਾਹਰ ਨੇ, ਉਹ ਕੁਝ ਕੁ ਵਰਡ ਜਿਹੜੇ ਸੀ ਉਹਨਾਂ ਨੂੰ ਪਿਕ ਨਹੀਂ ਸੀ ਕਰ ਰਹੇ। ਜਿਵੇਂ 1634 ਆਪਣਾ ਰੋਮਨ ਦੇ ਵਿੱਚ ਲਿਖਿਆ ਹੁੰਦਾ ਹੈ, ਜਾਂ ਗੁਰਮੁਖੀ ਦੇ ਵਿੱਚ ਜਿਹੜੇ ਅੱਖਰ ਲਿਖੇ ਨੇ ਉਹ ਨਹੀਂ ਸੀ ਪਿਕ ਕਰ ਰਿਹਾ। ਸੋ ਉੱਥੇ ਗਲਤੀ ਆ ਰਹੀ ਸੀ। ਸੋ ਇਸੇ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੀੜਾਂ ਇੱਥੇ ਪ੍ਰਕਾਸ਼ਿਤ ਹੋਈਆਂ ਨੇ, ਉਹਦੇ ਵਿੱਚ ਕੁਝ ਗਲਤੀਆਂ ਹੋਈਆਂ ਨੇ, ਉਹਨਾਂ ਗਲਤੀਆਂ ਦੀ ਸੁਧਾਈ ਕਰਕੇ ਫਿਰ ਦੁਬਾਰਾ ਨਵੇਂ ਸਿਰਿਓਂ ਉਹ ਬੀੜਾਂ ਛਾਪੀਆਂ ਗਈਆਂ ਨੇ। ਪਰ ਆਪਾਂ ਗੱਲਬਾਤ ਨਾਲ ਕਰਦੇ ਹਾਂ। ਸਾਡੇ ਨਾਲ ਸਾਡੀ ਕਮਿਊਨਿਟੀ ਦੀ ਸਤਿਕਾਰਯੋਗ ਸ਼ਖਸੀਅਤ ਸਰਦਾਰ ਮਨਿੰਦਰ ਸਿੰਘ ਜਿਹੜੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਮੁੱਖ ਸੇਵਾਦਾਰ ਨੇ, ਤੇ 8 ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਸਪੋਕਸਪਰਸਨ ਵੀ ਨੇ। ਉਹਨਾਂ ਨਾਲ ਆਪਾਂ ਕੁਝ ਸਮੇਂ ਬਾਅਦ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਪ੍ਰਤੀਕਰਮ ਕੀ ਹੈ, ਕਿਉਂਕਿ ਜ਼ਰੂਰੀ ਹੈ। ਸਾਡੀ ਕਮਿਊਨਿਟੀ ਦਾ ਇੱਕ ਮੁੱਦਾ ਹੈ, ਬੜਾ ਜ਼ਰੂਰੀ ਮੁੱਦਾ ਹੈ। ਜਿਵੇਂ ਗੱਲ ਕਰ ਰਹੇ ਸੀ ਸਰਦਾਰ ਮਲਕੀਤ ਸਿੰਘ ਧਾਮੀ ਹੁਣੀ ਕਿ ਅੱਜ ਇੱਥੇ ਬੀੜਾਂ ਛਾਪਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਕੱਲ ਅਮਰੀਕਾ ਵਾਲੇ ਮੰਗਣਗੇ ਜੀ, ਪਰਸੋਂ ਅਫਰੀਕਾ ਵਾਲੇ ਮੰਗਣਗੇ, ਚੌਥੇ ਇੰਗਲੈਂਡ ਵਾਲੇ ਕਹਿਣਗੇ ਕਿ ਸਾਨੂੰ ਵੀ ਇਜਾਜ਼ਤ ਦਿੱਤੀ ਜਾਵੇ। ਜੇ ਸਰੀ 'ਚ ਹੋ ਸਕਦੀ ਹੈ ਦੂਜੇ ਪੰਜਾਬ ਦੇ ਵਿੱਚ, ਸਾਨੂੰ ਕਿਉਂ ਨਹੀਂ? ਹਰ ਮੁਲਕ ਆਪਣੀਆਂ ਅਲੱਗ-ਅਲੱਗ ਬੀੜਾਂ ਛਾਪੇਗਾ।
ਜੇ ਇੱਕ ਕਾਨੂੰਨ ਨਹੀਂ, ਇੱਕ ਵਿਧੀ ਨਹੀਂ, ਇੱਕ ਵਿਧਾਨ ਨਹੀਂ, ਤੇ ਬੀੜਾਂ ਛਾਪਣ ਦੇ ਵਿੱਚ ਜਿਹੜੀ ਬੀੜ ਫਕੀਰ ਸਿੰਘ ਐਂਡ ਸੰਸ ਵੱਲੋਂ ਛਾਪੀ ਗਈ ਹੈ 70 ਸਾਲ ਪਹਿਲਾਂ, ਉਹੀ ਗਲਤੀਆਂ ਹੋਣਗੀਆਂ। ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ 5 ਤਖਤਾਂ ਦੇ ਜਥੇਦਾਰ ਉਹਨੂੰ ਲਿਖ ਰਹੇ ਨੇ ਤੇ ਇੰਡੋਰਸ ਕਰ ਰਹੇ ਨੇ। ਜਦੋਂ ਪੰਜਾਂ ਨਾਲ ਮੇਰੀ ਗੱਲਬਾਤ ਹੁੰਦੀ ਹੈ, ਜਥੇਦਾਰ ਭਾਈ ਰਣਜੀਤ ਸਿੰਘ, ਜਥੇਦਾਰ ਗਿਆਨੀ ਕੇਵਲ ਸਿੰਘ, ਜਥੇਦਾਰ ਭਾਈ ਮਨਜੀਤ ਸਿੰਘ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਤੇ ਜਥੇਦਾਰ ਕੇਵਲ ਸਿੰਘ, ਸਵਾਏ ਜੋਗਿੰਦਰ ਸਿੰਘ ਵੇਦਾਂਤੀ ਜਿਹੜਾ ਸੰਪਾਦਕ ਹੈ ਉਸ ਕਿਤਾਬ ਦਾ, ਉਹ ਤਾਂ ਕਹਿ ਰਿਹਾ ਮੈਂ ਲਿਖੀ ਹੈ, ਪਰ ਮੈਂ ਸਰੋਤ ਲੈ ਕੇ ਲਿਖੀ ਹੈ। ਦੂਜੇ ਜਥੇਦਾਰ ਕਹਿ ਰਹੇ ਨੇ ਕਿ ਸਾਡਾ ਜਿਹੜਾ ਸੰਪਾਦਕੀ ਪੱਤਰ ਅਸੀਂ ਨਹੀਂ ਲਿਖਿਆ, ਸਾਨੂੰ ਨਹੀਂ ਪਤਾ ਕਿਹਨੇ ਲਿਖਿਆ। ਗੱਲ ਇਸ ਤਰ੍ਹਾਂ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵੇਲੇ ਵੀ ਹੋਏਗਾ। ਮੈਨੂੰ ਨਹੀਂ ਪਤਾ, ਮੈਂ ਤਾਂ ਬੀੜਾਂ ਛਾਪੀਆਂ ਨੇ, ਪਰ ਆਹ ਕੌਣ ਲਿਖਿਆ ਮੈਨੂੰ ਨਹੀਂ ਪਤਾ, ਕਿਉਂਕਿ ਜਿਹੜੀ ਸੰਸਥਾ ਬੀੜਾਂ ਛਾਪ ਰਹੀ ਹੈ, ਕੁਦਰਤੀ ਗੱਲ ਹੈ। ਜੇ ਅਖੰਡ ਕੀਰਤਨੀ ਜਥਾ ਬੀੜਾਂ ਛਾਪ ਰਿਹਾ ਹੈ ਤੇ ਉਹਨਾਂ ਨੇ ਅਖੰਡ ਕੀਰਤਨੀ ਜਥੇ ਦਾ ਨਾਮ ਲਿਖਣਾ, ਜਿਵੇਂ ਫਕੀਰ ਸਿੰਘ ਐਂਡ ਸੰਸ ਨੇ ਲਿਖਿਆ। ਜੇ ਦਮਦਮੀ ਟਕਸਾਲ ਛਾਪ ਰਹੀ ਹੈ ਤੇ ਦਮਦਮੀ ਟਕਸਾਲ ਨੇ ਪੂਰਨ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਫਲਾਣਾ ਸਿੰਘ ਜੀ ਮਹਾਰਾਜ ਲਿਖਣਗੇ, ਲਿਖ ਰਹੇ ਨੇ। ਅੱਜ ਤੁਹਾਨੂੰ ਬੀੜਾਂ ਦੇ ਉੱਤੇ, ਗੁਟਕਿਆਂ ਦੇ ਉੱਤੇ ਇਹ ਸਾਰਾ ਕੁਝ ਦਿਖ ਰਿਹਾ ਹੈ, ਸਾਰਾ ਕੁਝ ਤੁਹਾਨੂੰ ਮਿਲ ਰਿਹਾ ਹੈ। ਸੋ ਇਸ ਕਰਕੇ ਜੇ ਗੁਟਕਿਆਂ ਦੇ ਵਿੱਚ ਛਪ ਸਕਦਾ ਤੇ ਬੀੜਾਂ ਦੇ ਵਿੱਚ ਕਿਉਂ ਨਹੀਂ ਹੋਏਗਾ। ਆਓ ਫਿਰ ਗੱਲਬਾਤ ਕਰਦੇ ਹਾਂ ਸਰਦਾਰ ਮਨਿੰਦਰ ਸਿੰਘ ਜੀ ਉਹਨਾਂ ਨਾਲ। ਸਰਦਾਰ ਮਨਿੰਦਰ ਸਿੰਘ ਜੀ, ਅੱਜ ਦੇ ਖਬਰਸਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਤੁਹਾਡਾ ਆਉਣ ਦੇ ਲਈ ਪ੍ਰੋਗਰਾਮ ਦੇ ਵਿੱਚ। ਹਾਂਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਤੋਂ ਪਹਿਲਾਂ ਸਰਦਾਰ ਮਲਕੀਤ ਸਿੰਘ ਧਾਮੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੋਸਾਇਟੀ ਰੌ ਸਟਰੀਟ ਵੈਨਕੂਵਰ ਦੇ ਜਿਹੜੇ ਮੁੱਖ ਸੇਵਾਦਾਰ ਨੇ, ਉਹਨਾਂ ਨਾਲ ਗੱਲਬਾਤ ਹੋਈ, ਕਿਉਂਕਿ ਕੱਲ ਪ੍ਰੈਸ ਕਾਨਫਰੰਸ ਰੱਖੀ ਸੀ। ਖਾਲਸਾ ਦੀਵਾਨ ਸੋਸਾਇਟੀ ਨੇ 30 ਸੁਸਾਇਟੀਆਂ ਉਹਨਾਂ ਦੇ ਨਾਲ ਸਨ, ਸਾਰੀਆਂ ਭਾਵੇਂ ਨਹੀਂ ਸਨ ਮੌਜੂਦ, ਪਰ ਉਹਨਾਂ ਨੇ ਇੱਕ ਮਤਾ ਪਾਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜਿਹੜੀਆਂ ਬੀੜਾਂ ਸਰੀ ਦੇ ਵਿੱਚ ਸਰਦਾਰ ਰਿਪਤਮਨ ਸਿੰਘ ਮਲਕ ਹੁਣੀ ਛਾਪ ਰਹੇ ਨੇ, ਉਹਦੇ ਉੱਤੇ ਸਾਨੂੰ ਇਤਰਾਜ਼ ਹੈ ਤੇ ਅਸੀਂ ਸਾਰੇ ਮਤਾ ਪਾਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲਿਖ ਰਹੇ ਹਾਂ ਕਿ ਇਹ ਬੀੜਾਂ ਉੱਥੇ ਨਾ ਛਾਪੀਆਂ ਜਾਣ। ਜੇ 1905 ਦੇ ਵਿੱਚ ਸਰਦਾਰ ਅਰਜਨ ਸਿੰਘ ਹੁਣੀ ਪਹਿਲੀ ਬੀੜ ਕੈਨੇਡਾ ਦੇ ਵਿੱਚ ਲਿਆ ਕੇ ਬੜੇ ਸਤਿਕਾਰ ਦੇ ਨਾਲ ਲਿਆ ਸਕਦੇ ਆ, 1905 ਤੋਂ ਲੈ ਕੇ 1920 ਤੱਕ ਬੀੜਾਂ ਆ ਸਕਦੀਆਂ ਨੇ, ਫਿਰ ਅੱਜ ਇਹ ਮੁਸ਼ਕਲ ਕਿਉਂ ਪੈਦਾ ਹੋ ਰਹੀ ਹੈ? ਇਹਦੇ ਉੱਤੇ ਤੁਹਾਡਾ ਅਤੇ 8 ਜਥੇਬੰਦੀਆਂ ਦਾ ਸਪੋਕਸ ਪਰਸਨ ਹੋਣ ਦੇ ਨਾਤੇ, ਇੱਕ ਮੁੱਖ ਸੇਵਾਦਾਰ ਹੋਣ ਦੇ ਨਾਤੇ ਕੀ ਪ੍ਰਤੀਕਰਮ ਹੈ ਕਿ ਬੀੜਾਂ ਦੀ ਛਾਪਣ ਦੀ ਇਜਾਜ਼ਤ ਇੱਥੇ ਮਿਲਣੀ ਚਾਹੀਦੀ ਹੈ ਜਾਂ ਨਹੀਂ ਜੀ? ਹਾਂਜੀ, ਜਿਹੜੀ ਇਹ ਸਾਰੀ ਗੱਲ ਹੈ, ਜਿਹੜੀ ਇਜਾਜ਼ਤ ਦੀ ਗੱਲ ਹੈ, ਉਹ ਤਾਂ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਜਿਹੜੇ ਜਥੇਦਾਰ ਰਣਜੀਤ ਸਿੰਘ ਦੇ ਜਿਹੜੇ 1998 ਦੇ ਜਿਹੜੇ ਹੁਕਮਨਾਮੇ ਆ, ਜੇ ਉਹਦੇ ਮੁਤਾਬਕ ਅਸੀਂ ਚੱਲਣਾ ਹੈ ਤੇ ਅਸੀਂ ਉਹਦੀ ਪਾਲਣਾ ਕਰਨੀ ਹੈ ਤੇ ਅਸੀਂ ਉੱਤੇ ਪਹਿਰਾ ਦੇ ਰਹੇ ਹਾਂ ਜੀ, ਫਿਰ ਤਾਂ ਜਿਹੜੀ ਇਜਾਜ਼ਤ ਹੈ ਉਹ ਮਿਲ ਹੀ ਨਹੀਂ ਸਕਦੀ। ਫਿਰ ਤਾਂ ਉਹ ਸਿਰਫ ਇਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਉਹਨਾਂ ਦੀ ਅਗਵਾਈ ਹੇਠ ਕੋਈ ਨਾ ਕੋਈ ਪਰਮਿਸ਼ਨ ਦੀ ਗੱਲ ਤਾਂ ਦੂਰ ਦੀ ਹੈ, ਉਹ ਆਪ ਇੱਥੇ ਆਣ ਕੇ ਜੇ ਪ੍ਰਿੰਟਿੰਗ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਨਾਲ ਫਿਰ ਜਿਹੜੀਆਂ ਸੁਸਾਇਟੀਜ਼ ਹੈ ਜਾਂ ਗੁਰਦੁਆਰਾ ਸਾਹਿਬ ਹੈ ਉਹ ਸਹਿਯੋਗ ਜ਼ਰੂਰ ਦੇ ਸਕਦੇ ਆ, ਕਰਕੇ ਫਿਰ ਜਿਹੜੀ ਗੱਲ ਹੈ ਹੁਕਮਨਾਮੇ ਦੇ ਅਧੀਨ ਹੋ ਰਹੀ ਹੈ। ਤੇ ਜਿਹੜੀ ਸਾਰੀ ਗੱਲਬਾਤ ਜਿਹੜੀ ਹੋ ਰਹੀ ਹੈ, ਬੜੀ ਮੱਚ ਅਸੀਂ ਸਤਿਕਾਰ ਦੀ ਗੱਲ ਕਰ ਰਹੇ ਹਾਂ ਕਿ ਕੋਈ ਵੀ ਸਤਿਕਾਰ ਜਿਹੜਾ ਮਹਾਰਾਜ ਦੇ ਸਰੂਪਾਂ ਦਾ ਬੇਅਦਬੀ ਨਾ ਹੋਵੇ, ਮਿਲਾਵਟ ਨਾ ਹੋਵੇ, ਘਰ ਘਰ ਛਾਪਣ ਦੀ ਗੱਲ ਨਾ ਹੋਵੇ, ਇਹ ਸਾਰਾ ਕੁਝ ਨੂੰ ਅਸੀਂ ਅਵੋਇਡ ਕਰਨ ਲਈ ਤੇ ਸਾਨੂੰ ਦੱਸ ਰਿਹਾ ਕਿ ਕਿੰਨਾ ਪ੍ਰੈਸ਼ਰ ਜਿਹੜਾ ਰਾਈਟ ਵਿੰਗ ਗਰੁੱਪਸ ਜਿਹੜੀ ਹਿੰਦੂਤਵਾ ਫੋਰਸਿਸ ਤੇ RSS ਵੱਲੋਂ ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ ਆਲਰੇਡੀ ਸਾਡੇ ਤੇ ਭਾਰ ਪੈ ਰਿਹਾ ਹੈ ਜੀ, ਕਿ ਅਸੀਂ ਚਾਹ ਰਹੇ ਹਾਂ ਕਿ ਸਾਰਾ ਕੁਝ ਤੋਂ ਬਚਣ ਲਈ ਅਸੀਂ ਇਹੋ ਜਿਹਾ ਕੰਮ ਨਾ ਕਰੀਏ ਜਿਹਦੇ ਵਿੱਚ ਕੋਈ ਘਰ ਘਰ ਜਿਹੜੇ ਮਹਾਰਾਜ ਦੇ ਸਰੂਪ ਛਾਪਣ ਆਪੇ ਤੇ ਜਿਹੜੀ ਮਿਲਾਵਟ ਦੀ ਗੱਲ ਆ, ਕੱਟ ਵੱਢ ਦੀ ਗੱਲ ਆ ਤੇ ਹੋਰ ਗੱਲਾਂ ਆ, ਉਹ ਨਾ ਆਉਣ। ਸੋ ਆਈ ਥਿੰਕ ਜਿਹੜਾ ਤੁਹਾਡਾ ਇਹ ਪਹਿਲਾ ਸਵਾਲ ਹੈ ਕਿ ਇਜਾਜ਼ਤ ਦੀ ਗੱਲ ਹੈ, ਇਜਾਜ਼ਤ ਤਾਂ ਸਿਰਫ ਮੇਰੇ ਹਿਸਾਬ ਨਾਲ ਮਿਲ ਹੀ ਨਹੀਂ ਸਕਦੀ, ਉਹ ਤਾਂ ਸਿਰਫ ਸ਼੍ਰੋਮਣੀ ਕਮੇਟੀ ਹੇਠ ਹੀ, ਅਗਵਾਈ ਹੇਠ ਹੀ ਪ੍ਰਿੰਟਿੰਗ ਹੋ ਸਕਦੀ ਹੈ। ਹਾਂ, ਜੇ ਉਹ ਪ੍ਰਿੰਟਿੰਗ ਪੰਜਾਬ ਦੇ ਵਿੱਚ ਹੋਵੇ ਜਾਂ ਫਿਰ ਇੱਥੇ ਕੈਨੇਡਾ ਜਾਂ US ਦੇ ਵਿੱਚ, ਜਿੱਦਾਂ ਉਹਨਾਂ ਨੇ ਆਪ ਪਹਿਲਾਂ ਤਿਆਰੀ ਕੀਤੀ ਸੀਗੀ ਨਾਰਥ ਕੈਰੋਲਾਈਨਾ ਜਾਂ ਯੂਬਾ ਸਿਟੀ ਦੇ ਵਿੱਚ ਕਰਨ ਲਈ, ਜੇ ਉਹ ਆਪ ਚਾਹਣ ਬਾਹਰ ਆਣ ਕੇ ਇਹੋ ਜਿਹਾ ਕੋਈ ਕਦਮ ਚੁੱਕਣਾ, ਅਸੀਂ ਉਹਨਾਂ ਦਾ ਸਹਿਯੋਗ ਦੇਣ ਲਈ ਤਿਆਰ ਹੈਗੇ ਆ, ਪਰ ਅਸੀਂ ਆਪ ਨਹੀਂ ਪ੍ਰਿੰਟਿੰਗ ਕਰਨਾ ਚਾਹੁੰਦੇ ਤੇ ਨਾ ਹੀ ਅਸੀਂ ਕੋਈ ਇੱਕ ਵਿਅਕਤੀ, ਇੱਕ ਸੰਸਥਾ ਦੇ ਥੱਲੇ ਇਹ ਕੁਝ ਦੇਖਣਾ ਚਾਹੁੰਦੇ ਆ। ਤੇ ਅਸੀਂ ਉਹਨਾਂ ਨੂੰ ਇੱਕ ਚਿੱਠੀ ਵੀ ਪਿਛਲੇ ਹਫ਼ਤੇ ਦੀ ਲਿਖੀ ਆ, ਕਈ ਮਹੀਨਿਆਂ ਦੀ ਮੀਟਿੰਗਸ ਭਾਈ ਰਪਦਮਨ ਸਿੰਘ ਅਤੇ ਭਾਈ ਬਲਵੰਤ ਸਿੰਘ ਦੇ ਨਾਲ ਹੋਈਆਂ ਵੀ ਆ, ਉਹਨਾਂ ਦੀ ਜਿਹੜੀ ਪ੍ਰਿੰਟਿੰਗ ਵੀ ਆ, ਉਹਨਾਂ ਨੇ ਸਾਡੇ ਕੋਲ ਇੱਕ ਮੀਟਿੰਗ ਦੇ ਵਿੱਚ ਜੁਲਾਈ ਦੇ ਵਿੱਚ ਇਹ ਗੱਲ ਮੰਨੀ ਸੀਗੀ ਕਿ ਅਸੀਂ 15 ਸਰੂਪ ਜਿਹੜੇ ਆ, ਤਕਰੀਬਨ 15 ਸਰੂਪ ਭਾਈ ਮਾਲਕ ਨੇ ਕਿਹਾ ਸੀ ਕਿ ਅਸੀਂ ਛਾਪੇ ਆ। ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਇਹ ਜਿਹੜਾ ਛਪਾਈ ਆ ਇਮੀਡੀਏਟਲੀ ਬੰਦ ਕਰੋ, ਕਿ ਅਸੀਂ ਇੱਕ ਚਿੱਠੀ ਜਿਹੜੀ ਆ ਅਕਾਲ ਤਖਤ ਸਾਹਿਬ ਨੂੰ ਲਿਖਣ ਲੱਗੇ ਆ
ਤੇ ਸ਼੍ਰੋਮਣੀ ਕਮੇਟੀ ਨੂੰ। ਤੇ ਉਹਦੇ ਵਿੱਚ ਅਸੀਂ ਇਹ ਵੀ ਜ਼ਿਕਰ ਕੀਤਾ ਹੈ ਕਿ ਇੱਥੇ ਪ੍ਰਿੰਟਿੰਗ ਹੋਈ ਆ, ਕਿ ਇਸ ਸਤਨਾਮ ਪ੍ਰਚਾਰ ਰਿਲੀਜੀਅਸ ਸੁਸਾਇਟੀ ਵੱਲੋਂ ਇਹ ਹੋਈ ਆ। ਉਹਦੇ ਵਿੱਚ ਭਾਈ ਰੂਪਤ ਅਮਨ ਸਿੰਘ ਮਾਲਕ ਤੇ ਭਾਈ ਬਲਵੰਤ ਸਿੰਘ ਪੰਧੇਰ ਵੀ ਵਿੱਚ ਨੇ। ਉਹਨਾਂ ਨੇ ਹੁਣ ਉਹ ਰੋਕ ਲਾਈ ਆ ਕਿ ਉਹ ਨਹੀਂ ਪ੍ਰਿੰਟ ਕਰਦੇ, ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਇਹ ਜਿਹੜੀ ਜਵਾਬ ਦੇ ਇੰਤਜ਼ਾਰ ਦੇ ਵਿੱਚ ਆ। ਪਰ ਅਸੀਂ ਅੱਗੇ ਵੀ ਭਾਵੇਂ ਉਹ ਫੈਸਲਾ ਜਿਹੜੀ ਸ਼੍ਰੋਮਣੀ ਕਮੇਟੀ ਕਰੇ, ਉਹ ਇਜਾਜ਼ਤ ਜੇ ਉਹਨਾਂ ਨੂੰ ਨਹੀਂ ਅਸੀਂ ਮੰਗੀ, ਅਸੀਂ ਇਹ ਬੇਨਤੀ ਕੀਤੀ ਹੈ ਚਿੱਠੀ ਦੇ ਵਿੱਚ। ਤੇ ਜੇ ਪ੍ਰਿੰਟਿੰਗ ਉਹ ਕਰਨਾ ਚਾਹੁਣ, ਸ਼੍ਰੋਮਣੀ ਕਮੇਟੀ ਆਪ ਕਰਨਾ ਚਾਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਕਰਕੇ, ਅਸੀਂ ਇਹ ਦੇਖੀਏ ਕਿ ਜੇ ਕੋਈ ਵੀ ਪ੍ਰਿੰਟਿੰਗ ਹੁੰਦੀ ਹੈ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਸ ਜਾਂ ਉਹਨਾਂ ਦੇ ਬੰਦੇ ਜਾਂ ਉਹਨਾਂ ਦੇ ਜਿਹੜੇ ਸਟਾਫ ਆ ਉਹਨਾਂ ਦੀ ਅਗਵਾਈ ਹੇਠ ਹੁੰਦੀ ਆ, ਉਹ ਵੀ ਹਾਲੇ ਮੇਰੇ ਹਿਸਾਬ ਦੇ ਨਾਲ ਹਾਲੇ ਦੂਰ ਦੀ ਗੱਲ ਆ। ਜਿਹੜੀਆਂ ਦੂਜੀਆਂ ਗੱਲਾਂ ਆ ਉਹਦੇ ਵਿੱਚ ਅਸੀਂ ਉਹ ਧਿਆਨ ਦੇਣਾ ਪੈਣਾ ਹੈ ਕਿ ਲੋਕਲੀ ਅਸੀਂ ਕੈਨੇਡਾ ਦੀ ਗੱਲ ਛੱਡੀਏ ਕਿ ਵੈਨਕੂਵਰ ਦੇ ਵਿੱਚ, ਸਰੀ ਇਲਾਕੇ ਦੇ ਵਿੱਚ, ਲੋਅਰ ਮੇਨਲੈਂਡ ਦੇ ਵਿੱਚ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਮਹਾਰਾਜ ਦੇ ਸਰੂਪ ਕਿੰਨੇ ਨੇ ਤੇ ਕਿੰਨੇ ਘਰਾਂ ਦੇ ਵਿੱਚ ਨੇ। ਕੋਈ ਟਰੈਕਿੰਗ ਨਹੀਂ ਹੈ ਸਾਡੇ ਕੋਲ। ਹਾਂਜੀ, ਕੋਈ ਇਨਵੈਂਟੋਰੀ ਨਹੀਂ ਹੈਗੀ, ਕੋਈ ਰਜਿਸਟ੍ਰੇਸ਼ਨ ਪ੍ਰੋਸੈਸ ਨਹੀਂ। ਉਸ ਤੋਂ ਅੱਗੇ ਵੀ ਇਹੋ ਜਿਹਾ ਕੋਈ ਐਜੂਕੇਸ਼ਨ ਜਾਂ ਕ੍ਰਾਈਟੇਰੀਆ ਦਾ ਪ੍ਰੋਸੈਸ ਵੀ ਨਹੀਂ ਹੈਗਾ ਜਿਹੜਾ ਅਸੀਂ ਦੇਖਣਾ ਚਾਹੁੰਦੇ ਹਾਂ। ਉਹਦੇ ਵਿੱਚ ਜੇ ਕੋਈ ਸ਼ਰਧਾਲੂ ਪਰਿਵਾਰ ਮਹਾਰਾਜ ਦੇ ਸਰੂਪ ਆਪਣੇ ਘਰ 'ਚ, ਜਿੱਦਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਵੀ ਇਹ ਗੱਲ ਕਹਿੰਦੀ ਹੈ, ਪਰ ਜੇ ਉਹ ਆਪਣੇ ਘਰ ਦੇ ਵਿੱਚ ਪ੍ਰਕਾਸ਼ ਕਰਨਾ ਚਾਹੁੰਦੇ ਆ, ਐਟ ਅ ਮਿਨੀਮਮ ਜ਼ਿੰਮੇਵਾਰ ਪੰਥਕ ਸੋਚ ਵਾਲੇ ਜਿਹੜੇ ਸਿੱਖ ਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਰਾਦਰ ਦੈਨ ਕਿ ਅਸੀਂ ਇੱਦਾਂ ਹੀ ਸਰੂਪ ਕਿਸੇ ਦੇ ਘਰ ਦੇ ਵਿੱਚ ਜਾਣ ਦੀ ਇਜਾਜ਼ਤ ਦਈਏ, ਕਿ ਪੰਥਕ ਤੌਰ ਤੇ ਕੋਈ ਨਾ ਕੋਈ ਐਜੂਕੇਸ਼ਨ ਹੋਣਾ ਚਾਹੀਦਾ। ਪ੍ਰਕਾਸ਼ ਕਿੱਦਾਂ ਕਰੀਦਾ ਹੈ, ਸੁਖਾਸਨ ਕਿੱਦਾਂ ਕਰੀਦਾ ਹੈ, ਰਮਾਲਿਆਂ ਦੀ ਦੇਖਭਾਲ ਕਿੱਦਾਂ ਹੁੰਦੀ ਹੈ, ਤੁਸੀਂ ਅਰਦਾਸ ਕਰਨੀ ਆ, ਲੰਗਰ ਦਾ ਪ੍ਰਬੰਧ ਕਿੱਦਾਂ ਘਰ 'ਚ ਹੋਣਾ ਚਾਹੀਦਾ ਹੈ। ਕੋਈ ਵੀ ਜਿਹੜੀ ਮਰਿਆਦਾ ਸਾਡੀ ਸਿੱਖਾਂ ਦੀ ਆ ਮਹਾਰਾਜ ਦੇ ਵਿੱਚ, ਜਿੱਦਾਂ ਪ੍ਰਕਾਸ਼ ਕਰਨ ਦੇ ਵਿੱਚ ਤੇ ਘਰ 'ਚ ਰੱਖਣ ਦੀ ਗੱਲ ਆ, ਉਹਦੇ ਵਿੱਚ ਅਸੀਂ ਕਿਸੇ ਨੂੰ ਕੋਈ ਐਜੂਕੇਸ਼ਨ ਰਾਈਟ ਨਾਓ ਦੇ ਰਹੇ ਹਾਂ ਜਾਂ ਨਹੀਂ ਦੇ ਰਹੇ, ਸਾਡੇ ਹਿਸਾਬ ਨਾਲ ਉਹ ਨਹੀਂ ਮਿਲ ਰਿਹਾ। ਅੱਗੇ ਉਸ ਤੋਂ ਇੱਕ ਹੋਰ ਵੀ ਗੱਲ ਹੈ ਕਿ ਡਿਮਾਂਡ ਦੀ, ਇਹ ਗੱਲ ਬਹੁਤ ਸਵਾਲ ਸਾਡੇ ਨੂੰ ਪੁੱਛਿਆ ਜਾਂਦਾ ਹੈ ਕਿ ਡਿਮਾਂਡ ਕੀ ਹੈ, ਗੁਰਦੁਆਰਿਆਂ ਦੇ ਵਿੱਚ ਕਿਹੜੀ ਡਿਮਾਂਡ ਦੀ ਗੱਲ ਹੈ। ਮੈਨੂੰ 10-12 ਸਾਲ ਹੋ ਗਏ ਆ ਲੋਕਲੀ ਗੁਰਦੁਆਰਾ ਸਾਹਿਬ ਦਸ਼ਮੇਸ਼ਵਰ ਬਾਰੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਨੂੰ, ਪਰ ਨਾਲ ਜਿੰਨੇ ਵੀ ਸੁਸਾਇਟੀਜ਼ ਕੈਨੇਡਾ ਦੇ ਵਿੱਚ ਆ, ਹੁਣ ਜਿਹੜੀ ਚਿੱਠੀ ਵੀ ਅਸੀਂ ਲਿਖੀ ਆ ਉਹ ontario ਗੁਰਦੁਆਰਾਸ ਕਮੇਟੀ, ontario ਸਿੱਖ ਐਂਡ ਗੁਰਦੁਆਰਾ ਕਾਉਂਸਲ ਤੇ BC ਗੁਰਦੁਆਰਾ ਕਾਉਂਸਲ, ਜਿਹੜੇ ਉਹਦੇ ਵਿੱਚ ਤਕਰੀਬਨ 40 ਤੋਂ 50 ਗੁਰਦੁਆਰੇ ਆ, ਉਹਨਾਂ ਦੀ ਸਾਰਿਆਂ ਦੀ ਇੱਕ ਮਨਜ਼ੂਰੀ ਦੇ ਨਾਲ ਲਿਖਿਆ ਗਿਆ ਸੀਗਾ। ਅਸੀਂ ਸਾਰਿਆਂ ਨੇ ਫੋਨ ਦੇ ਉੱਤੇ, ਟੈਲੀਕਾਨਫਰੰਸ, ਜ਼ੂਮ ਤੇ ਵੀ ਗੱਲਾਂ ਕੀਤੀਆਂ ਕਿ ਡਿਮਾਂਡ ਦੀ ਗੱਲ ਜਿਹੜੀ ਆ ਕਿੱਥੇ ਆ, ਤੇ ਡਿਮਾਂਡ ਕਿਸੇ ਵੀ ਇੱਕ ਗੁਰਦੁਆਰਾ ਸਾਹਿਬ ਦੇ ਵਿੱਚੋਂ ਨਹੀਂ ਦੱਸ ਰਿਹਾ ਕਿ ਡਿਮਾਂਡ ਜਿੱਦਾਂ ਹੁਣ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਆ, ਜੇ 30 ਤੋਂ 35 ਸਰੂਪ ਜਿਹੜੇ ਆ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਆ, ਉਹਦੇ ਵਿੱਚ ਲੜੀਦਾਰ ਸਰੂਪ ਵੀ ਨੇ ਤੇ ਪਦਛੇਦ ਸਰੂਪ ਵੀ ਨੇ। ਸੋ ਸਾਸੇ ਕੋਈ ਵੀ ਇਦਾਂ ਦੇ ਸਮਾਗਮ ਆ ਜਿਹਦੇ ਵਿੱਚ ਅਸੀਂ ਪ੍ਰਕਾਸ਼ ਲੜੀਵਾਰ ਸਰੂਪ ਤੇ ਕਰਨਾ ਚਾਹੁੰਦੇ ਅਸੀਂ ਕਰ ਸਕਦੇ ਹਾਂ। ਸਾਨੂੰ ਕੋਈ ਨੀਡ ਨਹੀਂ ਇਹੋ ਜਿਹੀ ਹੈਗੀ ਆ। ਜਿਹੜੇ ਹੁਣ ਛੋਟੇ ਟਾਊਨਾਂ ਦੇ ਵਿੱਚ ਜੇ ਉਹਨਾਂ ਨੂੰ ਕੋਈ ਸਰੂਪ ਦੀ ਲੋੜ ਪਵੇ, ਲੋਕਲੀ ਸਾਡੇ ਕੋਲ ਗੁਰਦੁਆਰੇ ਜਿਹੜੇ ਲੋਅਰ ਮੇਨਲੈਂਡ ਦੇ ਵਿੱਚ ਆ, ਅਸੀਂ ਇਨਵੈਂਟੋਰੀ ਹੁਣ ਤਿਆਰ ਕਰਨਾ ਚਾਹੁੰਦੇ ਹਾਂ ਕਿ ਉਹਦੇ ਵਿੱਚ ਅਸੀਂ ਉਹਨਾਂ ਦੀ ਡਿਮਾਂਡ ਹੋ ਸਕਦਾ ਅਸੀਂ ਲੋਕਲੀ ਪੂਰੀ ਕਰ ਸਕੀਏ। ਹੁਣ ਜੇ ਗੁਰਦੁਆਰੇ ਇੱਕ ਦੇ ਵਿੱਚ 30-35 ਮਹਾਰਾਜ ਦੇ ਸਰੂਪ ਨੇ, ਉਹਨਾਂ ਦੇ ਵਿੱਚੋਂ ਕਈ ਸਰੂਪ ਇਹੋ ਜਿਹੇ ਨੇ ਜਿਹੜੇ ਘਰਾਂ ਦੇ ਵਿੱਚ ਨਹੀਂ ਸੇਵਾ ਸੰਭਾਲ ਉਹਨਾਂ ਦੀ ਹੋ ਸਕਦੀ ਹੈ, ਉਹ ਗੁਰਦੁਆਰੇ ਜਾ ਕੇ ਉੱਥੇ ਫਿਰ ਉਹਨਾਂ ਦੇ ਸੁਖਾਸਨ ਦੇ ਕਮਰੇ ਦੇ ਵਿੱਚ ਉੱਥੇ ਰੱਖੇ ਜਾਂਦੇ ਨੇ। ਹੋ ਸਕਦਾ ਹੈ ਕਿ ਛੋਟੇ ਟਾਊਨਾਂ ਦੇ ਜਿਹੜੇ ਸਰੂਪਾਂ ਦੀ ਲੋੜ ਆ, ਅਸੀਂ ਆਲਰੇਡੀ ਜੇ ਅਸੀਂ ਸਾਰੇ ਲੋਅਰ ਮੇਨਲੈਂਡ ਦੇ ਗੁਰਦੁਆਰੇ ਦੇਖੀਏ, ਸਾਡੇ ਕੋਲ ਇਨਵੈਂਟਰੀ ਹੋਵੇ, ਹੋ ਸਕਦਾ ਸਾਰੇ ਲੋਅਰ ਮੇਨਲੈਂਡ ਦੇ ਗੁਰਦੁਆਰਿਆਂ ਦੇ ਵਿੱਚ 500-700 ਸਰੂਪ ਹੋਣ। ਬਿਲਕੁਲ, ਉਹਦੇ ਨਾਲ ਅਸੀਂ ਆਪਣਾ ਲੋਕਲ ਏਰੀਆ ਕਵਰ ਕਰ ਸਕਦੇ ਹਾਂ। ਸੋ ਉਹ ਸਾਰਾ ਕੁਝ ਪ੍ਰਿੰਟਿੰਗ ਤੱਕ ਜਾਣ ਤੋਂ ਪਹਿਲਾਂ ਬਹੁਤ ਸਟੈਪਸ ਇਹੋ ਜਿਹੇ ਨੇ ਜਿਹੜੇ ਸਾਨੂੰ ਪਹਿਲੋਂ ਲੈਣੇ ਪੈਣੇ ਆ, ਤੇ ਉਹਦੇ ਵਿੱਚ ਪ੍ਰਿੰਟਿੰਗ ਤੱਕ ਜੇ ਗੱਲ ਚਲੀ ਗਈ ਤੇ ਜੇ ਅਸੀਂ ਕੋਈ ਵੀ ਅਸੀਂ ਚਿੱਠੀ ਦੇ ਵਿੱਚ ਇਹੀ ਗੱਲ ਕਹੀ ਆ ਕਿ ਜੇ ਕੋਈ ਵੀ ਵਿਅਕਤੀ, ਕੋਈ ਸੰਸਥਾ ਸ਼੍ਰੋਮਣੀ ਕਮੇਟੀ ਦੀ ਅਗਵਾਈ ਤੋਂ ਬਾਹਰ ਜਾ ਕੇ ਪ੍ਰਿੰਟਿੰਗ ਕਰਦੇ ਆ ਆਪਣੇ ਤੌਰ ਤੇ ਹੁਕਮਨਾਮੇ ਦੀ ਉਲੰਘਣਾ ਕਰਦੇ ਆ, ਤੇ ਅਕਾਲ ਤਖਤ ਸਾਹਿਬ ਨੂੰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਸੋ ਅਸੀਂ ਵੀ ਇਹ ਬੇਨਤੀ ਉਹਨਾਂ ਨੂੰ ਕੀਤੀ ਹੈ। ਜੀ ਮਨਿੰਦਰ ਸਿੰਘ ਜੀ, ਇੱਕ ਗੱਲ ਤੁਹਾਡੇ ਤੋਂ ਜਾਣਨਾ ਚਾਹੂੰਗੀ, ਜਿਵੇਂ ਤੁਸੀਂ ਦੱਸਿਆ ਕਿ ਛਪਾਈ ਹੁਣ ਥੋੜੇ ਸਮੇਂ ਲਈ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ, ਕੁਝ ਗੁਰੂ ਸਾਹਿਬ ਦੇ ਸਰੂਪ ਜਿਹੜੇ ਉਹਨਾਂ ਨੇ ਛਪਾਈ ਕੀਤੀ ਸੀ, ਪਰ ਜੇ ਇਹ ਛਪਾਈ ਚਲੋ ਅਸੀਂ ਮੰਨ ਕੇ ਚੱਲੀਏ ਕਿ ਨਹੀਂ ਹੋ ਰਹੀ, ਬੰਦ ਕਰ ਦਿੱਤੀ ਜਾਂਦੀ ਹੈ, ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆ ਜਾਂਦਾ ਕਿ ਇਹ ਨਹੀਂ ਛਪਾਈ ਕੀਤੀ ਜਾਵੇਗੀ, ਤੇ ਫਿਰ ਅਸੀਂ ਕਿਵੇਂ, ਜੇ ਸਾਨੂੰ ਗੁਰੂ ਸਾਹਿਬ ਦੇ ਸਰੂਪ ਇੱਥੇ ਚਾਹੀਦੇ ਹੋਣਗੇ, ਫਿਰ ਕੀ ਸੋਰਸ ਹੈ, ਕਿਵੇਂ ਅਸੀਂ ਉਹਨਾਂ ਦਾ ਅਰੇਂਜ ਕਰਾਂਗੇ? ਇਹੀ ਗੱਲ ਅਸੀਂ SGPC ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁੱਛੀ ਹੈ ਕਿ ਜੇ ਇਹ ਪ੍ਰਿੰਟਿੰਗ ਲੋਕਲੀ ਨਹੀਂ ਹੋ ਸਕਦੀ, ਤੇ ਉਹਨਾਂ ਨੇ ਈਮੇਲਸ ਰਾਹੀਂ ਜਿਹੜੇ ਭਾਈ ਰੂਪਤ ਅਮਨ ਸਿੰਘ ਨੂੰ ਵੀ ਭੇਜੇ ਸੀਗੇ, ਤੇ ਉਹਨਾਂ ਨੇ ਗਾਂ ਸਾਡੇ ਨਾਲ ਵੀ ਸ਼ੇਅਰ ਕੀਤੇ ਆ। ਇਹ ਸਾਰੇ ਡਾਕੂਮੈਂਟਸ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੇ ਆ। ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਇਹ ਗੱਲ ਕਹਿਣੀ ਸੀਗੀ ਕਿ ਜਿਹੜੀ ਚਾਰਟਰਡ ਫਲਾਈਟਸ ਦਾ ਰਾਹ ਆ,
ਤੇ 300 ਸਰੂਪ ਜਿਹੜੇ ਆ ਤਕਰੀਬਨ ਚਾਰਟਰਡ ਫਲਾਈਟ ਤੇ ਆ ਸਕਦੇ ਆ। ਮੈਂ ਪਹਿਲੋਂ ਪ੍ਰੋਗਰਾਮ ਸੁਣ ਵੀ ਰਿਹਾ ਸੀਗਾ ਜਦੋਂ ਭਾਈ ਰੂਪਦਮਨ ਸਿੰਘ ਗੱਲ ਕਰ ਰਹੇ ਸੀ ਪ੍ਰੋਗਰਾਮ ਦੇ ਵਿੱਚ ਕਿ ਉਹਦਾ ਖਰਚਾ ਜਿਹੜਾ ਆ ਸਾਨੂੰ 9 ਲੱਖ ਦਾ ਬਣ ਰਿਹਾ ਸੀਗਾ ਕਿ ਜਿਹੜਾ ਉਹਨਾਂ ਨੇ ਭਾਈ ਰੂਪਦਮਨ ਸਿੰਘ ਉਹਨਾਂ ਨੇ ਚੈੱਕ ਕੀਤਾ ਤੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦੇ ਕੋਈ ਬੈਟਰ ਰੇਟ ਮਿਲ ਗਿਆ ਹੋਣਾ, ਉਹ 8 ਲੱਖ ਦੇ ਦੁਆਲੇ ਸੀਗਾ ਤੇ ਉਹਦੇ ਵਿੱਚ ਬਹੁਤ ਸੰਗਤ ਵੱਲੋਂ ਮੈਂ ਬਾਹਰੋਂ ਵੀ ਗੱਲ ਸੁਣੀ ਆ, ਮੇਰੇ ਤਾਂ ਗੱਲ ਬਹੁਤਾਂ ਨੇ ਫੋਨ ਕਰਕੇ ਵੀ ਮਿੰਨਾ ਕੀਤੀ ਆ ਕਿ ਜੇ ਤਨ ਮਨ ਧਨ ਦੇ ਨਾਲ ਸਿੱਖਾਂ ਨੇ ਸੇਵਾ ਕਰਨੀ ਆ ਤੇ ਜਿਹੜਾ ਧਨ ਦੀ ਗੱਲ ਆਉਂਦੀ ਹੈ ਤੇ ਜੇ 2000 3000 ਦੀ ਸੇਵਾ ਦੇ ਵਿੱਚ ਕੋਈ ਪਰਿਵਾਰ ਮਹਾਰਾਜ ਦੇ ਸਰੂਪ ਇਹ ਸੇਵਾ ਵੀ ਨਹੀਂ ਕਰ ਸਕਦੇ ਤੇ ਫਿਰ ਉਹਨਾਂ ਨੇ ਆਪਣੇ ਘਰ ਦੇ ਵਿੱਚ ਕਿੰਨੀ ਕੁ ਸੇਵਾ ਕਰਨੀ ਆ ਨਾ। ਇਹ ਜਿਹੜੀ ਗੱਲ ਆ ਚਲੋ ਹੋ ਸਕਦੀ ਹੈ ਕਿ ਥੋੜੀ ਜਿਹੀ ਇਮੋਸ਼ਨਲ ਆ, ਪਰ ਇਹਦੇ ਵਿੱਚ ਸੱਚਾਈ ਵੀ ਹੈ। ਤੇ ਜੇ ਹੁਣ ਗੁਰਦੁਆਰਾ ਸਾਹਿਬ ਆ ਤੇ ਗੁਰਦੁਆਰਾ ਸਾਹਿਬ ਨੂੰ ਸਰੂਪਾਂ ਦੀ ਲੋੜ ਪੈਂਦੀ ਹੈ। ਹੁਣ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਆ ਜਾਂ ਗੁਰੂ ਨਾਨਕ ਸਿੰਘ ਗੁਰਦੁਆਰਾ ਆ, ਦੂਖ ਨਿਵਾਰਨ ਗੁਰਦੁਆਰਾ ਸਾਹਿਬ, ਕਿੰਨੇ ਵੀ ਗੁਰਦੁਆਰੇ ਹੋਣ ਸਾਡੇ, ਰॉ ਸਟਰੀਟ ਗੁਰਦੁਆਰਾ ਆ, ਖਾਲਸਾ ਦੀਵਾਨ ਸੁਸਾਇਟੀ, ਜੇ 5-7 ਸਰੂਪਾਂ ਦੀ ਲੋੜ 5-7 ਸਾਲਾਂ 10 ਸਾਲਾਂ ਬਾਅਦ ਕਿਤੇ ਪੈ ਵੀ ਜਾਂਦੀ ਹੈ ਕਿ ਅਸੀਂ ਗੁਰਦੁਆਰੇ ਸਾਹਿਬ ਦੇ ਸੰਗਤ ਦਾ ਪੈਸਾ ਆ ਤੇ ਅਸੀਂ 10-15-20 ਹਜ਼ਾਰ ਡਾਲਰ ਅਸੀਂ ਚਾਰਟਰਡ ਫਲਾਈਟ ਦੇ ਨਾਲ ਸਤਿਕਾਰ ਦੇ ਨਾਲ ਮਹਾਰਾਜ ਦੇ ਸਰੂਪ ਇੱਥੇ ਲਿਆਉਣ ਦੀ ਅਸੀਂ ਨਹੀਂ ਕਰ ਸਕਦੇ ਖਰਚਾ। ਇਹ ਗੱਲ ਜਿਹੜੀ ਹੈ ਬੜੀ ਸਾਨੂੰ ਸੋਚਣ ਵਾਲੀ ਹੈ ਕਿ ਅਸੀਂ ਕਿਹਨੂੰ ਇਹਦੇ ਵਿੱਚ ਡਿਮਾਂਡ ਦੇਖ ਰਹੇ ਹਾਂ। ਡਿਮਾਂਡ ਗੁਰਦੁਆਰਿਆਂ ਦੀ ਕੋਈ ਵੀ ਗੁਰਦੁਆਰਾ ਆ 2-3-4 ਹਜ਼ਾਰ ਡਾਲਰ ਜਿਹੜਾ ਆ ਸੇਵਾ ਦੇ ਵਿੱਚ ਅਸੀਂ ਕੋਈ ਵੀ ਕਦੀ ਵੀ ਮੈਂ ਇਹ ਗੱਲ ਸੁਣਨਾ ਨਹੀਂ ਚਾਹੁੰਦਾ ਕਿ ਅਸੀਂ ਕੋਈ ਪ੍ਰਾਈਸ ਟੈਗ ਪਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਤੇ, ਅਸੀਂ ਉਹਦੀ ਕੋਈ ਕੀਮਤ ਰੱਖ ਰਹੇ ਹਾਂ, ਨਹੀਂ। ਅਸੀਂ ਸਿਰਫ ਜਿਹੜਾ ਉਹ ਖਰਚਾ ਆ ਚਾਰਟਰਡ ਫਲਾਈਟ ਦਾ ਸਾਨੂੰ ਪਤਾ ਹੈ ਕਿ 8 ਲੱਖ ਡਾਲਰ ਲੱਗਣਾ ਆ, ਉਹ ਅਸੀਂ ਫਿਰ ਪੂਰਾ ਕਿੱਦਾਂ ਕਰਨਾ ਆ। ਗੁਰਦੁਆਰਾ ਸਾਹਿਬ ਉਹਦਾ ਖਰਚਾ ਪੂਰਾ ਕਰ ਸਕਦੇ ਆ, ਲੋਕਲ ਸੰਗਤ ਕਰ ਸਕਦੀ ਆ। ਅਸੀਂ ਤਾਂ ਸੰਗਤ ਦੇ ਵਿੱਚ ਇੰਨਾ ਵਿਸ਼ਵਾਸ ਰੱਖਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਕਿ ਅਸੀਂ ਇੱਕ ਵਾਰੀ ਓਪਨਲੀ ਗੱਲ ਕਹਿ ਦਈਏ ਕਿ ਸਾਨੂੰ ਆਹ ਜਿਹੜੀ ਡਿਮਾਂਡ ਆ ਅਸੀਂ ਆਹ ਪੂਰਾ ਕਰਨਾ ਆ। ਬਹੁਤ ਸ਼ਰਧਾਲੂ ਪਰਿਵਾਰ ਆ, ਬਹੁਤ ਸਿੱਖ ਸੰਗਤ ਆ ਜਿਹਨੇ ਆਪ ਹੀ ਉਹ ਖਰਚਾ ਪੂਰਾ ਕਰ ਦੇਣਾ ਆ। ਬਿਲਕੁਲ ਜੀ, ਇੱਕ ਵਿਸ਼ਵਾਸ ਦੀ ਗੱਲ ਗੁਰੂ ਤੇ ਵਿਸ਼ਵਾਸ ਸੰਗਤ ਤੇ, ਜੇ ਅਸੀਂ ਉਹ ਨਹੀਂ ਰੱਖਦੇ ਉਹਦੇ ਵਿੱਚ ਅਸੀਂ ਆਪ ਹੀ ਮਾਰ ਖਾ ਰਹੇ ਆ। ਹਾਂਜੀ, ਇਹਦੇ ਵਿੱਚ ਸਰਦਾਰ ਮਨਿੰਦਰ ਸਿੰਘ ਜੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਹੈ। ਆਰੀਅਨ ਦਿਓਲ ਬੱਚਾ ਸਿਰਫ 1 ਸਾਲ ਦਾ ਅੱਜ ਪਿਛਲੇ ਹਫਤੇ ਹੋਇਆ ਹੈ, ਉਹਦੇ ਇਲਾਜ ਦੇ ਲਈ ਲੋੜ ਸੀ $3 ਮਿਲੀਅਨ ਕਮਿਊਨਿਟੀ ਨੇ 1 ਵੀਕ ਦੇ ਵਿੱਚ ਇਕੱਠਾ ਕਰ ਦਿੱਤਾ। ਤੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪਾਂ ਦੀ ਗੱਲਬਾਤ ਆਏਗੀ, ਭਾਵੇਂ 50 ਮਿਲੀਅਨ ਤੁਸੀਂ ਉਹਦੇ ਹਿਸਾਬ ਨਾਲ ਤੁਸੀਂ ਇਕੱਠਾ ਕਰ ਲਓ, ਜਿੰਨੇ ਮਰਜ਼ੀ ਜੇ ਸਰੂਪ ਚਾਹੀਦੇ ਨੇ ਤੇ ਇੱਥੇ ਆ ਸਕਦੇ ਨੇ। ਤੁਹਾਡੇ ਕਹਿਣ ਤੋਂ ਭਾਵ ਇਹ ਹੈ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਿਸਟਮ ਦੇ ਅਧੀਨ ਇੱਥੇ ਪ੍ਰੈਸ ਲਾਉਂਦੀ ਹੈ, ਫਿਰ ਉਹਦੇ 'ਚ ਕਿਸੇ ਜਥੇਬੰਦੀ ਨੂੰ ਕੋਈ ਇਤਰਾਜ਼ ਨਹੀਂ? ਹਾਂਜੀ, ਫਿਰ ਅਸੀਂ ਉਹਨਾਂ ਨਾਲ ਕੰਮ ਕਰ ਸਕਦੇ ਹਾਂ ਜੇ ਉਹਨਾਂ ਦੇ ਅਗਵਾਈ ਹੇਠ ਹੁੰਦਾ ਹੈ, ਉਹਨਾਂ ਦਾ ਕੰਟਰੋਲ ਹੋਵੇ, ਇੱਕ ਸਾਂਝੀ ਜਗ੍ਹਾ ਹੋਵੇ, ਸਾਂਝੀ ਕੋਈ ਇੱਥੇ ਲੋਕਲੀ ਜੇ ਉਹਨਾਂ ਨੂੰ ਸਾਡੀ ਇਨਫਰਾਸਟ੍ਰਕਚਰ ਦੀ ਲੋੜ ਆ, ਰਿਸੋਰਸਿਸ ਦੀ ਲੋੜ ਆ, ਜਿੱਦਾਂ ਉਹਨਾਂ ਨੇ ਅਮਰੀਕਾ ਦੇ ਵਿੱਚ ਟਰਾਈ ਕੀਤੀ ਸੀਗੀ। ਉਹਦੇ ਵਿੱਚ ਆਈ ਥਿੰਕ ਇੱਦਾਂ ਦੀ ਜੇ ਅਸੀਂ ਸਤਿਕਾਰ ਤੇ ਸੇਵਾ ਸੰਭਾਲ ਦੀ ਗੱਲ ਦੇਖੀਏ ਤੇ ਜੇ ਲੋਕਲਾਈਜ਼ ਪ੍ਰਿੰਟਿੰਗ ਹੋਵੇ ਤੇ ਲੋਕਲਾਈਜ਼ ਦਾ ਮਤਲਬ ਇਹ ਵੀ ਹੈ ਕਿ ਅਸੀਂ ਇਹਨੂੰ ਜੇ ਇੱਕ ਸਟੈਪ ਗਾਂਹ ਨੂੰ ਲੈ ਕੇ ਜਾਂਦੇ ਹਾਂ ਕਿ ਕੈਨੇਡਾ ਦੇ ਵਿੱਚ ਪ੍ਰਿੰਟਿੰਗ ਹੁੰਦੀ ਹੈ, ਕੈਨੇਡਾ ਨੂੰ ਅਮਰੀਕਾ ਦੇ ਵਿੱਚ ਟਰਾਂਸਪੋਰਟ ਕਰਨਾ ਬੜਾ ਔਖਾ ਹੈ ਕਿਉਂਕਿ ਤੁਸੀਂ ਜਦੋਂ ਬਾਰਡਰ ਕ੍ਰਾਸ ਕਰਨਾ ਆ ਉੱਥੇ ਵੀ ਬੇਅਦਬੀ ਹੋਊਗੀ। ਅਸੀਂ ਇਹ ਗੱਲ ਸਾਨੂੰ ਮੰਨ ਕੇ ਤੁਰਨਾ ਪੈਣਾ ਆ ਕਿ ਬਾਰਡਰਸ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੋਇਆ ਆ ਕਿ ਉਹਨਾਂ ਨੇ ਮਹਾਰਾਜ ਦੇ ਸਰੂਪ ਚੈੱਕ ਕਰਨੇ ਆ, ਉਹਨਾਂ ਨੇ ਉਹ ਸਾਰੇ ਕੁਝ ਖੋਲ੍ਹਣਾ ਆ, ਉਹਨਾਂ ਦੀ ਜਿਹੜੀ ਵਿਛਾਈ ਵੀ ਆ, ਕੋਈ ਵੀ ਆ ਰੁਮਾਲੇ ਆ, ਉਹ ਸਾਰਾ ਕੁਝ ਲਾਉਣਾ ਆ। ਸਾਨੂੰ ਉਹ ਹੋ ਸਕਦਾ ਹੈ ਕਿ ਲਾਈਕ ਐਕਸ-ਰੇ ਮਸ਼ੀਨਸ ਹੋਰ ਚੀਜ਼ਾਂ ਉਹ ਵਰਤ ਸਕਦੇ ਆ, ਪਰ ਉਹਦੇ ਵਿੱਚ ਵੀ ਅਸੀਂ ਸੋਚੀਏ ਕਿ ਕੀ ਹੋ ਰਿਹਾ ਆ ਤੇ ਕਾਹਦੇ ਲਈ ਅਸੀਂ ਮਹਾਰਾਜ ਨੂੰ ਇਹੋ ਜਿਹੇ ਸਿਸਟਮ ਦੇ ਵਿੱਚ ਪਾ ਰਹੇ ਹਾਂ ਕਿ ਅਸੀਂ ਜੇ ਇਦਾਂ ਕਰ ਰਹੇ ਹਾਂ। ਜੇ ਲੋਕਲਾਈਜ਼ ਪ੍ਰਿੰਟਿੰਗ ਕੈਨੇਡਾ ਦੇ ਵਿੱਚ ਹੁੰਦੀ ਹੈ ਤੇ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਹੁੰਦੀ ਹੈ, ਉਹਦੇ ਵਿੱਚ ਇੰਨਾ ਕਿਹਾ ਕਿ ਲੋਕਲ ਪ੍ਰਿੰਟਿੰਗ ਦੇ ਵਿੱਚ ਸਭ ਤੋਂ ਘੱਟ ਚਾਂਸਸ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਹੁੰਦੇ ਆ ਕੋਈ ਨਾ ਕੋਈ ਬੇਅਦਬੀ ਹੋਣ ਨਾਲੋਂ। ਪਲੇਨਸ ਦੇ ਵਿੱਚ ਟਰਾਂਸਪੋਰਟ ਰਾਹੀਂ ਬੱਸਸ, ਸ਼ਿਪਸ, ਕਾਰਗੋ, ਇਹਦੇ ਵਿੱਚ ਆਲਵੇਜ਼ ਬੇਅਦਬੀ ਹੋਣੀ ਹੈ। ਤੇ ਜੇ ਡਿਮਾਂਡ ਜਿਹੜੀ ਆ ਉਹਦਾ ਮੈਂ ਮੁੜ ਕੇ ਉੱਥੇ ਗੱਲ ਆਉਂਦਾ ਕਿ ਅਸੀਂ ਬਹੁਤ ਛੇਤੀ ਗੱਲ ਨੂੰ ਲੈ ਜਾਂਦੇ ਆ ਕਿ ਇਹ ਕਿੱਦਾਂ ਹੋਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਜਿਹੜੀ ਜਿੰਨਾ ਚਿਰ ਇੱਕ ਲੋਕਲ ਪ੍ਰੋਸੈਸ ਨਹੀਂ ਹੈਗਾ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ, ਹੁਣ ਇੱਥੇ ਇਹ ਨਿਊਜ਼ ਸਟੋਰੀ ਹੈ, ਮੈਂ ਕੋਈ ਆਪਣੇ ਵੱਲੋਂ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਜੇ ਉਹਨਾਂ ਦੇ ਥੱਲਿਓਂ 267 ਜਿਹੜੇ ਸਰੂਪ ਆ ਗੁੰਮ ਹੋ ਸਕਦੇ ਆ। ਓਕੇ, ਪਰ ਇਹਦੇ ਵਿੱਚ ਵੀਰ ਮਨਿੰਦਰ ਸਿੰਘ ਜੀ ਜਿਹੜੀਆਂ 8 ਜਥੇਬੰਦੀਆਂ ਤੁਹਾਡੇ ਨਾਲ ਨੇ ਜਿਹਨਾਂ ਤੁਸੀਂ ਜ਼ਿਕਰ ਵੀ ਕੀਤਾ ਗੁਰਦੁਆਰਾ ਸਾਹਿਬਾਨ ਦਾ, ਇਹਨਾਂ ਦੇ ਵਿੱਚ ਕੁਝ ਜਥੇਬੰਦੀਆਂ ਨੇ ਤੇ ਬਕਾਇਦਾ ਉਦੋਂ 2014 ਦੇ ਵਿੱਚ ਲਿਖ ਕੇ ਵੀ ਦਿੱਤਾ ਸੀ ਕਿ ਇੱਥੇ ਸਰੂਪ ਛਪਣੇ ਚਾਹੀਦੇ ਨੇ। ਅੱਜ ਉਹੀ ਜਥੇਬੰਦੀਆਂ ਕਹਿ ਰਹੀਆਂ ਕਿ ਨਹੀਂ ਛਪਣੇ ਚਾਹੀਦੇ, ਉਹ ਕਿਉਂ? ਆਈ ਥਿੰਕ ਇਹ ਸੇਮ ਚੀਜ਼ ਹੈ ਜਿੱਥੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਲਾ ਲਾ, ਤੁਸੀਂ ਲੋਕਲ ਗੁਰਦੁਆਰੇ ਨੂੰ ਵੀ ਉੱਦਾਂ ਦੇਖ ਸਕਦੇ ਹਾਂ। ਜਿੱਦਾਂ ਪ੍ਰਬੰਧ ਚੇਂਜ ਹੁੰਦਾ ਆ, ਡਿਫਰੈਂਟ ਟਾਈਪਸ ਆਫ ਬੰਦੇ ਆਉਂਦੇ ਆ ਤੇ ਇਹਦੇ ਵਿੱਚ ਜਿਹੜੀ ਸੰਗਤ ਆ ਉਹਨੂੰ ਸਾਵਧਾਨ ਰਹਿਣਾ ਪੈਣਾ ਹੈ ਕਿ ਮੇਰੇ ਵਰਗੇ ਅੱਜ
ਸਹੀ ਫੈਸਲਾ ਕੋਈ ਲਓਗੇ, ਕੱਲ੍ਹ ਨੂੰ ਕੋਈ ਗਲਤ ਲੈ ਸਕਦੇ ਆ, ਸਾਨੂੰ ਖਿੱਚਣਾ ਕਿਹਨੇ ਆ ਪਿੱਛੇ ਮਗਰੋਂ। ਅਸੀਂ ਵੀ ਐਟ ਦੀ ਐਂਡ ਆਫ ਦ ਡੇ ਇਨਸਾਨ ਹੀ ਆ, ਸਾਡੇ ਤੋਂ ਵੀ ਗਲਤੀਆਂ ਹੋ ਜਾਂਦੀਆਂ ਆ। ਸੋ ਆਈ ਥਿੰਕ ਇਹ ਜਿਹੜੀਆਂ 4-5 ਸਾਲ ਪਹਿਲਾਂ ਜਿਹੜੇ ਚਿੱਠੀਆਂ ਇਨ ਸਪੋਰਟ ਦਿੱਤੀਆਂ ਗਈਆਂ ਸੀਗੀਆਂ ਖਾਲਸਾ ਸਕੂਲ ਨੂੰ ਜੀ, ਕਿ ਖਾਲਸਾ ਸਕੂਲ ਜੇ ਪ੍ਰਿੰਟ ਕਰਦੇ ਆ ਕਿ ਬਾਕੀ ਜਿਹੜੀਆਂ ਸੰਸਥਾਵਾਂ ਲੋਕਲੀ ਆ ਉਹਨਾਂ ਦੀ ਸਪੋਰਟ ਦੇ ਵਿੱਚ ਆਉਣਗੀਆਂ, ਆਈ ਥਿੰਕ ਉਹ ਜਦੋਂ 420 ਸਰੂਪ ਆਏ ਸੀਗੇ, ਉਹਦੀ ਜਿਹੜੀ ਉੱਥੇ ਬੇਅਦਬੀ ਦੇ ਇਸ਼ੂਜ਼ ਨਿਕਲੇ, ਉਹ ਸਾਰਾ ਕੁਝ ਹੋਇਆ ਸੀਗਾ। ਉਹ ਜਿਹੜਾ ਫੈਸਲਾ ਉਸ ਟਾਈਮ ਤੇ ਉਸ ਪ੍ਰਬੰਧਕਾਂ ਨੇ ਲਏ ਸੀ, ਉਹ ਹੋ ਸਕਦਾ ਉਹਨਾਂ ਦੇ ਮਨ ਦੇ ਵਿੱਚ ਇਹੀ ਇੱਕ ਸਿਸਟਮ ਸੀਗਾ ਜਿਹੜੇ ਇਹ ਗਾਂ ਬੇਅਦਬੀ ਰੋਕਣ ਦਾ ਇੱਕ ਚਾਂਸ ਸੀਗਾ। ਪਰ ਜੇ ਅੱਜ ਅਸੀਂ ਉਹਨੂੰ ਥੋੜ੍ਹਾ ਜਿਹਾ ਮੁੜ ਕੇ ਜੇ ਅਸੀਂ ਲਰਨ ਨਹੀਂ ਕਰਦੇ ਜਾਂ ਅਸੀਂ ਕੋਈ ਸਿੱਖਿਆ ਨਹੀਂ ਲੈਂਦੇ, ਅੱਜ ਅਸੀਂ ਇੱਦਾਂ ਦੇਖ ਰਹੇ ਹਾਂ ਕਿ ਜਲਦ ਦੇ ਵਿੱਚ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ, ਕਰਕੇ ਜਲਦ ਦੇ ਵਿੱਚ ਹੀ ਅਸੀਂ ਮਾਰ ਖਾਂਦੇ ਹਾਂ। ਇਹਦੇ ਵਿੱਚ ਜਿਹੜੇ ਪੰਥਕ ਵਿਦਵਾਨ ਆ, ਸ਼੍ਰੋਮਣੀ ਕਮੇਟੀ ਆ, ਅਕਾਲ ਤਖਤ ਸਾਹਿਬ ਆ, ਬਾਹਰ ਕੋਈ ਹੋਰ ਸੂਝਵਾਨ ਸਿੱਖ ਆ, ਸਿਰਫ ਇਹ ਨਹੀਂ ਹੈਗਾ ਕਿ ਗੁਰਦੁਆਰੇ ਦੇ ਵਿੱਚ ਹੀ ਸੂਝਵਾਨ ਸਿੱਖ ਆ, ਸਿੱਖ ਬਹੁਤ ਘਰਾਂ ਦੇ ਵਿੱਚ ਜਿਹੜੇ ਬਹੁਤ ਇਹ ਮਸਲੇ ਤੇ ਗੰਭੀਰਤਾ ਨਾਲ ਦੇਖ ਰਹੇ ਆ। ਜੇ ਉਹਨਾਂ ਨੂੰ ਇਨਵੋਲਵ ਕਰਕੇ ਇਹਦਾ ਭਾਵੇਂ ਸਾਲ ਲੱਗ ਜਾਵੇ, 2 ਸਾਲ ਲੱਗ ਜਾਵੇ, ਜੇ ਇਹਦਾ ਕੋਈ ਚੰਗਾ ਹੱਲ ਲੱਭਦਾ ਆ ਤੇ ਇੱਕ ਸਿੱਖਾਂ ਦੀ ਜਿਹੜੀ ਸਿਰਮੌਰ ਜਥੇਬੰਦੀ ਬਹੁਤ ਕੁਰਬਾਨੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਹੋਂਦ ਵਿੱਚ ਆਈ ਆ, ਜੇ ਅਸੀਂ ਉਹਨੂੰ ਇੰਨੀ ਛੇਤੀ ਬਾਈਪਾਸ ਨਾ ਕਰੀਏ ਤੇ ਅਕਾਲ ਤਖਤ ਸਾਹਿਬ ਦਾ ਹੁਕਮਨਾਮੇ ਦੀ ਜੇ ਅਸੀਂ ਆਪ ਹੀ ਉਲੰਘਣਾ ਕਰਨਾ ਪਏ, ਉਹ ਵੀ ਇੱਕ ਇਹੋ ਜਿਹਾ ਹੁਕਮਨਾਮਾ ਜਿਹੜੀ ਮਹਾਰਾਜ ਦੇ ਸਤਿਕਾਰ ਲਈ ਬਿਹਤਰ ਲਈ ਉਹ ਲਿਖਿਆ ਗਿਆ ਸੀ, ਫਿਰ ਅਸੀਂ ਆਪ ਉੱਥੇ ਗੁਨਾਹਗਾਰ ਹੋਵਾਂਗੇ ਜੇ ਸਟੈਪ ਕੋਈ ਚੁੱਕਿਆ। ਫਿਰ ਇਹ ਲੱਗਦਾ ਹੈ ਕਿ ਉਹ ਵਿਅਕਤੀ ਜਿਨ੍ਹਾਂ ਨੇ ਬਕਾਇਦਾ ਉਦੋਂ ਚਿੱਠੀਆਂ ਦਿੱਤੀਆਂ ਜਾਂ ਜਿਹੜੇ ਇੱਥੇ ਛਪਾਉਣ ਦਾ ਯਤਨ ਕਰ ਰਹੇ ਨੇ, ਉਹ ਅਕਾਲ ਤਖਤ ਸਾਹਿਬ ਦੇ 2008 ਵਾਲਾ ਜਿਹੜਾ 9/4/1998 ਨੂੰ ਜਥੇਦਾਰ ਭਾਈ ਰਣਜੀਤ ਸਿੰਘ ਉਹਨਾਂ ਵੱਲੋਂ ਕੀਤਾ ਜਾਰੀ ਹੁਕਮਨਾਮਾ ਸੀ, ਉਹਦੀ ਅਵਗਿਆ ਕਰ ਰਹੇ ਨੇ। ਆਈ ਥਿੰਕ ਉਹਨਾਂ ਨੇ ਜਾਂ ਕਿਸੇ ਦੇ ਖਿਆਲ 'ਚ ਨਾ ਹੋਊਗਾ, ਹੁਣ ਉਹ ਤਾਂ ਉਹਨਾਂ ਨੂੰ ਹੀ ਆਪਾਂ ਪੁੱਛ ਸਕਦੇ ਹਾਂ, ਮੈਂ ਕਿਸੇ ਦੇ ਔਨ ਬਿਹਾਫ ਇੱਦਾਂ ਗੱਲ ਵੀ ਨਹੀਂ ਕਰ ਸਕਦਾ। ਪਰ ਮੇਰੇ ਹਿਸਾਬ ਦੇ ਨਾਲ ਅਸੀਂ ਉਹ ਹੁਕਮਨਾਮੇ ਨੂੰ ਲੈ ਕੇ ਤੁਰੇ ਸੀਗੇ ਇਸ ਵਾਰੀ, ਕਿ ਅਸੀਂ ਉਹ ਹੁਕਮਨਾਮੇ ਨੂੰ ਮੁੱਖ ਰੱਖਿਆ ਤੇ ਉਸ ਤੋਂ ਬਾਅਦ ਨਹੀਂ ਅਸੀਂ ਜਾਣਾ ਚਾਹੁੰਦੇ ਸੀ। ਤਾਂ ਹੀ ਜਿਹੜਾ ਪਿਛਲੇ ਸਾਲ ਦੀ ਆਲਮੋਸਟ ਇਹ ਗੱਲ ਚੱਲ ਰਹੀ ਹੈ, ਨਵੰਬਰ ਦੀ ਇਹ ਗੱਲ ਨਵੰਬਰ-ਦਸੰਬਰ 2019 ਦੀ ਗੱਲ ਲੋਕਲੀ ਇੱਥੋਂ ਸ਼ੁਰੂ ਹੋਈ ਸੀਗੀ, ਜਦੋਂ ਮੇਰੇ ਤੱਕ ਨੌਜਵਾਨਾਂ ਨੇ ਲੋਕਲੀ ਇੱਥੇ ਇਹ ਗੱਲ ਲਿਆਂਦੀ ਸੀ ਕਿ ਇੱਥੇ ਕਿਸੇ ਘਰ ਦੇ ਵਿੱਚ ਪ੍ਰਿੰਟਿੰਗ ਸ਼ੁਰੂ ਹੋਣ ਲੱਗੀ ਹੈ। ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਕਿ ਘਰ ਜਿਹੜਾ ਗ੍ਰਹਿ ਆ ਉਹ ਭਾਈ ਬਲਵੰਤ ਸਿੰਘ ਪੰਧੇਰ ਦਾ ਗ੍ਰਹਿ ਆ। ਮੈਂ ਉਹਨਾਂ ਨੂੰ ਫੋਨ ਕੀਤਾ, ਉਹਨਾਂ ਨੇ ਮੈਨੂੰ ਗ੍ਰਹਿ ਤੇ ਸੱਦਿਆ ਵੀ, ਮੈਂ ਉੱਥੇ ਜਾ ਕੇ ਸਾਰਾ ਕੁਝ ਦੇਖਿਆ ਤੇ ਉਹ ਇੱਕ ਕਮਰੇ ਦੇ ਵਿੱਚ ਉਹਨਾਂ ਦੇ ਗ੍ਰਹਿ ਦੇ ਵਿੱਚ ਉਹਨਾਂ ਨੇ ਇੱਕ ਸੈਟਅਪ ਕੀਤਾ ਸੀਗਾ ਜਿੱਥੇ ਮਸ਼ੀਨਾਂ ਉਹਨਾਂ ਨੇ ਆਪਣੇ ਵੱਲੋਂ ਜਿੰਨੀ ਵੀ ਉਹ ਸੇਵਾ ਸੰਭਾਲ ਸਤਿਕਾਰ ਨਾਲ ਕਰ ਸਕਦੇ ਉਹਨਾਂ ਨੇ ਸੈਟਅਪ ਕੀਤੀ ਸੀਗੀ। ਪਰ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਕਿ ਕਿਸੇ ਦੇ ਘਰ ਦੇ ਵਿੱਚ ਇਦਾਂ ਪ੍ਰਿੰਟਿੰਗ ਹੋਵੇ, ਕਿ ਇਹ ਗੱਲ ਜਿਹੜੀ ਆ ਅਸੀਂ ਕਮੇਟੀਆਂ ਮੋਹਰੇ ਤੁਸੀਂ ਜੇ ਆਣ ਕੇ ਮੀਟਿੰਗ ਦੇ ਵਿੱਚ ਬੈਠੋ। ਫਿਰ ਫੈਬਰੂਅਰੀ ਤੋਂ ਲੈ ਕੇ ਜੁਲਾਈ ਤੱਕ ਸਾਡੀਆਂ ਲਗਾਤਾਰ ਮੀਟਿੰਗਾਂ ਹੋਈਆਂ ਉਹਨਾਂ ਦੇ ਨਾਲ। ਉਹਦੇ ਵਿੱਚ ਸਾਨੂੰ ਜੁਲਾਈ ਦੇ ਵਿੱਚ ਪਤਾ ਲੱਗਿਆ ਕਿ ਇਹਨਾਂ ਨੇ ਟੈਸਟਿੰਗ ਤੇ ਪ੍ਰਿੰਟ ਜਿਹੜੇ ਸਰੂਪ ਆ ਉਹ ਤਿਆਰ ਕਰਨ ਆਪੇ ਸੀ ਤੇ 15 ਸਰੂਪ ਉਹ ਮੰਨ ਕੇ ਗਏ ਕਿ ਅਸੀਂ ਆਲਰੇਡੀ 15 ਸਰੂਪ ਤਕਰੀਬਨ ਛਾਪੇ ਆ ਜੀ। ਸੋ ਇਹ ਸਾਰਾ ਪ੍ਰੋਸੈਸ ਜਿਹੜਾ ਆ ਲਾਈਕ ਐਜ਼ ਇਨ ਸਾਨੂੰ ਹੁਣ ਤੱਕ ਇਦਾਂ ਲੱਗਿਆ ਕਿ ਆਲਮੋਸਟ ਸਾਲ ਦਾ ਇਦਾਂ ਚੱਲ ਰਿਹਾ ਆ ਰਿਹਾ ਆ। ਪਰ ਅਸੀਂ ਮੁੱਖ ਤੋਂ ਹੀ ਜਦੋਂ ਉਹਨਾਂ ਨਾਲ ਗੱਲਬਾਤ ਸ਼ੁਰੂ ਵੀ ਕੀਤੀ ਸੀਗਾ, ਜਿਹੜੇ ਭਾਈ ਰਣਜੀਤ ਸਿੰਘ ਦਾ ਹੁਕਮਨਾਮਾ ਆ ਉਹਨੂੰ ਮੁੱਖ ਰੱਖਿਆ ਕਿ ਸਾਰਿਆਂ ਨੇ, ਤੇ ਇਹਦੇ ਵਿੱਚ ਭਾਈ ਰੂਪ ਦਮਨ ਸਿੰਘ ਤੇ ਭਾਈ ਬਲਵੰਤ ਸਿੰਘ ਦੀ ਪਿਛਲੀ 40 ਸਾਲਾਂ ਦੇ ਵਿੱਚ ਭਾਵੇਂ ਅੱਜ ਲਾਈਕ ਐਜ਼ ਇਨ ਸਾਡੀ ਹੋ ਸਕਦਾ ਹੈ ਕਿ ਇਹ ਵਿਚਾਰ ਨਾ ਮਿਲਦੇ ਹੋਣ, ਉਹਨਾਂ ਨੇ ਇੱਕ ਸੇਵਾ ਨਿਭਾਈ ਆ ਲੋਕਲੀ ਤੇ ਇਹ ਜਿਹੜੇ ਮਹਾਰਾਜ ਦੇ ਸਰੂਪ ਇੱਥੇ ਲਿਆਉਣ ਦੀ। ਤੇ ਸਾਨੂੰ ਪਤਾ ਆ ਕਿ ਉਹਦੇ ਵਿੱਚ ਗਲਤੀਆਂ ਵੀ ਹੋਈਆਂ ਆ, ਉਹਦੇ ਵਿੱਚ ਬਹੁਤ ਕੁਝ ਹੋਇਆ ਤੇ ਉਹ ਇੱਕ ਬਿਹਤਰੀਨ ਤਰੀਕਾ ਹੁਣ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਭਾਈ ਰੂਪ ਦਮਨ ਸਿੰਘ ਨੇ ਸਾਨੂੰ ਫੇਸ ਟੂ ਫੇਸ ਜਿਹੜੇ ਸਾਡੇ ਲੋਕਲ ਗੁਰਦੁਆਰੇ ਇੱਥੇ ਸੁਸਾਇਟੀਜ਼ ਆ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਮੈਂ ਬਿਲਕੁਲ ਇਸ ਤੋਂ ਪਿੱਛੇ ਹਟਣ ਲਈ ਤਿਆਰ ਹਾਂ, ਕਿ ਸਾਰੀ ਜਿਹੜੀ ਇਹ ਕੋਈ ਸੇਵਾ ਆ ਪ੍ਰਿੰਟਿੰਗ ਦੀ ਮਹਾਰਾਜ ਸਰੂਪ ਲਿਆਉਣ ਦੀ ਕਿ ਗੁਰਦੁਆਰੇ ਸਾਹਿਬ ਜਿਹੜੇ ਆ ਉਹ ਲੈ ਲੈਣ, ਕਿ ਮੈਂ ਪਿੱਛੇ ਹਟ ਜਾਂਦਾ ਆ। ਅਸੀਂ ਉਹਨਾਂ ਨੂੰ ਫਿਰ ਇਹੀ ਗੱਲ ਦਿੱਤਾ ਕਿ ਅਸੀਂ ਪ੍ਰਿੰਟਿੰਗ ਦੀ ਸੇਵਾ ਕੋਈ ਨਹੀਂ ਲੈ ਸਕਦੇ, ਕਿ ਸ਼੍ਰੋਮਣੀ ਕਮੇਟੀ ਦੀ ਪਰਮਿਸ਼ਨ ਤੋਂ ਬਿਨਾਂ ਇਹ ਪ੍ਰਿੰਟਿੰਗ ਹੋਣੀ ਨਹੀਂ ਚਾਹੀਦੀ। ਤੇ ਅਸੀਂ ਉਹਨਾਂ ਨੂੰ ਬੇਨਤੀ ਪੱਤਰ ਜ਼ਰੂਰ ਲਿਖ ਸਕਦੇ ਹਾਂ ਕਿ ਉਹ ਇਹ ਮਸਲੇ ਦੇ ਵਿੱਚ ਆਣ ਕੇ ਇਹਦਾ ਕੋਈ ਹੱਲ ਲੱਭਣ। ਪਰ ਜਦੋਂ ਸਾਨੂੰ ਇਹ ਵੀ ਗੱਲ ਪਤਾ ਲੱਗ ਗਈ ਕਿ ਪ੍ਰਿੰਟਿੰਗ ਹੋ ਚੁੱਕੀ ਹੈ, ਫਿਰ ਅਸੀਂ ਉਹ ਬੇਨਤੀ ਪੱਤਰ ਦੇ ਵਿੱਚ ਇਹ ਵੀ ਦੱਸ ਦਿੱਤਾ ਕਿ ਸਾਡਾ ਫਰਜ਼ ਬਣਦਾ ਸੀ ਕਿ ਇੱਥੇ ਲੋਕਲੀ ਪ੍ਰਿੰਟਿੰਗ ਹੋਈ ਆ, ਆਹ ਟਰੱਸਟ ਆ ਇਹਨੇ ਪ੍ਰਿੰਟਿੰਗ ਕੀਤੀ ਆ, ਆਹ 2 ਸਿੰਘ ਆ ਇਹਨਾਂ ਨੇ ਇਹ ਪ੍ਰਿੰਟਿੰਗ ਦੇ ਵਿੱਚ ਸ਼ਾਮਲ ਆ, ਤੇ ਜੇ ਕੋਈ ਵੀ ਕਾਰਵਾਈ ਅਕਾਲ ਤਖਤ ਸਾਹਿਬ ਨੇ ਕਰਨੀ ਆ ਉਹ ਹੁਣ ਆਪਣੇ ਉਹਨਾਂ ਦੇ ਫਰਜ਼ ਬਣਦਾ ਹੈ ਕਿ ਉਹ ਕੋਈ ਵੀ ਕਾਰਵਾਈ ਕਰਨੀ ਉਹ ਆਪਣੇ ਮੁਤਾਬਕ ਕਰਨ। ਹੁਣ ਨਹੀਂ, ਅਕਾਲ ਤਖਤ ਸਾਹਿਬ ਤਾਂ ਮਨਿੰਦਰ ਸਿੰਘ ਜੀ ਤਾਂ ਹੀ ਕਾਰਵਾਈ ਕਰੇਗਾ ਕਿਉਂਕਿ ਰਿਪਦਮਨ ਸਿੰਘ ਜੀ ਮਲਕ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ ਪਿਛਲੇ ਦਿਨੀ। ਉਹ ਕਹਿੰਦੇ ਮੇਰੇ ਕੋਲ ਬਕਾਇਦਾ ਪੇਪਰ ਵਰਕ ਹੈ, ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਆਇਆ, ਉੱਥੇ ਬਕਾਇਦਾ ਪ੍ਰਧਾਨ ਸਨ ਗੁਰਦੁਆਰਾ ਸਾਹਿਬ ਦੇ, ਜਨਰਲ ਸਕੱਤਰ ਸਨ, ਸਾਰਿਆਂ ਨਾਲ ਬਹਿ ਕੇ ਗੱਲਬਾਤ ਹੋਈ, ਉਹਨਾਂ ਤੋਂ ਪ੍ਰਵਾਨਗੀ ਮਿਲੀ ਹੈ ਤਾਂ ਹੀ ਆ ਕੇ ਕੰਮ ਸ਼ੁਰੂ ਕੀਤਾ। ਜਦੋਂ ਪਿਛਲੇ ਦਿਨੀ ਇੰਡੀਆ ਤੇ ਪਾਕਿਸਤਾਨ ਦਾ ਉਹ ਚੱਕਰ ਲਾ ਕੇ ਆਏ ਸਨ ਉਦੋਂ ਉਹਨਾਂ ਨੇ ਜ਼ਿਕਰ ਕੀਤਾ ਸੀ।
ਮੰਨ ਲਿਆ ਜਾਵੇ ਜੇ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖਦੇ ਹੋ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਸਰਦਾਰ ਰੂਪ ਸਿੰਘ, ਅੱਜ ਕੱਲ੍ਹ ਉਹ ਕੈਨੇਡਾ ਦੇ ਵਿੱਚ ਨੇ, ਇਹ ਵੀ ਪਤਾ ਲੱਗਾ ਕਿ ਇੱਥੇ ਵੀ ਫੇਰੀ ਵੱਜੀ ਹੈ, ਭਾਵੇਂ ਅੱਜ ਕੱਲ੍ਹ ਦੇ ਵਿੱਚ ਉਹਨਾਂ ਨੇ ਵਾਪਸ ਵੀ ਜਾਣਾ ਸੀ, ਉਸ ਦਾ ਚਲੇ ਗਿਆ ਹੁਣ ਅੱਜ, ਪਰ ਉਹਨਾਂ ਦੀ ਜਦੋਂ ਪ੍ਰਵਾਨਗੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਉਹੀ ਕੁਝ ਕਹਿਣਗੇ ਜੋ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਕਹੇਗੀ, ਸ਼੍ਰੋਮਣੀ ਕਮੇਟੀ ਉਹੀ ਕੁਝ ਕਰੇਗੀ ਜੋ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਕਹੇਗਾ, ਸ਼੍ਰੋਮਣੀ ਅਕਾਲੀ ਦਲ ਨੇ ਉਹੀ ਕੁਝ ਕਰਨਾ ਹੈ ਜੋ ਉਹਨਾਂ ਨੂੰ ਭਾਜਪਾ ਕਹੇਗੀ, ਭਾਜਪਾ ਉਹੀ ਕੁਝ ਕਰੇਗੀ ਜੋ ਉਹਨਾਂ ਨੂੰ ਆਰਐਸਐਸ ਕਹੇਗੀ। ਹਾਂਜੀ, ਇਹ ਸੋ ਉਹਨਾਂ ਨੂੰ ਜਿਹੜੀ ਪ੍ਰਵਾਨਗੀ ਦੀ ਗੱਲ ਆ, ਉਹ ਪਹਿਲੀ ਗੱਲ ਤਾਂ ਜਿੰਨੀ ਵੀ ਅਸੀਂ SGPC ਵੱਲੋਂ ਈਮੇਲਸ ਡਾਕੂਮੈਂਟੇਸ਼ਨ ਦੇਖੀ ਹੈ ਤੇ ਜਿਹੜੀ ਭਾਈ ਮਾਲਕ ਤੇ ਭਾਈ ਪੰਦੇਰ ਨੇ ਦਿੱਤੀ ਹੈ, ਉਹਦੇ ਵਿੱਚ ਕੋਈ ਵੀ ਜ਼ਿਕਰ ਨਹੀਂ ਹੈਗਾ ਕਿ ਪ੍ਰਵਾਨਗੀ ਪਰਮਿਸ਼ਨ ਮਿਲੀ ਹੈ। ਉਹਦੇ ਵਿੱਚ ਸਿਰਫ ਇਹੀ ਲਿਖਿਆ ਹੈ ਕਿ ਤੁਸੀਂ ਚਾਰਟਰਡ ਫਲਾਈਟਸ ਦਾ ਰੂਟ ਜਿਹੜਾ ਉਹ ਵਰਤ ਸਕਦੇ ਆ ਜੀ। ਉਹ ਈਮੇਲ ਸਾਰੀਆਂ ਮੇਰੇ ਕੋਲ ਵੀ ਨੇ ਤੇ ਉਹਨਾਂ ਨੇ ਮੈਨੂੰ ਫੋਰਵਰਡ ਵੀ ਕੀਤੀਆਂ ਸੀਗੀਆਂ ਭਾਈ ਮਾਲਕ ਨੇ। ਸੋ ਉਹਦੇ ਵਿੱਚ ਪ੍ਰਵਾਨਗੀ ਤਾਂ ਗੱਲ ਤਾਂ ਕੋਈ ਹੋਈ ਨਹੀਂ, ਤੇ ਜਿੰਨੀ ਕੁ ਗੱਲ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਹੀ ਅੜਿੱਕਾ ਪਾਇਆ ਆ ਉਹਨਾਂ ਦੇ ਮੁਤਾਬਕ ਕਿ ਉਹ ਹੋਣ ਨਹੀਂ ਦਿੰਦੇ ਪ੍ਰਿੰਟਿੰਗ, ਤੇ ਬਾਕੀ ਸਾਰੇ ਬੰਦੇ ਮੰਨੇ ਆ, ਤੇ ਸਿਰਫ ਸੁਖਬੀਰ ਸਿੰਘ ਜਿਹੜਾ ਆ ਉਹ ਨਹੀਂ ਹੋਣ ਦਿੰਦਾ, ਤੇ ਉਹਦੀ ਜਿਹੜੀ ਧਿਆਨ ਆ ਉਹ ਪੰਜਾਬ ਦੀ ਪੋਲਿਟਿਕਸ ਵੱਲੋਂ ਆ, ਤੇ ਉਹ ਇਹ ਪ੍ਰਿੰਟਿੰਗ ਇੱਥੇ ਦੇਖਣਾ ਨਹੀਂ ਚਾਹੁੰਦੇ, ਤੇ ਉਹਨੂੰ ਪ੍ਰਚਾਰ ਦੇ ਨਾਲ ਕੋਈ ਮਤਲਬ ਨਹੀਂ ਹੈਗਾ। ਸੋ ਜਿਹੜੀ ਉਹ ਉਹਨਾਂ ਨੇ ਸਾਡੇ ਨਾਲ ਗੱਲ ਸਾਂਝੀ ਕੀਤੀ ਆ ਉਹ ਇੱਥੇ ਤੱਕ ਸੀਮਿਤ ਆ। ਉਹਦੇ ਮੁਤਾਬਕ ਲੈਟਸ ਸੇ ਜਿੱਦਾਂ ਹੁਣ ਤੁਸੀਂ ਭਾਈ ਸਾਹਿਬ ਗੱਲ ਕੀਤੀ ਹੈ ਕਿ ਕੱਲ ਨੂੰ ਸ਼੍ਰੋਮਣੀ ਕਮੇਟੀ ਇਜਾਜ਼ਤ ਦੇ ਦਿੰਦੀ ਹੈ, ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਕਹਿੰਦਾ ਹੈ ਕਿ ਸਿਰਫ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ, ਅੱਗੇ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਕਹਿੰਦੀ ਆ ਕਿ ਚਲੋ ਅਸੀਂ ਇਸ ਫਲਾਣੇ ਵਿਅਕਤੀ ਨੂੰ ਜਾਂ ਫਲਾਣੇ ਸੰਸਥਾ ਨੂੰ ਪਰਮਿਸ਼ਨ ਦੇ ਦਿੰਦੇ ਆ, ਉਹ ਅਸੀਂ ਇਸ ਤਰ੍ਹਾਂ ਲਵਾਂਗੇ ਕਿ ਇਹ ਗੱਲ ਗਲਤ ਆ। ਸੋ ਇਹਦਾ ਮਤਲਬ ਇਹ ਨਹੀਂ ਕਿ ਸ਼੍ਰੋਮਣੀ ਜਿਹੜੀ ਕਮੇਟੀ ਆ ਉਹਦਾ ਹਰੇਕ ਫੈਸਲਾ ਉਹ ਠੀਕ ਹੋਣਾ ਆ, ਉਹਦੇ ਵਿੱਚ ਉਹਨਾਂ ਨੂੰ ਚੈਲੰਜ ਕਰਨਾ ਵੀ ਸਾਡਾ ਫਰਜ਼ ਬਣਦਾ ਆ, ਜਿੱਥੇ ਸਾਨੂੰ ਸਿੱਖਾਂ ਨੂੰ ਲੱਗਦਾ ਆ ਕਿ ਉਹਨਾਂ ਦਾ ਫੈਸਲਾ ਗਲਤ ਹੋਵੇ। ਜਿੱਥੇ ਤੁਸੀਂ ਆਪਾਂ ਗੱਲ ਦੇਖ ਸਕਦੇ ਆ ਕਿ ਪਿਛਲਿਆਂ ਦੇ ਵਿੱਚ ਜਥੇਦਾਰ ਗੁਰਬਚਨ ਸਿੰਘ ਥੱਲੇ ਜਿਨ੍ਹਾਂ ਨੂੰ ਕਹਿ ਲਓ ਕਿ ਗੁਰਮੀਤ ਰਾਮ ਰਹੀਮ ਵਾਲਾ ਜਿਹੜਾ ਹੁਕਮਨਾਮਾ ਸੀ 3 ਵਾਰੀ ਜਾਰੀ ਹੋਇਆ ਉੱਥੇ। ਐਗਜ਼ੈਕਟਲੀ, ਤੇ ਉਹ ਅਸੀਂ ਦੇਖ ਸਕਦੇ ਹਾਂ ਕਿ ਉਹ ਸੰਗਤ ਨੇ ਕਿੰਨੀ ਭਾਰੀ ਰੋਸ ਉਹ ਤੇ ਪ੍ਰਗਟ ਕਰਾਇਆ ਕਿ ਇਹ ਕਿੱਦਾਂ ਹੋ ਰਿਹਾ ਆ। ਤੇ ਜਿੱਦਾਂ ਤੁਸੀਂ ਆਲਰੇਡੀ ਡਿਸਕ੍ਰਾਈਬ ਕੀਤਾ ਆ ਕਿ ਤਾਰਾਂ ਕਿੱਥੋਂ ਖਿੱਚ ਹੋ ਰਹੀਆਂ ਆ ਪੰਥਕ ਜਿਹੜੀਆਂ ਆਗੂਆਂ ਦੀਆਂ ਰਾਈਟ ਨਾਓ, ਜਿੰਨਾ ਚਿਰ ਉਹ ਪੰਥਕ ਤੌਰ ਤੇ ਉਹ ਠੀਕ ਆ, ਉਹਨਾਂ ਦੇ ਸਾਨੂੰ ਉਹਨਾਂ ਦੇ ਜਿਹੜੇ ਫੈਸਲੇ ਆ ਤੇ ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ, ਪਰ ਜਦੋਂ ਇਹੋ ਜਿਹੇ ਫੈਸਲੇ ਲੈਣ ਆਪੇ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਪੈਸ਼ਲੀ ਆਹ ਮਸਲਾ ਜਿਹੜਾ ਆ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਛਪਾਈ ਆ ਤੇ ਪ੍ਰਿੰਟਿੰਗ ਤੇ ਤਿਆਰੀ ਆ ਉਹ ਇੱਕ ਵਿਅਕਤੀ ਇੱਕ ਸੰਸਥਾ ਦੀ ਨੂੰ ਦੇ ਦਿੱਤੀ ਜਾਂਦੀ ਆ, ਉੱਥੇ ਉਹਦਾ ਮੈਂ ਕਹੂੰਗਾ ਕਿ ਠੋਸ ਉਹਦਾ ਲਾਈਕ ਐਜ਼ ਐਨ ਉਹਦਾ ਰੋਸ ਦਿਖਾਇਆ ਜਾਊਗਾ। ਤੁਸੀਂ ਉਹ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਨੂੰ ਇੱਥੇ ਨਾ ਛਪਾਉਣ ਬਾਰੇ ਲਿਖ ਚੁੱਕੇ ਹੋ ਜਾਂ ਅਜੇ ਲਿਖਣੀ ਹੈ ਜੀ? ਅਸੀਂ ਉਹ ਲਿਖ ਕੇ ਆਲਰੇਡੀ ਭੇਜ ਦਿੱਤੀ ਆ ਅਗਸਤ 11 ਨੂੰ। ਓਕੇ, ਉਹ ਸੋ ਪਿਛਲੇ ਹਫਤੇ ਦੀ ਜਾਰੀ ਹੋਈ ਹੈ ਆਲਰੇਡੀ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਕਿਉਂਕਿ ਮਸਲਾ ਬੜਾ ਗੰਭੀਰ ਹੈ ਕਿ ਅਕਤੂਬਰ 10 ਤੱਕ ਸਾਨੂੰ ਜ਼ਰੂਰ ਜਵਾਬ ਦੇਣ। ਅਸੀਂ ਟੈਲੀ ਕਾਨਫਰੰਸ ਰਾਹੀਂ ਵੀ ਆਪਸ਼ਨਸ ਦਿੱਤੇ ਆ, ਜ਼ੂਮ ਜਾਂ ਹੋਰ ਕੋਈ ਜਿਹਦੇ ਵਿੱਚ ਅਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ। ਉਹਨਾਂ ਨੇ ਜਿਹੜੀ ਸਾਡੀ ਜਾਣ ਮੁਤਾਬਕ ਇਹ ਗੱਲ ਆਈ ਹੈ ਕਿ 3 ਜਿਹੜੇ ਉੱਥੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਭਾਈ ਗੁਰਬਖਸ਼ ਸਿੰਘ, ਡਾਕਟਰ ਹਰਜਿੰਦਰ ਸਿੰਘ ਧਾਮੀ ਤੇ ਭਾਈ ਰਜਿੰਦਰ ਸਿੰਘ ਮਹਿਤਾ, ਇਹ ਤਿੰਨਾਂ ਦੀ ਡਿਊਟੀ ਲਾਈ ਸੀਗੀ ਕਿ ਬਾਹਰਲੇ ਸਿੱਖਾਂ ਦੇ ਨਾਲ ਕੈਨੇਡਾ ਦੇ ਵਿੱਚ ਇਹ ਮਸਲੇ ਤੇ ਥੋੜ੍ਹਾ ਜਿਹਾ ਫੋਕਸ ਲਿਆਓ। ਇਹਨਾਂ ਦੇ ਨਾਲ ਇਹ ਸਿੰਘਾਂ ਦੇ ਨਾਲ ਕਈ ਕੈਨੇਡਾ ਦੇ ਵਿੱਚ ਗੱਲਬਾਤ ਹੋ ਵੀ ਰਹੀ ਹੈ, ਆਂਟੇਰੀਓ ਦੇ ਵਿੱਚ ਵੀ ਤੇ ਇੱਥੇ ਲੋਕਲ BC ਦੇ ਵਿੱਚ ਵੀ, ਤੇ ਉਹ ਵੀ ਕੋਈ ਨਾ ਕੋਈ ਇਹਦਾ ਹੱਲ ਲੱਭਣ ਲਈ ਤਿਆਰੀ ਕਰ ਰਹੇ ਆ। ਤੇ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਇੱਕ ਮੀਟਿੰਗ ਜਿਹੜੀ ਆ ਉਹ ਤਿਆਰ ਹੋਊਗੀ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰਸ ਤੇ ਜਿਹੜੇ ਇੱਥੇ ਲੋਕਲ ਗੁਰਦੁਆਰਾ ਸਾਹਿਬ ਦੇ ਜਿਹਨਾਂ ਨੇ ਚਿੱਠੀ ਲਿਖੀ ਹੈ ਉਹਨਾਂ ਦੇ ਨਾਲ ਹੋ ਸਕਦੀ ਹੈ। ਸੋ ਅਸੀਂ ਆਲਰੇਡੀ ਚਿੱਠੀ ਜਿਹੜੀ ਜਾਰੀ ਕਰ ਦਿੱਤੀ ਸੀਗੀ। ਇਹ ਜਿਹੜਾ ਹੁਣ ਮਸਲਾ ਜਿਹੜਾ ਥੋੜਾ ਜਿਹਾ ਉੱਭਰ ਕੇ ਬਾਹਰ ਆਇਆ ਹੈ, ਇਹ ਆਈ ਥਿੰਕ ਕੱਲ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਹੋਰ ਜਾਣਕਾਰੀ ਜਿਹੜੀ ਬਾਕੀ ਸੁਸਾਇਟੀਜ਼ ਨੇ ਦਿੱਤੀ ਹੈ ਉਹ ਹੁਣ ਆਬਵੀਅਸਲੀ ਹੁਣ ਪਬਲਿਕ ਸਫੀਅਰ ਦੇ ਵਿੱਚ ਆਇਆ ਹੈ। ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪ ਦਾ ਦੱਸੀਏ ਕਿ ਅਸੀਂ ਕੀ ਕੀਤਾ ਹੈ ਤੇ ਸਾਡਾ ਸਟੈਂਡ ਕੀ ਹੈ। ਤੁਹਾਡੇ ਵੱਲੋਂ ਲਿਖੀ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਸਾਹਿਬ ਵੱਲੋਂ ਕੋਈ ਐਕਨੋਲਜਮੈਂਟ ਆਈ ਜਾਂ ਕੋਈ ਜਵਾਬ ਆਇਆ ਉਸ ਦਾ? ਫਾਰਮਲੀ ਕੋਈ ਨਹੀਂ ਆਇਆ। ਜਿੱਦਾਂ ਕਹੋ ਕਿ ਅਸੀਂ ਉਹਨਾਂ ਨੂੰ ਈਮੇਲ ਰਾਹੀਂ ਤੇ ਇਹ ਸਾਰਾ ਕੁਝ ਭੇਜਿਆ ਹੈ। ਅਸੀਂ ਉਹਨਾਂ ਨਾਲ ਹੁਣ ਫੋਨ ਦੇ ਵਿੱਚ ਸੰਪਰਕ ਕਰੂੰਗੇ 2 ਹਫ਼ਤਿਆਂ ਬਾਅਦ ਕਿ ਅਸੀਂ ਚਿੱਠੀਆਂ ਜਿਹੜੀਆਂ ਭੇਜੀਆਂ ਆ ਤੁਸੀਂ ਕਨਫਰਮ ਕਰ ਸਕਦੇ ਕਿ ਤੁਹਾਡੇ ਤੱਕ ਪਹੁੰਚੀਆਂ ਆ। ਸੋ ਹਾਲੇ ਤੱਕ ਕੋਈ ਫਾਰਮਲ ਐਕਨੋਲਜਮੈਂਟ ਨਹੀਂ ਆਈ ਕਿ ਚਿੱਠੀਆਂ ਉਹਨਾਂ ਤੱਕ ਪਹੁੰਚੀਆਂ, ਕਿਉਂਕਿ ਤੁਹਾਡੇ ਵਰਗੇ ਨੌਜਵਾਨ ਜਿਹੜੇ ਨੇ ਇਸ ਵੇਲੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਨਾਰਥ ਅਮਰੀਕਾ ਦੇ ਵਿੱਚ ਸਭ ਤੋਂ ਵੱਡੀ ਸੰਸਥਾ ਹੈ ਜਿੱਥੇ ਨਗਰ ਕੀਰਤਨ ਵੇਲੇ 5-5 ਲੱਖ ਸੰਗਤਾਂ ਦਾ ਇਕੱਠ ਹੁੰਦਾ ਹੈ, ਤੁਸੀਂ ਉਹਦੀ ਅਗਵਾਈ ਕਰ ਰਹੇ ਹੋ ਔਰ ਖਾਸ ਕਰਕੇ 8 ਜਿਹੜੀਆਂ ਸਿੱਖ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਸਪੋਕਸਪਰਸਨ ਵੀ ਹੋ। ਕੀ ਤੁਸੀਂ ਇਹਦੇ ਨਾਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਨੂੰ ਆਪਾਂ ਲਿਖ ਸਕਦੇ ਹਾਂ। ਮੇਰੇ ਕੋਲ ਆ ਫੋਨ ਹੈ ਇੱਕ, ਇਸ ਫੋਨ ਦੇ ਉੱਤੇ ਮੈਂ ਜਿੱਥੇ ਵੀ ਬੈਠਾ ਇਸ ਫੋਨ ਦੀ ਲੋਕੇਸ਼ਨ ਮੇਰੇ ਘਰਦਿਆਂ ਨੂੰ ਵੀ ਪਤਾ ਹੈ, ਗੂਗਲ ਨੂੰ ਵੀ ਪਤਾ ਹੈ, ਤੇ ਜਿਹੜੀ ਕੰਪਨੀ ਦਾ ਇਹ ਫੋਨ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਫੋਨ ਕਿੱਥੇ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਲਈ ਏਡੇ ਅਨਮੋਲ ਨੇ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਉਹਨੂੰ ਅਸੀਂ 267 ਸਰੂਪ ਜਿਹੜਾ ਮਰਜ਼ੀ ਚੁੱਕ ਕੇ ਲੈ ਜਾਵੇ, ਜਿੱਥੇ ਮਰਜ਼ੀ ਉਹਨੂੰ ਐਡਿਟ ਕਰੇ, ਜਿਵੇਂ ਮਰਜ਼ੀ ਯੂਜ਼ ਕਰੇ, ਕੋਈ ਕੌਮ ਨੂੰ ਪਤਾ ਨਹੀਂ। ਕਮਿਸ਼ਨ ਬਿਠਾਇਆ ਗਿਆ, ਕਮਿਸ਼ਨ ਦੇ ਵਿੱਚ ਇੱਕ ਜੱਜ ਸਾਬਕਾ ਬਹਿੰਦੇ ਆ। ਸਾਬਕਾ ਜੱਜ ਨੂੰ ਪਤਾ ਲੱਗ ਗਿਆ ਕਿ ਮੇਰੇ ਆਉਣ ਤੋਂ ਪਹਿਲਾਂ ਇੱਕ ਵਕੀਲ ਜਿਹੜਾ ਤਖਤ ਦੇ ਜਥੇਦਾਰ ਦਾ ਬੜਾ ਨੇੜੇ ਦਾ ਮਿੱਤਰ ਹੈ, ਉਹ ਪਹਿਲਾਂ ਹੀ ਇਨਕੁਆਇਰੀ ਕਰ ਰਿਹਾ, ਜਦੋਂ ਕਿ ਚੀਫ ਉਹ ਸਨ। 13 ਦਿਨਾਂ ਬਾਅਦ ਉਹ ਰਿਜ਼ਾਈਨ ਕਰ ਦਿੰਦੇ ਆ ਕਿ ਮੈਂ ਇਨਕੁਆਇਰੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੀ। ਕਿ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਜੱਜ ਨਹੀਂ, ਪੰਜਾਬ ਦੇ ਵਿੱਚੋਂ ਕੋਈ ਇਹੋ ਜਿਹਾ ਵਕੀਲ ਨਹੀਂ ਮਿਲਿਆ ਜਿਹੜਾ 267 ਸਰੂਪਾਂ ਦੀ ਗੁੰਮਸ਼ੁਦਗੀ ਬਾਰੇ ਕੋਈ ਗੱਲ ਕਰ ਸਕਦਾ। ਫੈਸਲਾ ਇੱਕ ਹਫ਼ਤੇ ਦੇ ਵਿੱਚ ਆ ਗਿਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੁਕਮਨਾਮਾ ਜਾਰੀ, ਪ੍ਰੈਸ ਰਿਲੀਜ਼ ਜਾਰੀ ਕਰ ਦਿੱਤੀ ਕਿ 267 ਸਰੂਪ ਛਪੇ ਹੀ ਨਹੀਂ। ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ? ਕਿਵੇਂ ਹੋ ਗਿਆ ਕਿ ਪਹਿਲਾਂ ਗੁੰਮ ਜਾਂਦੇ ਆ, ਬਾਅਦ ਦੇ ਵਿੱਚ ਛਪੇ ਹੀ ਨਹੀਂ? ਕੀ ਉਸੇ ਅਕਾਲ ਤਖਤ ਦੇ ਜਥੇਦਾਰ ਦੀ ਇਸ ਗੱਲ ਨੂੰ ਪ੍ਰਵਾਨ ਕੀਤਾ ਜਾਏਗਾ ਕਿ ਜੋ ਉਹਨੇ ਹੁਕਮ ਕਰਤਾ ਸੱਤ ਹੈ? ਹਾਂਜੀ, ਇਹ ਤੇ ਕਾਫੀ ਕਨਫਿਊਜ਼ਿੰਗ ਜਿਹਾ ਮਸਲਾ ਸੀਗਾ ਜਦੋਂ ਅਸੀਂ ਇਹਨੂੰ ਸਾਰੇ ਜਾਣੇ ਵਾਚ ਕਰ ਰਹੇ ਸੀ ਜੀ। ਇਹਦੇ ਵਿੱਚ ਜਿਹੜੇ ਜਥੇਦਾਰ ਹਰਪ੍ਰੀਤ ਸਿੰਘ ਦੇ ਜਿਹੜੇ ਬਿਆਨ ਵੀ ਆਏ ਸੀ, ਉਹਨਾਂ ਨੇ ਬਾਅਦ ਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ ਕਿ ਪ੍ਰੈਸ ਦੇ ਵਿੱਚ, ਮੀਡੀਆ ਦੇ ਵਿੱਚ ਇਹ ਵੀ ਗੱਲ ਆਈ ਕਿ ਇਹ ਜਿਹੜਾ ਉਹਨਾਂ ਦਾ ਬਿਆਨ ਹੈ ਹੀ ਨਹੀਂ, ਕਿ ਉਹਨਾਂ ਨੇ ਇਹ ਗੱਲ ਕਹੀ ਨਹੀਂ ਕਿ ਜਿਹੜੇ 267 ਸਰੂਪ ਆ ਇਹ ਕਦੀ ਛਾਪੇ ਨਹੀਂ ਗਏ, ਕਿ ਉਹਨਾਂ ਦੀ ਗੱਲ ਜਿਹੜੀ ਸਪੀਚ ਸੀਗੀ ਉਹ ਤੋੜ ਮਰੋੜ ਕੇ ਪਾਈ ਗਈ ਆ, ਕਿਸੇ ਇਹਨਾਂ ਦੇ ਉਹ ਬਿਆਨ ਨਹੀਂ। ਤੇ ਉਹਦਾ ਵੀ ਅਸੀਂ ਸਪਸ਼ਟੀਕਰਨ ਦਾ ਵੇਟ ਕਰ ਰਹੇ ਸੀਗੇ ਕਿ ਵਾਕਈ ਉਹਨਾਂ ਦੇ ਬਿਆਨ ਆ ਜਾਂ ਨਹੀਂ। ਪਰ ਇਹ ਜਿਹੜਾ ਆਈ ਥਿੰਕ ਜਿਹੜੀ ਗੱਲ ਨੂੰ ਤੁਸੀਂ ਪੁਆਇੰਟ ਆਊਟ ਕਰ ਰਹੇ ਆ ਕਿ ਜਦੋਂ ਇਹੋ ਜਿਹਾ ਟਾਈਮ ਆ ਜਾਂਦਾ ਆ ਕਿ ਸਾਡੇ ਜਿਹੜੇ ਆਪ ਦੇ ਆਗੂ ਆ, ਤੇ ਉਹੀ ਅਸੀਂ ਮੁੜ ਕੇ ਜਿਹੜੀ ਮੈਂ ਵੀ ਗੱਲ ਇਸੇ ਹੁਣ ਪ੍ਰੋਗਰਾਮ ਤੇ ਕਹੀ ਆ ਕਿ ਅਸੀਂ SGPC ਦੀ ਅਗਵਾਈ ਹੇਠ ਤੇ ਜਿਹੜੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਨਾਮੇ ਸੀ 1998 ਦੇ ਉੱਤੇ ਖੜੇ ਆ। ਤੇ ਜੇ ਕੱਲ ਨੂੰ ਇਹੋ ਜਿਹੇ ਬਿਆਨ ਆਉਣ ਆਪੇ ਜਾਂ ਨਵੇਂ ਹੁਕਮਨਾਮੇ ਜਾਰੀ ਹੋ ਜਾਂਦੇ ਆ ਤੇ ਅਸੀਂ ਉੱਥੇ ਅਸੀਂ ਸਾਡਾ ਕੀ ਸਟੈਂਡ ਹੋਊਗਾ? ਆਈ ਥਿੰਕ ਤੁਹਾਡਾ ਡਾਇਰੈਕਸ਼ਨ ਉਧਰ ਨੂੰ ਹੋਣਾ ਥੋੜਾ ਜਿਹਾ, ਤੇ ਬੜਾ ਚੰਗਾ ਸਵਾਲ ਹੈ ਕਰਕੇ ਉੱਥੇ ਵੀ ਮੈਂ ਮੁੜ ਕੇ ਉੱਥੇ ਜਾਂਦਾ ਹੈ ਕਿ ਉੱਥੇ ਸਿੱਖ ਸੰਗਤ ਜਿਹੜੀ ਹੈ ਉਹਨਾਂ ਨੇ ਇਹ ਜਿਹੜਾ ਜਥੇਦਾਰ ਆ ਇਹਦੀ ਰੋਲ ਆ, ਇਹਦੀ ਪਦਵੀ ਆ, ਇਹ ਵੀ ਸਿੱਖ ਆ। ਸਾਡੇ ਇੱਕ ਜਿੰਨਾ ਚਿਰ ਪੰਥਕ ਅਗਵਾਈ ਦੇ ਵਿੱਚ ਇਹ ਠੀਕ ਨੇ, ਉਹਨਾਂ ਚਿਰ ਇਹਨਾਂ ਦੇ ਹੁਕਮਨਾਮੇ ਤੇ ਇਹਨਾਂ ਦੀ ਜਿਹੜੀ ਸਾਨੂੰ ਪ੍ਰੇਰਨਾ ਆ ਉਹ ਸਿਰ ਮੱਥੇ ਆ। ਪਰ ਜਿਸ ਮੂਮੈਂਟ ਤੇ ਸਾਨੂੰ ਲੱਗਦਾ ਆ ਕਿ ਇਹ ਜਿਹੜੇ ਲਾਈਨ ਤੋਂ ਬਾਹਰ ਜਾ ਰਹੇ ਆ ਤੇ ਇਹਨਾਂ ਦੀ ਜਿਹੜੇ ਤੁਸੀਂ ਜਿੱਦਾਂ ਗੱਲ ਡਿਸਕ੍ਰਾਈਬ ਕੀਤੀ ਆ, ਤਾਰਾਂ ਹੋਰ ਕਿਤੇ ਖਿੱਚ ਹੋ ਰਹੀਆਂ ਆ, ਇਹਨਾਂ ਨੂੰ ਅਕਾਊਂਟੇਬਲ ਰੱਖਣਾ ਸਾਡਾ ਕੰਮ ਆ। ਇਹ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਲੈ ਕੇ ਲੋਕਲ ਗੁਰਦੁਆਰਾ ਕਮੇਟੀਆਂ ਮੇਰੇ ਵਰਗਿਆਂ ਦੇ ਤੇ ਇਹ ਗੱਲ ਲਾਗੂ ਹੋਣੀ ਚਾਹੀਦੀ ਹੈ ਕਿ ਸਾਨੂੰ ਅਕਾਊਂਟੇਬਲ ਕੌਣ ਰੱਖਦਾ ਆ, ਕਿ ਅਸੀਂ ਇੱਥੇ ਆਣ ਕੇ ਜਿਹੜਾ ਮਰਜ਼ੀ ਫੈਸਲਾ ਕਰੀ ਜਾਈਏ, ਜੋ ਮਰਜ਼ੀ ਬੋਲੀ ਜਾਈਏ, ਜਿੱਦਾਂ ਮਰਜ਼ੀ ਲੋਕਾਂ ਦੇ ਨਾਲ ਸਲੂਕ ਕਰੀ ਜਾਈਏ, ਅਸੀਂ ਅਨਫੇਅਰ ਟਰੀਟਮੈਂਟ ਦੇਈ ਚੱਲੀਏ ਜਾਂ ਕੰਪਰੋਮਾਈਜ਼ ਹੋ ਜਾਈਏ ਜਾਂ ਆਪਣੇ ਫਾਇਦੇ ਲਈ ਗੁਰਦੁਆਰਿਆਂ ਦੇ ਵਿੱਚ ਆਈਏ। ਜੇ ਸਾਨੂੰ ਸੰਗਤ ਅਕਾਊਂਟੇਬਲ ਨਹੀਂ ਰੱਖਦੀ, ਮੇਰੇ ਵਰਗਿਆਂ ਨੇ ਤੇ ਫਿਰ ਪੁੱਠੇ ਸਿੱਧੇ ਕੰਮ ਹੋ ਸਕਦਾ ਕਰੀ ਜਾਣੇ ਆ। ਤੇ ਸੇਮ ਥਿੰਗ ਇਹ ਲਾਗੂ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ। ਜਿੰਨਾ ਚਿਰ ਉਹ ਪੰਥਕ ਅਗਵਾਈ ਦੇ ਵਿੱਚ ਠੀਕ ਨੇ, ਉਹਨਾਂ ਚਿਰ ਉਹਨਾਂ ਦੇ ਜਿੰਨੇ ਵੀ ਬਿਆਨ ਆ, ਹੁਕਮਨਾਮੇ ਆ, ਉਹ ਅਸੀਂ ਨਕਮਸਤਕ ਆ। ਜਿਸ ਦਿਨ ਉਹ ਬਾਹਰ ਨੂੰ ਚਲੇ ਜਾਂਦੇ ਆ, ਕੋਈ ਪੁੱਠੇ ਸਿੱਧੇ ਬਿਆਨ, ਤੇ ਸਾਨੂੰ ਲੱਗਦਾ ਆ ਕਿ ਇਹ ਜਿਹੜੀ ਚਾਲ ਆ ਨਾਗਪੁਰ ਤੋਂ ਚੱਲ ਕੇ ਸਾਡੇ ਤੱਕ ਆ ਰਹੀ ਆ, ਉਸ ਟਾਈਮ ਤੇ ਫਿਰ ਸਾਨੂੰ ਵੀ ਉੱਥੇ ਡਟ ਕੇ ਹੋਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਦੇ ਜਿਹੜੇ ਗਾਂ ਗੱਲ ਹੋਣ ਨਹੀਂ ਦੇਣੀ। ਤੇ ਅਸੀਂ ਉੱਥੇ ਐਟਲੀਸਟ ਐਜ਼ ਅ ਮਿਨੀਮਮ ਜਿਹੜੇ ਪੰਥਕ ਜਥੇਬੰਦੀਆਂ ਜਾਂ ਪੰਥਕ ਸਿੱਖ ਆ, ਉਹਨਾਂ ਨੂੰ ਫਿਰ ਆਪਣੀ ਆਵਾਜ਼ ਬੁਲੰਦ ਕਰਨੀ ਪੈਣੀ ਹੈ। ਜੀ ਮਨਿੰਦਰ ਸਿੰਘ ਜੀ, ਇੱਕ ਹੋਰ ਗੱਲ ਆ ਜਿਹੜੀ ਕੱਲ ਦੀ ਪ੍ਰੈਸ ਕਾਨਫਰੰਸ ਹੋਈ ਸੀ, ਉਹਦੇ ਵਿੱਚ ਇਹ ਵੀ ਜਥੇਬੰਦੀਆਂ ਵੱਲੋਂ ਕਿਹਾ ਗਿਆ ਸੀ ਕਿ ਬਹੁਤੀਆਂ ਜਥੇਬੰਦੀਆਂ ਜਿਹੜੀਆਂ ਕੱਲ ਜਿਹੜੀਆਂ ਉੱਥੇ ਇਕੱਠੀਆਂ ਹੋਈਆਂ ਸੀ, ਜਥੇਬੰਦੀਆਂ ਜਿਹੜੀਆਂ 8 ਜਥੇਬੰਦੀਆਂ ਜਿਨ੍ਹਾਂ ਵੱਲੋਂ ਪ੍ਰਮਾਣ ਪੱਤਰ ਦਿੱਤੇ ਗਏ ਸੀ ਛਪਾਈ ਸਰੀ ਦੇ ਵਿੱਚ ਹੋਣ ਦੇ, ਪਰ ਬਾਕੀ ਦੀਆਂ ਜਥੇਬੰਦੀਆਂ ਨੂੰ ਪਤਾ ਵੀ ਨਹੀਂ ਸੀ ਔਰ ਇਸ ਦੇ ਲਈ ਕੋਈ ਪ੍ਰੈਸ ਕਾਨਫਰੰਸ ਵੀ ਮੀਡੀਆ ਦੇ ਨਾਲ ਨਹੀਂ ਹੋਈ ਸੀ ਵੀ ਸਰੀ ਦੇ ਵਿੱਚ ਪ੍ਰੈਸ ਲੱਗਣ ਜਾ ਰਹੀ ਆ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਹੋਇਆ ਕਰੇਗੀ। ਪਰ ਹੁਣ ਇਹ ਮਾਮਲਾ ਨਿਕਲ ਕੇ ਸਾਰਾ ਮੀਡੀਆ ਦੇ ਸਾਹਮਣੇ ਆ ਗਿਆ। ਕੱਲ ਪ੍ਰੈਸ ਕਾਨਫਰੰਸ ਰੱਖੀ ਗਈ, ਉੱਥੇ ਮੀਡੀਆ ਨੂੰ ਖਾਸ ਤੌਰ ਤੇ ਬੁਲਾਇਆ ਗਿਆ, ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਜਿਹੜੀ ਪ੍ਰਿੰਟਿੰਗ ਪ੍ਰੈਸ ਦੀ ਗੱਲ ਆ ਕਿ ਅਸੀਂ ਆਪਣੇ ਜਿਹੜੀ ਬੇਨਤੀ ਪੱਤਰ ਆ ਗੁਰਦੁਆਰਾ ਸਾਹਿਬਾਨਾਂ ਵੱਲੋਂ SGPC ਨੂੰ ਭੇਜਿਆ ਸੀਗਾ ਕਿ ਸਾਡੇ ਨਾਲ ਹੋਰ ਵਿਚਾਰ ਇਸ ਮਸਲੇ ਤੇ ਹੋਵੇ, ਕਿ ਅਸੀਂ ਇਹੋ ਜਿਹੀ ਬੇਨਤੀ ਉਹਨਾਂ ਦੇ ਕੋਲ ਸੀਗੀ, ਜੇ ਉਹ ਚਾਹੁੰਦੇ ਇੱਥੇ ਪ੍ਰਿੰਟਿੰਗ ਪ੍ਰੈਸ ਲਾਉਣੀ, ਉਹ ਉਹਨਾਂ ਦਾ ਫੈਸਲਾ ਹੋਊਗਾ।
ਪਰ ਜਿਹੜੇ ਕੱਲ ਦਾ ਪ੍ਰੈਸ ਕਾਨਫਰੰਸ ਹੈ ਮੇਰੇ ਹਿਸਾਬ ਨਾਲ ਉਹ ਵਧੀਆ ਹੈ, ਲਾਈਕ ਐਜ਼ ਐਨ ਲਾਈਕ ਉਹਦੇ ਨਾਲ ਜਿਹੜੀ ਗੱਲ ਉੱਭਰ ਕੇ ਬਾਹਰ ਆਈ ਆ ਕਿ ਹੁਣ ਆਟੋਮੈਟਿਕਲੀ ਇਹ ਸਾਰੀ ਸੰਗਤ ਦੀ ਕੋਰਟ ਦੇ ਵਿੱਚ ਗੱਲ ਆਈ ਹੈ ਤੇ ਉਹਦੇ ਵਿੱਚ ਕੋਈ ਦੋਰਾਂ ਵਾਲੀ ਗੱਲ ਨਹੀਂ ਹੈਗੀ ਕਿ ਜਿਹੜੇ ਵੀ ਕੋਈ ਵਿਅਕਤੀ ਜਾਂ ਗੁਰਦੁਆਰੇ ਸਾਹਿਬ ਜਾਂ ਕੋਈ ਹੋਰ ਸੁਸਾਇਟੀਜ਼ ਪੰਥਕ ਜਥੇਬੰਦੀਆਂ ਉਹ ਇਸ ਮਸਲੇ ਤੇ ਕਿੱਥੇ ਖੜੇ ਆ ਤੇ ਸਾਰਿਆਂ ਨੂੰ ਜਿੱਦਾਂ ਹੁਣ ਤੁਸੀਂ ਆਪਣੇ ਇਹ ਪ੍ਰੋਗਰਾਮ ਤੇ ਵੱਖ-ਵੱਖ ਗੁਰਦੁਆਰੇ ਸਾਹਿਬ ਤੋਂ ਜਾਂ ਸੁਸਾਇਟੀਜ਼ ਤੋਂ ਜਾਂ ਪੰਥਕ ਜਥੇਬੰਦੀਆਂ ਤੋਂ ਉਹਨਾਂ ਦੇ ਜਿਹੜੇ ਬੁਲਾਰੇ ਆ ਉਹਨਾਂ ਨੂੰ ਸੱਦ ਰਹੇ ਆ, ਇਹਦੇ ਨਾਲ ਸੰਗਤ ਜਿਹੜੀ ਐਟਲੀਸਟ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕਿਹੜਾ ਵਿਅਕਤੀ ਕਿੱਥੇ ਖੜੇ ਆ। ਤੇ ਆਈ ਥਿੰਕ ਉਹ ਕੱਲ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਉਹਨਾਂ ਨੇ ਵਧੀਆ ਕੀਤਾ ਕਿ ਉਹਨਾਂ ਨੇ ਆਪ ਪ੍ਰੈਸ ਕਾਨਫਰੰਸ ਕਰ ਦਿੱਤੀ। ਹੋ ਸਕਦਾ ਸਾਡੇ ਕੋਲੋਂ ਅਸੀਂ ਪਿਛਲੇ ਹਫਤੇ ਹੀ ਕਰ ਲੈਂਦੇ ਤੇ ਇਹ ਜਿਹੜਾ ਮਸਲਾ ਆ ਪਿਛਲੇ ਹਫਤੇ ਤੋਂ ਇਹੋ ਜਿਹੇ ਸਟਾਰਟ ਉਹਨੂੰ ਮਿਲ ਜਾਂਦੀ, ਪਰ ਇਹਦੇ ਵਿੱਚ ਅਸੀਂ ਇਹ ਕਹੂੰਗੇ ਕਿ ਜਿਹੜੀ ਪ੍ਰੈਸ ਕਾਨਫਰੰਸ ਆ ਮੀਡੀਆ ਤੱਕ ਗੱਲ ਜਾਣੀ, ਸੰਗਤ ਤੱਕ ਗੱਲ ਜਾਣੀ, ਇਹ ਕਦੀ ਵੀ ਕੋਈ ਮਾੜੀ ਗੱਲ ਨਹੀਂ ਹੁੰਦੀ। ਜੇ ਸੰਗਤ ਦੇ ਵਿੱਚ ਵਿਚਾਰ ਚਰਚਾ ਨਹੀਂ ਹੁੰਦੀ, ਕਦੀ ਇਹੋ ਜਿਹਾ ਪ੍ਰੈਸ਼ਰ ਵੀ ਨਹੀਂ ਬਿਲਡ ਅਪ ਹੁੰਦਾ ਜਿੱਦਾਂ ਹੁਣ ਬਿਲਡ ਅਪ ਹੋ ਰਿਹਾ ਆ ਕਿ ਇਹ ਜੋ ਹੋ ਰਿਹਾ ਆ ਇਹ ਠੀਕ ਨਹੀਂ ਹੋ ਰਿਹਾ, ਇਹਦੇ ਵਿੱਚ ਹੋਰ ਵਿਚਾਰ ਤੇ ਟਾਈਮ ਦੀ ਲੋੜ ਆ। ਹਲੇ ਇਸ ਹੋਏ ਪ੍ਰੈਸ਼ਰ ਬਿਲਡ ਅਪ ਦੀ ਮੈਂ ਗੱਲਬਾਤ ਤੁਹਾਡੇ ਨਾਲ ਕੁਝ ਪਲਾਂ ਦੇ ਵਿੱਚ ਹੀ ਕਰਨ ਲੱਗਾ। ਇਹਦੇ ਨਾਲ ਹੀ ਇੱਕ ਰਿਲੇਟਡ ਸਵਾਲ ਹੈ, ਕਿਉਂਕਿ ਜਦੋਂ ਮਨਿੰਦਰ ਸਿੰਘ ਵਰਗੇ ਨੌਜਵਾਨ ਇੱਥੋਂ ਦੇ ਜੰਪਲ ਇੱਥੋਂ ਦੇ ਪੜ੍ਹੇ ਲਿਖੇ ਨੌਜਵਾਨ ਤੁਹਾਡੇ ਵਰਗੇ ਅੱਗੇ ਆਉਂਦੇ, ਤੁਹਾਡੇ ਤੋਂ ਬੜੀਆਂ ਉਮੀਦਾਂ ਤੇ ਆਸਾਂ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਿਵੇਂ ਫੋਨ ਦੀ ਐਗਜ਼ਾਮਪਲ ਦਿੱਤੀ ਹੈ, ਫੋਨ ਟ੍ਰੇਸ ਹੋ ਸਕਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਟਰੈਕਿੰਗ ਸਿਸਟਮ, QR ਸਿਸਟਮ ਜਾਂ ਕੋਈ ਚਿਪ ਸਿਸਟਮ ਇਸ ਤਰ੍ਹਾਂ ਦਾ ਹੋਣਾ ਨਹੀਂ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾਲ ਲਿਖਿਆ ਜਾਵੇ ਕਿ ਜਿੱਥੇ ਜਿੰਨੇ ਸਰੂਪ ਛਪਦੇ ਨੇ ਹਰੇਕ ਦੀ ਟਰੈਕਿੰਗ ਹੋਵੇ, ਪਤਾ ਲੱਗੇ। ਆਮ ਕਰਕੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਚੌਥੇ ਦਿਨ ਖਬਰ ਆ ਜਾਂਦੀ ਹੈ ਕਿ ਇਲੈਕਟ੍ਰੀਕਲ ਸਰਕਟ ਹੋ ਗਿਆ ਜਿਹਦੇ ਕਰਕੇ ਇੰਨੇ ਸਰੂਪ ਸੜ ਗਏ, ਚਾਨਣੀ ਸੜ ਗਈ, ਪਾਲਕੀ ਸੜ ਗਈ। ਮੈਂ ਪੰਜਾਬ ਦੇ ਵਿੱਚ ਅੱਜ ਤੱਕ ਇੱਕ ਵੀ ਖਬਰ ਨਹੀਂ ਅੱਜ ਤੱਕ ਸੁਣੀ ਜਿਹਦੇ 'ਚ ਇਹ ਕਿਹਾ ਹੋਵੇ ਕਿ ਮਹਾਂਪੁਰਸ਼ ਸੁੱਤੇ ਪਏ ਸੀ, ਉਹਨਾਂ ਦੇ ਰੂਮ ਨੂੰ ਇਲੈਕਟ੍ਰਿਕ ਸ਼ਾਰਟ ਵੱਜ ਗਿਆ ਤੇ ਮਹਾਂਪੁਰਸ਼ ਅੱਗ ਲੱਗ ਕੇ ਸੁਆਹ ਹੋ ਗਏ ਨੇ। ਬੰਦਾ ਕੋਈ ਨਹੀਂ ਸੜਿਆ ਇਲੈਕਟ੍ਰਿਕ ਸ਼ਾਰਟ ਨਾਲ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੀ ਉੱਥੇ ਕਿਉਂ ਇਲੈਕਟ੍ਰਿਕ ਸ਼ਾਰਟ ਦੇ ਨਾਲ ਜਲਦੇ ਨੇ? ਇਹਦੇ ਬਾਬਤ ਕੋਈ ਇਸ ਤਰ੍ਹਾਂ ਦਾ ਸਿਸਟਮ ਹੋਣਾ ਨਹੀਂ ਚਾਹੀਦਾ ਜਿਹਦੀ ਪ੍ਰੋਪਰ ਟਰੈਕਿੰਗ ਹੋਵੇ, QR ਸਿਸਟਮ ਹੋਵੇ। ਜਿਵੇਂ ਸਾਡੇ ਕੋਲ ਨੋਟ ਛਪਦਾ ਹੈ, ਹਰੇਕ ਨੋਟ ਦੇ ਉੱਤੇ ਅਲੱਗ-ਅਲੱਗ ਨੰਬਰ ਹੈ। ਜਿਸ ਤਰ੍ਹਾਂ ਛਪ ਸਕਦੇ ਨੇ 1500 ਕਰੋੜ ਰੁਪਏ ਤੋਂ ਵੱਧ ਬਜਟ ਵਾਲੀ ਜਿਹੜੀ ਸੰਸਥਾ ਹੈ ਉਹ ਇਹੋ ਜਿਹਾ ਕਿਉਂ ਨਹੀਂ ਕਰ ਸਕਦੀ? ਕਿ ਇਹਦੇ ਬਾਰੇ ਵੀ ਉਹਨੂੰ ਸੁਚੇਤ ਕਰੋਗੇ? ਹਾਂਜੀ, ਮੈਂ ਇੱਕ ਇਹ ਗੱਲ ਦਾ ਜਵਾਬ ਦੇਣਾ, ਬਹੁਤ ਵਧੀਆ ਸਵਾਲ ਹੈ। ਜਦੋਂ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਸੀਗੀ, ਮੈਂ ਇੱਕ ਬਿਆਨ ਦਿੱਤਾ ਸੀਗਾ, ਕਾਫੀਆਂ ਨੇ ਉਹਨੂੰ ਉਹ ਬਿਆਨ ਮੇ ਵੀ ਚੰਗਾ ਨਾ ਲੱਗਿਆ ਹੋਵੇ ਜੀ। ਉਹ ਉਸ ਟਾਈਮ ਤੇ ਕੈਮਰੇ ਲਾ ਲਓ, ਇੱਦਾਂ ਕਿ ਅਸੀਂ ਦੇਖ ਸਕਦੇ ਹਾਂ। ਤੇ ਮੈਂ ਉੱਥੇ ਇੱਕ ਪ੍ਰੋਗਰਾਮ ਦੇ ਵਿੱਚ ਇਹ ਉਦਾਹਰਨ ਦਿੱਤੀ ਸੀਗੀ, ਮੈਂ ਕਿ ਜੇ ਸਾਨੂੰ ਪਤਾ ਹੈ ਕਿ ਕਿਸੇ ਬੰਦੇ ਨੇ ਸਾਡੇ ਘਰ ਤੇ ਹਮਲਾ ਕਰਨਾ ਆ, ਕਿ ਅੰਦਰ ਸਾਡਾ ਕੋਈ ਸਤਿਕਾਰਯੋਗ ਜਿਹੜਾ ਬਜ਼ੁਰਗ ਵੀ ਹੈ ਉਹਨੂੰ ਉਹ ਬੰਦੇ ਨੇ ਹਮਲਾ ਕਰਨਾ ਹੈ, ਮੈਂ ਕਿਹਾ ਅਸੀਂ ਇੱਥੇ ਤੱਕ ਸਹਿਮਤ ਹੈਗੇ ਹਾਂ ਕਿ ਅਸੀਂ ਘਰ ਦੇ ਵਿੱਚ ਕੈਮਰਾ ਲਾ ਦਈਏ, ਉਹ ਬੰਦਾ ਹਮਲਾ ਕਰੇ, ਬਾਹਰ ਘੜੀਸ ਕੇ ਉਹ ਸਾਡੇ ਬਜ਼ੁਰਗ ਨੂੰ ਜਾਂ ਉਹਨੂੰ ਕੁੱਟ-ਕੁੱਟ ਕੇ ਮਾਰ ਦੇਵੇ ਜਾਂ ਧਰਤੀ 'ਚ ਦੱਬ ਦੇਵੇ, ਉਹਨੂੰ ਅੱਗ ਲਾ ਕੇ ਸਾੜ ਦੇਵੇ, ਕਿ ਮੈਂ ਕਿਹਾ ਉਹ ਉੱਥੇ ਅਸੀਂ ਸਹਿਮਤ ਹਾਂ। ਬਾਅਦ ਦੇ ਵਿੱਚ ਅਸੀਂ ਚੈੱਕ ਕਰਨਾ ਹੈ ਕਿ ਮਹਾਰਾਜ ਦੇ ਸਰੂਪ ਨੇ ਕਿਹਦੀ ਬੇਅਦਬੀ ਕੀਤੀ ਹੈ। ਮੈਂ ਕਿਹਾ ਇਹਦੇ ਵਿੱਚ ਸਿੱਖਾਂ ਨੇ ਆਪਣਾ ਇਹ ਨਹੀਂ ਅਸੀਂ ਫਰਜ਼ ਨਿਭਾ ਰਹੇ, ਅਸੀਂ ਆਪਣੇ ਆਪ ਨੂੰ ਇੱਕ ਤਸੱਲੀ ਦਿਵਾ ਰਹੇ ਹਾਂ ਕਿ ਅਸੀਂ ਕੁਛ ਕੀਤਾ ਆ। ਮੈਂ ਕਿਹਾ ਜਿੱਥੇ ਮਹਾਰਾਜ ਦਾ ਸਰੂਪ ਹੋਵੇ, ਜੇ ਇੱਕ ਵੀ ਸ਼ਾਸਤਰਧਾਰੀ ਪਹਿਰੇਦਾਰ ਉੱਥੇ ਨਹੀਂ ਹੈਗਾ ਤੇ ਉੱਥੇ ਮੇਬੀ ਹੋ ਸਕਦਾ ਹੈ ਕਿ ਸਾਨੂੰ ਪ੍ਰਕਾਸ਼ ਨਹੀਂ ਕਰਨਾ ਚਾਹੀਦਾ ਜੀ। ਜੇ ਸ਼ਾਸਤਰਧਾਰੀ ਪਹਿਰੇਦਾਰ ਹੋਵੇ, ਜਿਹੜਾ ਪਹਿਲਾ ਬੰਦਾ ਉਹਨੂੰ ਹੱਥ ਲਾਉਣ ਆਉਂਦਾ ਹੈ, ਉਹਦੇ ਜੇ ਕਿਸੇ ਨੇ ਗੁੱਠ ਵੱਢ ਦਿੱਤਾ, ਬਾਂਹ ਵੱਢ ਦਿੱਤੀ, ਫਿਰ ਦੇਖਦੇ ਹਾਂ ਕਿੰਨੇ ਕੁ ਮੁੜ ਕੇ ਆਉਂਦੇ ਆ ਜੀ। ਇਹ ਹੋ ਸਕਦਾ ਹੈ ਕਿ ਇੱਕ ਇਮੋਸ਼ਨਲੀ ਚਾਰਜਡ ਬਿਆਨ ਹੋਵੇ, ਬੰਦੇ ਨੇ ਕਿਹਾ ਕਿ ਤੂੰ ਪੜ੍ਹਿਆ ਲਿਖਿਆ ਹੈ, ਤੈਨੂੰ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮੈਂ ਕਿਹਾ ਪੜ੍ਹਿਆ ਲਿਖਿਆ ਤਾਂ ਮਹਾਰਾਜ ਆਪ ਬਿਆਨ ਕਰਦੇ ਕਿ ਸੋ ਪੜ੍ਹਿਆ ਸੋ ਪੰਡਤ ਬੀਨਾ ਜਿਨੀ ਕਮਾਣਾ ਨਾਓ। ਨਾਮ ਦੀ ਕਮਾਈ ਜਿਹੜੀ ਆ ਉਹਦੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਜਿੰਨਾ ਲਾਈਕ ਸ਼ਬਦ ਗੁਰੂ ਸਾਡੀ ਮਾਤਾ ਪਿਤਾ ਤੋਂ ਵੱਧ ਇੱਕ ਦਰਜਾ ਦਿੱਤਾ ਗਿਆ ਬਿਲਕੁਲ। ਤੇ ਉਹਦੇ ਵਿੱਚ ਅਸੀਂ ਜਿੱਥੇ ਮਾਤਾ ਪਿਤਾ ਨੂੰ ਅਸੀਂ ਆਪਣੀ ਜਾਨ ਵਾਰ ਕੇ ਬਚਾਉਣ ਤੱਕ ਜਾ ਸਕਦੇ ਹਾਂ, ਫਿਰ ਅਸੀਂ ਕਿੱਦਾਂ ਸੀਮਤ ਰਹਿ ਸਕਦੇ ਹਾਂ ਕਿ ਸਿਰਫ ਇੱਕ ਕੈਮਰਾ ਲਾ ਲਓ, ਬੇਅਦਬੀ ਹੋਣ ਤੋਂ ਬਾਅਦ ਅਸੀਂ ਦੇਖਾਂਗੇ ਕਿ ਕਿਹੜੇ ਵਿਅਕਤੀ ਆ। ਹਾਂ, ਉਹ ਇੱਕ ਐਡੀਸ਼ਨਲ ਮੈਜਰ ਹੋ ਸਕਦਾ ਹੈ, ਪਰ ਉਹ ਸਾਰਾ ਕੁਝ ਨਹੀਂ ਹੋ ਸਕਦਾ। ਸੋ ਜਿੱਦਾਂ ਤੁਸੀਂ ਟਰੈਕਿੰਗ ਦੀ ਗੱਲ ਕੀਤੀ ਹੈ, ਟਰੈਕਿੰਗ ਦੇ ਵਿੱਚ ਇਦਾਂ ਹੁੰਦਾ ਹੈ ਕਿ ਉਹਦੇ ਵਿੱਚ ਕੋਈ ਨਾ ਕੋਈ ਚਿਪ ਜਾਂ ਕੋਡ ਜਾਂ ਕੁਛ ਨਾ ਕੁਛ ਤੁਹਾਨੂੰ ਉਹ ਜਿਹੜੀ ਫੋਨ ਹੋਵੇ ਜਾਂ ਮਹਾਰਾਜ ਦਾ ਸਰੂਪ ਹੋਵੇ ਉਹਦੇ ਵਿੱਚ ਤੁਹਾਨੂੰ ਲਗਾਉਣਾ ਪੈਣਾ ਆ। ਇਹਦੇ ਵਿੱਚ ਵੀ ਬਹੁਤ ਇੱਕ ਇਮੋਸ਼ਨਲ ਫੀਲਿੰਗਸ ਜਿਹੜੀਆਂ ਸੰਗਤ ਦੀਆਂ ਕਈ ਤਰ੍ਹਾਂ ਦੀਆਂ ਆਉਣੀਆਂ ਆ ਕਿ ਅਸੀਂ ਕੁਛ ਐਡ ਕਰ ਰਹੇ ਹਾਂ, ਅਸੀਂ ਕਿੱਥੇ ਉਹ ਚਿਪ ਰੱਖੂਗੇ। ਜੇ ਕਿਸੇ ਨੇ ਮਹਾਰਾਜ ਦੇ ਸਰੂਪ ਦੀ ਕੋਈ ਬੇਅਦਬੀ ਕਰਨੀ ਆ ਜਾਂ ਕਿਤੇ ਚੁੱਕ ਕੇ ਲੈ ਜਾ ਜਾਣੇ ਆ, ਉਹ ਪਾੜ ਕੇ ਕੱਢ ਵੀ ਸਕਦੇ ਆ, ਫਿਰ ਉਹਦੀ ਟਰੈਕਿੰਗ ਫੇਰ ਵੀ ਨਹੀਂ ਹੋਣੀ। ਪਰ ਇਹ ਜਿਹੜੀਆਂ ਗੱਲਾਂ ਆ ਲਾਈਕ ਐਜ਼ ਐਨ ਲਾਈਕ ਇਹ ਵਿਚਾਰ ਨਾਲ ਹੀ ਆਇਆ ਕਿ ਜਿਹੜੀ ਇਹਦਾ ਸਿਸਟਮ ਹੋ ਸਕਦਾ ਹੈ, ਭਾਵੇਂ ਤੁਸੀਂ ਇੱਕ ਆਰਕੇਇਕ ਸਿਸਟਮ ਉਹਨੂੰ ਕਹਿ ਲਓ ਜਿਹੜਾ ਹੈਗਾ ਇਨਵੈਂਟਰੀ ਦਾ, ਕਿ ਜਦੋਂ ਤੁਸੀਂ ਜ਼ਿੰਮੇਵਾਰੀ ਲਾਉਣੀ ਆ ਕਿ ਇੰਨੇ ਸਰੂਪ ਆ, ਉਹਦਾ ਕ੍ਰਾਈਟੇਰੀਆ ਸੈੱਟ ਕਰਦੇ ਆ, ਕ੍ਰਾਈਟੇਰੀਆ ਤੋਂ ਬਾਅਦ ਉਹ ਸਰੂਪ ਕਿਸੇ ਦੇ ਘਰ ਜਾਂਦੇ ਆ, ਉਹਦੀ ਰਜਿਸਟਰੀ ਹੁੰਦੀ ਹੈ, ਤੇ ਮਗਰੋਂ ਤੁਸੀਂ ਲੋਕਲਾਈਜ਼ ਲੈਵਲ ਤੇ ਇਨਫਰਾਸਟ੍ਰਕਚਰ ਪੈਦਾ ਕਰਦੇ ਆ ਕਿ 3-3 6-6 ਮਹੀਨੇ ਬਾਅਦ
ਇੱਕ ਲੋਕਲ ਕਮੇਟੀ ਹੋਊਗੀ ਸਿੱਖਾਂ ਦੀ, ਜਿਹੜੀ ਜਾ ਕੇ ਹਰੇਕ ਘਰ ਦੇ ਵਿੱਚ ਚੈੱਕ ਕਰੂਗੀ ਕਿ ਸਾਰੇ ਸਰੂਪ ਸਾਰਾ ਕੁਝ ਠੀਕ ਠਾਕ ਹੈ, ਪਰਿਵਾਰ ਨਾਲ ਗੱਲਬਾਤ ਕਰੂਗੀ ਕਿ ਤੁਸੀਂ ਠੀਕ ਆ, ਸੇਵਾ ਤੁਹਾਡੀ ਠੀਕ ਚੱਲ ਰਹੀ ਆ, ਕੋਈ ਚੀਜ਼ ਦੀ ਲੋੜ ਨਹੀਂ ਹੈਗੀ। ਇਹ ਨਹੀਂ ਹੈਗਾ ਕਿ ਜਿੱਦਾਂ ਕਿਸੇ ਨਾਲ ਕੁੱਟਮਾਰ ਕਰਨੀ ਜਾਂ ਧੱਕਾ ਕਰਨਾ, ਉਹ ਇੱਕ ਸਪੋਰਟ ਸਿਸਟਮ ਤੁਹਾਨੂੰ ਬਣਾਉਣਾ ਪੈਣਾ ਆ ਸਾਡਾ। ਇਹ ਨਹੀਂ ਹੈਗਾ ਕਿ ਅਸੀਂ ਕੁੱਟ-ਕੁੱਟ ਕੇ ਬੰਦਿਆਂ ਦਾ ਬੁਰਾ ਹਾਲ ਕਰਕੇ ਅਸੀਂ ਸਰੂਪ ਤੋਂ ਚੁੱਕ ਕੇ ਲੈ ਆਉਣੇ, ਨੋ, ਇਹ ਨਹੀਂ ਹੈ ਗੱਲ। ਗੱਲ ਹੈਗੀ ਆ ਕਿ ਜਿੰਨੀ ਰਿਸੋਰਸਿਸ ਅਸੀਂ ਦਵਾਂਗੇ ਉਨੇ ਹੀ ਲੋਕ ਜਿਹੜੇ ਆ ਉਹ ਸੇਵਾ ਤੇ ਸਤਿਕਾਰ ਦਾ ਉਹਨਾਂ ਨੂੰ ਸੌਖਾ ਹੋ ਜਾਊਗਾ ਕਿ ਸਾਰਾ ਸੇਵਾ ਸਾਂਭਣੀ। ਬਿਲਕੁਲ ਜੀ। ਸੋ ਆਈ ਥਿੰਕ ਜੇ ਭਾਵੇਂ GPS ਜਾਂ ਟਰੈਕਿੰਗ ਸਿਸਟਮ ਜੇ ਉਹ ਤੇ ਤੱਕ ਗੱਲ ਨਹੀਂ ਜਾਂਦੀ, ਪਰ ਉਹ ਇੱਕ ਵਿਚਾਰ ਦਾ ਮਸਲਾ ਬਣ ਸਕਦਾ ਹੈ। ਐਟ ਅ ਮਿਨੀਮਮ ਜਿਹੜੀ ਇਨਵੈਂਟਰੀ ਹੈ, ਜਦੋਂ ਮੈਂ ਪਹਿਲੋਂ ਗੱਲ ਸ਼ੁਰੂਆਤ ਕੀਤੀ ਸੀਗੀ, QR ਕੋਡਿੰਗ ਹੋ ਸਕਦੀ ਹੈ। ਹਾਂਜੀ, QR ਕੋਡਿੰਗ ਹੋ ਸਕਦੀ ਹੈ ਕਿ ਇੱਥੇ ਲੋਕਲੀ ਤਾਂ ਸਾਨੂੰ ਹੁਣ ਪਹਿਲੀ ਸਭ ਤੋਂ ਇੱਕ ਸਟੈਪ ਹੈ। ਅਸੀਂ ਹੁਣ ਵੀ ਅਸੀਂ ਗੁਰਦੁਆਰੇ ਸਾਹਿਬ ਨੇ ਵਿਚਾਰ ਕੀਤੇ ਆ ਤੇ ਹੋਰ ਵੀ ਜਿਹੜੀ ਸੁਸਾਇਟੀ ਸਾਰਿਆਂ ਨੂੰ ਅਸੀਂ ਹੁਣ ਇਹਦੇ ਵਿੱਚ ਲਿਆਉਂਗੇ। ਸਾਰਿਆਂ ਨੂੰ ਕਰਨਾ ਚਾਹੀਦਾ ਆ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਤੁਸੀਂ ਮੈਨੂੰ ਇਹ ਸਵਾਲ ਪੁੱਛੋ ਕਿ ਤੁਹਾਡੇ 8 ਸੁਸਾਇਟੀ ਦਾ ਗੁਰਦੁਆਰਾ ਕਾਉਂਸਲ ਆ, 8 ਸੁਸਾਇਟੀਆਂ ਦੇ ਗੁਰਦੁਆਰਿਆਂ ਦੇ ਵਿੱਚ ਇਸ ਵਕਤ ਕਿੰਨੇ ਮਹਾਰਾਜ ਸਰੂਪ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਵਾਓ। ਹੁਣ ਮੈਂ ਤੁਹਾਨੂੰ ਇਹ ਕਹਿ ਸਕਦਾ ਹਾਂ ਕਿ ਇਹ ਜਿੱਦਾਂ ਮਸਲੇ ਉੱਭਰ ਕੇ ਬਾਹਰ ਆਉਂਦੇ ਆ, ਇੱਕ ਟਾਈਮ ਸਾਨੂੰ ਮਿਲਿਆ ਆ ਕਿ ਅਸੀਂ ਪਹਿਲੋਂ ਇੱਥੋਂ ਸ਼ੁਰੂ ਕਰੀਏ, ਹੁਣ ਇਹਨੂੰ ਸਾਂਭ ਲਈਏ। ਬਿਲਕੁਲ, ਬਹੁਤ ਵਧੀਆ ਗੱਲ ਹੈ। ਆਪਣੀਆਂ ਜਿਹੜੀਆਂ ਕਮਜ਼ੋਰੀਆਂ ਆ ਉਹ ਪਛਾਣੀਆਂ ਤੇ ਉਹਦੇ ਵਿੱਚ ਹਰੇਕ ਗੁਰਦੁਆਰੇ ਸਾਹਿਬ ਦੀ ਇਨਵੈਂਟਰੀ ਹੋਵੇ, ਉਹ ਇੱਕ ਲੌਗਡ ਸਿਸਟਮ ਦੇ ਵਿੱਚ ਹੋਵੇ ਤੇ ਫਿਰ ਅਸੀਂ ਇੱਕ ਬੇਨਤੀ ਕਰੀਏ ਕਿ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਜਿੰਨੇ ਵੀ ਸਰੂਪ ਘਰਾਂ ਦੇ ਵਿੱਚ ਨੇ, ਅਸੀਂ ਬੇਨਤੀ ਸੰਗਤ ਨੂੰ ਕਰਦੇ ਹਾਂ ਕਿ ਉਹਨਾਂ ਨੂੰ ਰਜਿਸਟਰ ਕਰਾਓ। ਬਿਲਕੁਲ। ਤੇ ਉਥੋਂ ਗੱਲ ਸ਼ੁਰੂ ਹੋਵੇ। ਪ੍ਰਿੰਟਿੰਗ ਦਾ ਹੀ ਮੈਂ ਪਹਿਲਾਂ ਗੱਲ ਕਹੀ, ਪ੍ਰਿੰਟਿੰਗ ਤਾਂ ਦੂਰ ਦੀ ਗੱਲ ਹੈ, ਹਾਲੇ ਤਾਂ ਜਿਹੜੇ ਆਪਣੇ ਸਰੂਪ ਲੋਕਲ ਆ ਉਹੀ ਅਸੀਂ ਸਾਂਭ ਲਈਏ, ਉਹੀ ਬਿਲਕੁਲ ਉਹਨੂੰ ਅਸੀਂ ਸੰਭਾਲੀ। ਇੱਕ ਇਹਦੇ ਨਾਲ ਜੀ ਬੜੀ ਵਧੀਆ ਗੱਲ ਤੁਸੀਂ ਕੀਤੀ ਹੈ। 5 ਅਗਸਤ ਵਾਲੇ ਦਿਨ ਰਾਮ ਜਨਮ ਭੂਮੀ ਦੇ ਜਿਸ ਦਿਨ ਨੀਂਹ ਪੱਥਰ ਰੱਖਿਆ ਗਿਆ, ਭੂਮੀ ਪੂਜਨ ਹੋਈ ਹੈ, ਜੋ ਵੀ ਪ੍ਰੋਗਰਾਮ ਹੋਇਆ ਭਾਰਤ ਦੇ ਵਿੱਚ, ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਕਹਿ ਰਹੇ ਹੈ ਕਿ ਰਾਮਾਇਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖੀ ਹੈ। ਇਕਬਾਲ ਸਿੰਘ ਪਟਨੇ ਵਾਲਾ, ਜਿਹਦੇ ਬਾਰੇ ਪਹਿਲਾਂ ਬਹੁਤ ਵਾਰੀ ਇਹ ਸ਼ੱਕ ਕੀਤਾ ਜਾਂਦਾ ਸੀ ਕਿ RSS ਦਾ ਇੰਪਲਾਈਜ਼ ਹੈ, ਔਰ ਬਾਅਦ ਦੇ ਵਿੱਚ ਉਹਨੇ ਆਪਣੀ ਅਸਲੀਅਤ ਵੀ ਉੱਥੇ ਜਾ ਕੇ ਦੱਸੀ ਕਿ ਯਸ, ਸਿੱਖ ਨੇ ਜਿਹੜੇ, ਅਸੀਂ ਹਿੰਦੂ, ਅਸਲ ਦੇ ਵਿੱਚ ਹਿੰਦੂ ਆ, ਲਵ ਤੇ ਕੁਸ਼ ਦੀ ਔਲਾਦ ਆ। ਤੇ ਜਦੋਂ ਦੁਬਾਰਾ ਕੋਈ ਮੀਡੀਆ ਵਾਲਾ ਉਹਨੂੰ ਵੀਰ ਪੁੱਛਣ ਲੱਗਾ ਵੀ ਤੁਹਾਡੀ ਹਿੰਮਤ ਕਿਵੇਂ ਪਈ ਕਿ ਤੁਸੀਂ ਵਾਕਈ ਹੀ ਹਿੰਦੂ ਹੋ, ਲਵ ਤੇ ਕੁਸ਼ ਦੀ ਔਲਾਦ ਹੋ, ਉਹਨੇ ਉਸੇ ਵੇਲੇ ਕਿਤਾਬ ਚੁੱਕ ਕੇ ਸਾਹਮਣੇ ਰੱਖ ਦਿੱਤੀ। ਆ ਦੇਖੋ, ਮੈਂ ਨਹੀਂ ਕਹਿ ਰਿਹਾ, ਮੇਰੇ ਦਸ਼ਮੇਸ਼ ਪਿਤਾ ਕਹਿ ਰਹੇ ਨੇ, ਦਸ਼ਮੇਸ਼ ਪਾਤਸ਼ਾਹ ਨੇ ਕਿਹਾ ਕਿ ਮੈਂ ਲਵ ਤੇ ਕੁਸ਼ ਦੀ ਔਲਾਦ ਹਾਂ। ਮੈਨੂੰ ਚੇਤੇ ਹੈ ਇਸ ਦਾ, ਮਨਿੰਦਰ ਸਿੰਘ ਜੀ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਜਿਹਨੂੰ ਮੈਂ ਨਾਰਥ ਅਮਰੀਕਾ ਦੀ ਸਭ ਤੋਂ ਵੱਡਾ ਧਾਰਮਿਕ ਸਥਾਨ, ਧਾਰਮਿਕ ਕੇਂਦਰ ਸਮਝਦਾ, ਜਿੱਥੋਂ ਵੱਧ ਪ੍ਰਚਾਰ ਹੁੰਦਾ ਹੈ, ਇੱਥੇ ਗਿਆਨੀ ਜਸਵੰਤ ਸਿੰਘ ਜੀ ਆਏ ਸੀ, ਜਿਹੜੇ ਦਰਬਾਰ ਸਾਹਿਬ ਕਥਾ ਕਰਦੇ ਆ, ਮਨਜੀਤ ਸਾਹਿਬ। ਇੱਕ ਵਾਰੀ ਆਏ ਸੀ ਤੇ ਮੈਨੂੰ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਉਹਨਾਂ ਨਾਲ ਗੱਲਬਾਤ ਹੋਈ। ਉਹ ਕਹਿਣ ਲੱਗੇ ਕਿ ਅੱਜ ਲੋੜ ਹੈ ਇਹੋ ਜਿਹੇ ਚੰਗੇ ਪ੍ਰਚਾਰਕਾਂ ਦੀ, ਇੱਥੇ ਆ ਰਹੇ ਨੇ, ਤੁਸੀਂ ਇਹਨਾਂ ਨਾਲ ਪਹਿਲੀ ਵਾਰੀ ਆਏ ਨੇ, ਧਿਆਨ ਰੱਖਿਓ। ਮੈਂ ਮਿਲਣ ਗਿਆ ਤੇ ਜਦੋਂ ਕਥਾ ਕਰ ਰਹੇ ਸੀ ਤੇ ਉੱਥੇ ਪਤਾ ਨਹੀਂ ਪੰਥ ਪ੍ਰਕਾਸ਼ ਜਾਂ ਸੂਰਜ ਪ੍ਰਕਾਸ਼ ਦੀ ਕਥਾ ਚੱਲ ਰਹੀ ਸੀ। ਚਲਦੀ ਕਥਾ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ, ਮੈਂ ਤੁਹਾਡਾ ਧਿਆਨ ਲਿਆਉਣਾ ਚਾਹੁੰਦਾ, ਜ਼ਿਕਰ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੰਗਲ ਦੇ ਵਿੱਚ ਜਾ ਰਹੇ ਨੇ, ਸ਼ਿਕਾਰ ਖੇਡਣ ਚੱਲੇ ਨੇ, ਨਾਲ ਦੇ ਸਿੰਘ ਨੇ ਡੱਬੀ ਕੱਢੀ ਫੀਮ ਦੀ, ਆਪ ਫੀਮ ਖਾਧੀ ਤੇ ਬਾਕੀ ਸਿੰਘਾਂ ਨੂੰ ਦਿੱਤੀ, ਅੱਗੇ ਚੱਲ ਪਏ। ਜਦੋਂ ਇੰਨੀ ਗੱਲ ਕਹੀ ਤੇ ਮੈਂ ਉਸੇ ਵਕਤ ਫਰੰਟ ਦੇ ਉੱਤੇ ਬੈਠਾ ਸੀ, ਖੜਾ ਹੋ ਗਿਆ, ਅੱਖਾਂ ਮੇਰੀਆਂ ਲਾਲ। ਭਾਈ ਸਾਹਿਬ ਨੂੰ ਪਤਾ ਲੱਗ ਗਿਆ ਕਿ ਸਿੰਘ ਗਰਮੀ 'ਚ ਉੱਠਿਆ ਤੇ ਨਾਲ ਦੀ ਨਾਲ ਉਹਨਾਂ ਨੇ ਚੇਂਜ ਕਰ ਦਿੱਤਾ ਉਸ ਵੇਲੇ ਟੌਪਿਕ ਕਿ ਮੈਂ ਨਹੀਂ ਕਹਿ ਰਿਹਾ, ਮੇਰਾ ਗੁਰੂ ਇਹੋ ਜਿਹਾ ਨਹੀਂ ਹੋ ਸਕਦਾ, ਇਹ ਕਵੀ ਸੰਤੋਖ ਸਿੰਘ ਜਾਂ ਗਿਆਨੀ ਗਿਆਨ ਸਿੰਘ ਦੀ ਸੋਚ ਹੋ ਸਕਦੀ ਹੈ, ਮੇਰਾ ਗੁਰੂ ਫੀਮਚੀ ਨਹੀਂ ਸੀ। ਤੇ ਮੈਂ ਜਿੱਥੇ ਪਰਚੀਆਂ ਕੱਢਦੇ ਨੇ ਉੱਥੇ ਆ ਕੇ ਖੜ ਗਿਆ ਤੇ ਜਦੋਂ ਬਾਹਰ ਆਇਆ ਤੇ ਮੈਂ ਕਿਹਾ ਭਾਈ ਸਾਹਿਬ ਇਹ ਦਰਬਾਰ ਹਾਲ 'ਚੋਂ ਬਾਹਰ ਨਹੀਂ ਜਾਣਾ, ਪਹਿਲਾਂ ਮੇਰਾ ਸਵਾਲ ਹੈ ਤੁਹਾਨੂੰ। ਜਦੋਂ ਇੰਨੀ ਗੱਲ ਕਹੀ ਤੇ ਉਹ ਰੁਕ ਗਏ, ਮੈਨੂੰ ਉਹ ਜੱਫੀ ਪਾਉਣ ਲੱਗੇ। ਮੈਂ ਕਿਹਾ ਜੀ ਇੱਕ ਮਿੰਟ ਰੁਕੋ, ਫਤਿਹ ਤੁਹਾਨੂੰ ਬੁਲਾ ਕੇ ਮੈਂ ਤੁਹਾਨੂੰ ਇਹ ਪੁੱਛਿਆ, ਤੁਸੀਂ ਮੇਰੇ ਪਿਓ ਨੂੰ ਫੀਮਚੀ ਕਿਹਾ, ਤੁਹਾਡੀ ਹਿੰਮਤ ਕਿਵੇਂ ਪਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ? ਮੈਨੂੰ ਕਹਿਣ ਲੱਗਾ ਜੀ ਬਹੁਤ ਵਧੀਆ ਹੋਇਆ, ਜਦੋਂ ਮੈਂ ਆਇਆ ਸੀ ਤੇ ਮੈਂ ਪ੍ਰਬੰਧਕਾਂ ਨੂੰ ਕਿਹਾ ਸੀ ਕਿ ਮੈਂ ਗੁਰਦੁਆਰਾ ਸਾਹਿਬ ਮੰਜੀ ਹਾਲ ਦੇ ਵਿੱਚ ਐਵਰੀਡੇ ਦਰਬਾਰ ਸਾਹਿਬ ਦੀ ਕਥਾ ਕਰਦਾ। ਉਹ ਕਹਿੰਦੇ ਨਹੀਂ, ਅਸੀਂ ਪਰਖਦੇ ਹੀ ਵਿਦਵਾਨ ਨੂੰ ਉਦੋਂ ਆ ਜਦੋਂ ਕੋਈ ਪੰਥ ਪ੍ਰਕਾਸ਼ ਤੇ ਸੂਰ ਪ੍ਰਕਾਸ਼ ਦੀ ਕਥਾ ਕਰਦਾ। ਮੈਨੂੰ ਚੇਤੇ ਹੈ ਕਿ ਬੇਂਸ, ਮੈਨੂੰ ਪੂਰਾ ਨਾਮ ਅਚਨਚੇਤ ਭੁੱਲ ਗਿਆ, ਇੰਦਰਜੀਤ ਸਿੰਘ ਬੇਂਸ ਸਕੱਤਰ ਸਨ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਨ, ਤੇ ਗੁਲਜ਼ਾਰ ਸਿੰਘ ਆਏ ਸੀ ਟੋਰਾਂਟੋ ਤੇ, ਉਹਨਾਂ ਨਾਲ ਬਹਿ ਕੇ ਗੱਲਬਾਤ ਕੀਤੀ ਤੇ ਫੈਸਲਾ ਕੀਤਾ ਕਿ ਨਹੀਂ, ਅਸੀਂ ਇਹ ਨਹੀਂ ਕਰਾਂਗੇ। ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਗ੍ਰੰਥ ਸਾਨੂੰ ਹਿੰਦੂ ਘੋਸ਼ਿਤ ਕਰਦੇ ਨੇ, ਜਿਨ੍ਹਾਂ ਦਾ ਰੈਫਰੈਂਸ
ਇਕਬਾਲ ਸਿੰਘ ਦੇ ਰਿਹਾ, ਜਿਨ੍ਹਾਂ ਦੇ ਰੈਫਰੈਂਸ ਤੋਂ ਤਿਆਰ ਹੋ ਕੇ ਨਰਿੰਦਰ ਮੋਦੀ ਕਹਿ ਰਿਹਾ ਕਿ ਉਹ ਲਿਖੀ ਹੈ ਰਮਾਇਣ ਲਿਖੀ ਹੈ। ਆ ਮੇਰੇ ਕੋਲ ਇੱਕ ਕਿਤਾਬ ਹੈ, ਕੱਲ ਮੈਂ ਦੇਖ ਰਿਹਾ ਸਾਂ, ਗੋਬਿੰਦ ਰਮਾਇਣ ਦੇ ਨਾਲ ਗੋਬਿੰਦ ਗੀਤਾ ਵੀ ਲਿਖੀ ਗਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ। ਇਸ ਤਰ੍ਹਾਂ ਦਾ ਸਾਡਾ ਜਿਹੜਾ ਇਤਿਹਾਸ ਡਿਸਟੋਰਟ ਕੀਤਾ ਜਾ ਰਿਹਾ ਹੈ, ਇਹਦੇ ਬਾਰੇ ਵੀ ਜਥੇਬੰਦੀਆਂ ਫੈਸਲਾ ਲੈਣਗੀਆਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਵੀ ਗ੍ਰੰਥ ਦੀ ਜਿਹੜਾ ਗੁਰੂ ਗ੍ਰੰਥ ਨਾਲ ਮੇਲ ਨਹੀਂ ਖਾਧਾ ਵਿਆਖਿਆ ਨਹੀਂ ਹੋਏਗੀ। ਇਹਦੇ ਬਾਰੇ ਤੁਹਾਡਾ ਕੀ ਸੋਚ ਹੈ ਜੀ? ਹਾਂਜੀ, ਇਹ ਜਿਹੜੀ ਆਈ ਥਿੰਕ ਕਦੀ ਕਦੀ ਇਦਾਂ ਹੁੰਦਾ ਹੈ ਕਿ ਜਿਹੜਾ ਹੁਣ ਇੱਕ ਗੁਰਦੁਆਰਾ ਸਾਹਿਬ ਆ ਉਹਨੂੰ ਅਸੀਂ ਇਦਾਂ ਮੰਨ ਲੈਂਦੇ ਹਾਂ ਕਿ ਉਹਦੇ ਵਿੱਚ ਜਿੰਨੇ ਵੀ ਸੇਵਾ ਕਰ ਰਹੇ ਆ ਉਹ ਸਾਰੇ ਇੱਕ ਪੱਖ ਦੇ ਆ। ਹੁਣ ਲੋਕਲੀ ਜਿੱਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਮੈਂ ਆਪਣੀ ਕਹਿ ਸਕਦਾ ਹਾਂ ਕਿ ਮੈਨੂੰ ਜਦੋਂ ਸੇਵਾ ਇਹ ਦਿੱਤੀ ਗਈ ਕਿ ਮੁੱਖ ਸੇਵਾਦਾਰ ਦਾ ਰੋਲ ਮੰਨਣਾ ਆ, ਮੈਂ ਸ਼ੁਰੂ ਤੋਂ ਇਹ ਗੱਲ ਕੀਤੀ ਸੀ ਕਿ ਕੋਈ ਵੀ ਵਿਵਾਦੀ ਪ੍ਰਚਾਰਕ ਜਿਹੜਾ ਆ ਉਹਨੂੰ ਨਹੀਂ ਸੱਦਣਾ। ਤੇ ਵਿਵਾਦੀ ਪ੍ਰਚਾਰਕ ਦਾ ਮਤਲਬ ਇਹ ਨਹੀਂ ਕਿ ਕੋਈ ਇੱਕ ਸੰਪਰਦਾ ਦਾ ਹੋਵੇ ਜਾਂ ਮਿਸ਼ਨਰੀ ਹੋਵੇ, ਨੋ, ਉਹਦਾ ਮਤਲਬ ਇਹ ਹੈ ਕਿ ਜਿੱਥੇ ਵਿਵਾਦੀ ਇਹ ਮਸਲੇ ਆ ਉਹਨਾਂ ਦੀ ਵਿਚਾਰ ਸੈਮੀਨਾਰ ਦੇ ਰਾਹੀਂ ਤੇ ਹੋਰ ਥਾਂ ਤੇ ਹੋ ਸਕਦੇ ਆ, ਪਰ ਗੁਰੂ ਦੇ ਦਰਬਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਵਧੀਆ ਤੇ ਉਹ ਅਸੀਂ ਉੱਥੇ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਮੇਬੀ ਮੇਰੇ ਟਾਈਮ ਤੋਂ ਪਹਿਲਾਂ ਕਾਫੀ ਦੀ ਹੋਣੀ ਆ, ਹੋ ਸਕਦਾ ਉਸ ਟਾਈਮ ਤੋਂ ਗੁਰਦੁਆਰੇ ਦੇ ਵਿੱਚ ਨਹੀਂ। ਫਿਰ ਉਹਨਾਂ ਨੇ ਮੈਨੂੰ ਚੇਤੇ ਆਈ, ਮੈਂ ਐਪਰੀਸ਼ੀਏਟ ਕਰਦਾ ਉਸ ਵੇਲੇ ਦੀ ਮੈਨੇਜਮੈਂਟ, ਸਰਦਾਰ ਸੁਦਾਗਰ ਸਿੰਘ ਸਨ ਤੇ ਬੇਨ ਸੁਣੀ ਸੀ ਇੰਦਰਜੀਤ ਸਿੰਘ, ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਾਵਾਂਗੇ। ਕਿਉਂਕਿ ਮੁਸ਼ਕਲ ਇਹ ਹੁੰਦੀ ਹੈ ਸਰਦਾਰ ਨਿੰਦਰ ਸਿੰਘ ਜੀ, ਤੁਹਾਡੇ ਵਰਗੇ ਨੌਜਵਾਨ ਜਦੋਂ ਅੱਗੇ ਸੇਧ ਲੈਂਦੇ ਆ ਨਾ, ਅੱਗੇ ਗਾਂ ਸਾਡੇ ਬੱਚੇ ਆਉਂਦੇ ਆ, ਅਸੀਂ ਕਹਿੰਦੇ ਹਾਂ ਕਿ ਸਾਡਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਸਾਰੀ ਉਮਰ ਦੇ ਵਿੱਚ ਨਹੀਂ ਸਮਝ ਸਕੇ ਤਾਂ ਮੈਨੂੰ ਲੱਗਦਾ ਜਿਹੜੇ ਵਿਦਵਾਨ ਨੇ ਸੋ ਕਾਲਡ ਸਾਡੇ ਪੰਥ ਦੇ, ਕਿਉਂਕਿ ਸਾਡਾ ਇਤਿਹਾਸ ਉਹਨਾਂ ਨੇ ਆਪ ਨਹੀਂ ਲਿਖਿਆ, ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਕੁਝ ਹੈ। ਜਦੋਂ ਉਹ ਕਹਿ ਰਹੇ ਆ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਜਿੱਥੇ ਰਾਮ ਦਾ ਜ਼ਿਕਰ ਆਇਆ ਉਹ ਰਾਮ ਦਸ਼ਰਥ ਦੇ ਪੁੱਤਰ ਦਾ ਜ਼ਿਕਰ ਆਇਆ, ਜਿੱਥੇ ਰਾਮ ਦੂਸਰੇ ਦੀ ਗੱਲ ਆਈ ਉਹ ਸਮਝ ਰਵੇ ਆ। ਸਮਝਾਉਣ ਦੇ ਵਿੱਚ ਸਾਡੇ ਜਿਹੜੀ ਕਮਜ਼ੋਰੀ ਰਹਿ ਗਈ ਹੈ, ਜਿਹਦੇ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਤੇ ਸਾਡੇ ਤਖਤਾਂ ਦੇ ਸਾਬਕਾ ਜਥੇਦਾਰ ਵੀ ਰਿਪਰੈਜ਼ੈਂਟ ਸਾਰੀ ਕੌਮ ਨੂੰ ਕਰਕੇ ਕਹਿ ਰਹੇ ਨੇ ਕਿ ਨਹੀਂ ਹਮ ਹਿੰਦੂ ਹੈ, ਅਸੀਂ ਹਿੰਦੂ ਹਾਂ। ਇਹਦੇ ਵਿੱਚ ਜਿਹੜੀ ਇੱਕ ਗੱਲ ਮੈਂ ਜ਼ਰੂਰ ਐਡ ਕਰਨਾ ਚਾਹੁੰਦਾ ਹਾਂ, ਭਾਵੇਂ ਉਹ ਪੰਥ ਪ੍ਰਕਾਸ਼ ਹੋਵੇ ਗਿਆਨੀ ਗਿਆਨ ਸਿੰਘ ਦੇ ਜਾਂ ਰਤਨ ਸਿੰਘ ਭੰਗੂ ਦੇ, ਸੂਰਜ ਪ੍ਰਕਾਸ਼ ਗ੍ਰੰਥ ਹੋਵੇ ਕਵੀ ਸੰਤੋਖ ਸਿੰਘ ਦੇ, ਇਹ ਜਿਹੜੀ ਲੇਖ ਆ ਸਾਨੂੰ ਇੱਦਾਂ ਦੇਖਣੇ ਪੈਣੇ ਕਿ ਜਿਹਨਾਂ ਬੰਦਿਆਂ ਨੇ ਇਹ ਲੇਖ ਲਿਖੇ ਆ ਉਹ ਵੀ ਬੰਦੇ ਹੀ ਸੀ। ਬਿਲਕੁਲ ਸਾਡੇ ਤੇ ਇਹ ਅਸੀਂ ਕਦੇ ਕਦੇ ਭੁੱਲ ਜਾਂਦੇ ਆ ਕਿ ਉਹਨਾਂ ਨੂੰ ਇੱਕ ਪਦਵੀ ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਨੰਦ ਲਾਲ ਦੇ ਜਿਹੜੇ ਉਹ ਤੋਂ ਅੱਗੇ ਕੋਈ ਵੀ ਇਹੋ ਜਿਹੀ ਪ੍ਰਵਾਨਗੀ ਨਹੀਂ ਹੈਗੀ ਕਿਸੇ ਵੀ ਲੇਖ ਨੂੰ। ਉਹਦੀ ਜੇ ਇਤਿਹਾਸਕ ਪੱਖ ਤੋਂ ਗੱਲ ਹੁੰਦੀ ਆ, ਕਰਕੇ ਹਰੇਕ ਹਿਸਟਰੀ ਜਿਹੜੀ ਉਹ ਡਿਸਟੋਰਟਡ ਹੁੰਦੀ ਆ। ਇੱਦਾਂ ਕੁਛ ਨਹੀਂ ਹੁੰਦਾ ਕਿ ਅਸੀਂ ਕਿਸੇ ਦੀ ਕਿਤਾਬ ਚੋਂ ਕੀ ਹੋ ਕਿ 100% ਅਸੀਂ ਉਹਨੂੰ ਸਹੀ ਮੰਨ ਸਕਦੇ। ਬਿਲਕੁਲ ਜੀ। ਕਰਕੇ ਗਿਆਨੀ ਗਿਆਨ ਸਿੰਘ ਵੀ ਕਿਸੇ ਦੀ EMPLOYE ਦੇ ਵਿੱਚ ਹੋ ਕੇ ਉਹਨਾਂ ਨੇ ਆਪਣਾ ਪੰਥ ਪ੍ਰਕਾਸ਼ ਲਿਖਿਆ। ਇਹ ਇੱਕ ਹੋਰ ਵਿਸ਼ਾ ਹੋ ਸਕਦਾ ਜਿੱਤੇ ਜੇ ਹੋਰ ਤੁਸੀਂ ਵਿਚਾਰ ਕਰ, ਤੁਹਾਨੂੰ ਕੋਈ ਗੱਲਾਂ ਦਾ ਪਤਾ ਆ, ਪਰ ਇਹ ਅਸੀਂ ਹਰੇਕ ਜਿਹੜੀ ਇਹ ਇਤਿਹਾਸਕ ਪੁਸਤਕਾਂ ਆ ਇਹਨਾਂ ਨੂੰ ਉੱਥੇ ਤੱਕ ਹੀ ਸੀਮਿਤ ਰੱਖਣਾ ਚਾਹੀਦਾ ਕਿ ਇਤਿਹਾਸਕ ਪੁਸਤਕਾਂ ਆ ਇਹ ਬੰਦਿਆਂ ਨੇ ਲਿਖੀਆਂ ਆ, ਇਹਦੇ ਵਿੱਚ ਬਹੁਤ ਕੁਝ ਹੋ ਸਕਦਾ ਹੈ। ਜਿਹੜੇ ਸਾਨੂੰ ਇਦਾਂ ਨਹੀਂ ਲੈਣਾ ਚਾਹੀਦਾ ਕਿ ਜਦੋਂ ਮਹਾਰਾਜ ਦੀ ਕਥਾ ਹੋਵੇ ਤੇ ਸੂਰਜ ਪ੍ਰਕਾਸ਼ ਦੀ ਕਥਾ ਹੋਵੇ, ਇਹ ਸੇਮ ਚੀਜ਼ ਨਹੀਂ ਹੈਗੀ, ਇਹ ਬਹੁਤ ਵੱਡਾ ਫਰਕ ਆ ਦੋਨਾਂ ਦੇ ਵਿੱਚੋਂ। ਸੋ ਅਸੀਂ ਸਿੱਖਾਂ ਨੂੰ ਵੀ ਸਾਨੂੰ ਇਹ ਦੇਖਣਾ ਪੈਣਾ ਕਿ ਇਤਿਹਾਸ ਜਿਨ੍ਹਾਂ ਨੇ ਲਿਖਿਆ ਆ ਉਹਦੇ ਵਿੱਚ ਵੀ ਸਾਨੂੰ ਉਹਨੂੰ ਖੋਜ ਕਰ ਕਰਕੇ ਅਸੀਂ ਜਦੋਂ ਰਿਸਰਚ ਕਰਦੇ ਹਾਂ, ਰਿਸਰਚ ਖੋਜ ਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਚੀਜ਼ ਨੂੰ ਦੂਜੀ ਨਾਲ, ਤੀਜੀ ਨਾਲ, ਚੌਥੀ ਨਾਲ, ਪੰਜਵੀਂ ਨਾਲ ਕੰਪੇਅਰ ਕਰਕੇ ਰੈਫਰੈਂਸਸ ਲਾ ਕੇ ਤੁਸੀਂ ਇੱਕ ਨਤੀਜੇ ਤੱਕ ਪਹੁੰਚਣਾ ਹੈ ਕਿ ਆਹ ਲੇਖਕ ਨੇ ਇੱਦਾਂ ਲਿਖਿਆ, ਡਾਕਟਰ ਗੋਪਾਲ ਸਿੰਘ ਨੇ ਇੱਦਾਂ ਲਿਖਿਆ ਆ, ਡਾਕਟਰ ਗੰਡਾ ਸਿੰਘ ਨੇ ਇੱਦਾਂ ਲਿਖਿਆ ਆ। ਉਹਦੇ ਵਿੱਚੋਂ ਸਾਨੂੰ ਦੱਸਦਾ ਹੈ ਕਿ ਇਤਿਹਾਸਕਾਰ ਜਿਹੜੇ ਵੀ ਆ ਉਹ ਵੀ ਹਰੇਕ ਗੱਲ ਦੇ ਉੱਤੇ ਡਿਫਰੈਂਟ ਟਿੱਪਣੀਆਂ ਰੱਖਦੇ ਆ। ਜਿਸ ਤਰ੍ਹਾਂ ਜਿਹੜੇ ਸੰਪਰਦਾ ਨਾਲ ਜੁੜੇ ਉਸ ਤਰ੍ਹਾਂ ਲਿਖਣਾ ਹੈ। ਪਰ ਇੱਕ ਗੱਲ ਮੈਂ ਥੋੜੀ ਜਿਹੀ ਤੁਹਾਡੇ ਨਾਲ ਕਲੀਅਰ ਕਰਦੇ ਆ, ਇਸ ਦਾ ਮਨਿੰਦਰ ਸਿੰਘ ਜੀ ਮੈਂ ਤੁਹਾਡਾ ਤਹਿ ਦਿਲੋਂ ਰਿਣੀ ਆ, ਖਾਸ ਕਰਕੇ ਮਲਕੀਤ ਸਿੰਘ ਧਾਮੀ ਜਿਹੜੇ ਪਹਿਲਾਂ ਆਏ ਨੇ ਉਹਨਾਂ ਦਾ ਵੀ ਰਿਣੀ ਆ, ਸਾਰੀਆਂ ਸਿੱਖ ਜਥੇਬੰਦੀਆਂ ਦਾ ਰਿਣੀ ਆ। ਕਾਰਨ ਇਹ ਹੈ, ਇੱਕ ਟਾਕ ਸ਼ੋਅ ਮੈਂ ਰੇਡੀਓ ਤੇ ਲਗਾਤਾਰ 2 ਘੰਟੇ ਕੀਤਾ ਸੀ। 2 ਹਫ਼ਤੇ ਪਹਿਲਾਂ ਸਰਦਾਰ ਰਿਪਦਮਨ ਸਿੰਘ ਮਲਿਕ ਟਾਕ ਸ਼ੋਅ 'ਤੇ ਆਏ ਸਨ, ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਸੀ, ਪਰ ਗੱਲ ਕਰਦਿਆਂ ਹੀ ਮੈਨੂੰ ਮੈਸੇਜ ਆਇਆ। ਮੈਂ ਇਸ ਕਰਕੇ ਪਹਿਲਾਂ ਤੁਹਾਨੂੰ ਸਵਾਲ ਪੁੱਛਣ ਲੱਗਾ ਸੀ ਵੀ ਜੇ ਅਕਾਲ ਤਖਤ ਵੱਲੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਹੁਕਮ ਆ ਜਾਂਦਾ ਹੈ ਕਿ ਨਹੀਂ ਜੀ ਬੀੜਾਂ ਇੱਥੇ ਛਪਣਗੀਆਂ, ਸਾਡੀ ਇਹਨਾਂ ਦੀ ਨਿਗਰਾਨੀ ਅਸੀਂ ਕਰਾਂਗੇ, ਛਪਣਗੀਆਂ ਉੱਥੇ ਹੀ, ਫਿਰ ਤੁਹਾਡਾ ਕੀ ਪ੍ਰਤੀਕਰਮ ਹੈ? ਤੁਹਾਡਾ ਪ੍ਰਤੀਕਰਮ ਆਉਣ ਤੋਂ ਪਹਿਲਾਂ ਜਿਹੜੀ ਹੋਈ ਗੱਲਬਾਤ ਹੈ, ਮੈਂ ਸਰਦਾਰ ਰਿਪਦਮਨ ਸਿੰਘ ਮਲਿਕ ਉਹਨਾਂ ਨੂੰ ਉਚੇਚੇ ਤੌਰ ਤੇ ਤੁਹਾਨੂੰ ਤੇ ਸਾਰੀਆਂ ਜਥੇਬੰਦੀਆਂ ਨੂੰ ਇਸ ਗੱਲ ਦੀ ਮੈਂ ਮੁਬਾਰਕਬਾਦ ਦਿੰਦਾ, ਸਫਲਤਾ ਕਹਿਣਾ ਕਿ ਜਿਹੜੀ ਗੱਲ ਮੀਡੀਆ ਦੇ ਵਿੱਚ ਆਈ ਹੈ
ਮਲਕ ਸਾਹਿਬ ਉਹਨਾਂ ਨੇ ਸੁਨੇਹਾ ਭੇਜਿਆ ਜਿਹੜਾ ਮੈਂ ਤੁਹਾਡੇ ਨਾਲ ਪੜ੍ਹ ਕੇ ਸੁਣਾਉਣਾ ਚਾਹੁੰਦਾ ਸਾਰੇ ਦਰਸ਼ਕਾਂ ਨੂੰ। ਜੀ ਇਟਸ ਅ ਵੈਰੀ ਸੈਂਸਿਟਿਵ ਮੈਟਰ। ਗੁਰੂ ਗ੍ਰੰਥ ਸਾਹਿਬ ਜੀ ਫॉर ਗੁਰੂ for all Sikhs and the whole universe. We all see it differently because we are human beings. Our wish is that Shri Guru Granth Sahib Ji is available for anyone who wishes to have a prakash in their home throughout the world. We all should read from it every day. I don't have to do the seva any Gurdwara, but important cheez. I don't have to do the seva. Any Gurdwara or SGPC can do this seva. We will give them all our machinery at no cost. Hopefully, I'll see you soon. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਵੱਲੋਂ ਜਿਹੜਾ ਕੀਤਾ ਹੋਇਆ ਆਰੰਭਿਆ ਕਾਰਜ ਸੀ ਸਫਲ ਹੋਇਆ। ਮਲਕ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਅੱਜ ਤੋਂ ਬਾਅਦ ਕੋਈ ਵੀ ਜ਼ਿੰਮੇਵਾਰੀ ਨਹੀਂ ਲਵਾਂਗਾ। ਮੇਰੇ ਕੋਲ ਜਿਹੜੀ ਮਸ਼ੀਨਾਂ ਪਈਆਂ ਨੇ ਉਹ ਬਿਲਕੁਲ ਨੋ ਕਾਸਟ ਦੇ ਉੱਤੇ ਜਿਹੜਾ ਚਾਹੇ ਉਹਨਾਂ ਨੂੰ ਲਿਜਾ ਸਕਦਾ। ਤੁਹਾਡਾ ਮਨਿੰਦਰ ਸਿੰਘ ਜੀ ਤਹਿ ਦਿਲੋਂ ਧੰਨਵਾਦ। ਸਾਰੀਆਂ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ। ਜਿਹੜੇ ਕੀਤੇ ਉਪਰਾਲੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਿ ਕੌਮ ਦੇ ਵਿੱਚ ਸਾਡੇ ਪਹਿਲਾਂ ਹੀ ਬਹੁਤ ਜ਼ਿਆਦਾ ਚਿੰਤਾਵਾਂ ਨੇ, ਬੜੀਆਂ ਦੁਫਾੜਾਂ ਪਈਆਂ ਨੇ ਸਾਡੇ ਅੰਦਰ। ਸੋ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੀ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਚਾਏ। ਭਾਵੇਂ ਕੋਵਿਡ ਦੇ ਦਿਨਾਂ ਦੇ ਵਿੱਚ ਅਸੀਂ ਇਕੱਠੇ ਨਹੀਂ ਬੈਠ ਸਕੇ, ਪਰ ਗੁਰੂ ਦੀ ਬਖਸ਼ਿਸ਼ ਸਦਕਾ ਤੁਹਾਡੇ ਸਾਰਿਆਂ ਵੱਲੋਂ ਕੀਤੇ ਉਪਰਾਲੇ ਨਾਲ ਇਹ ਕੰਮ ਮੈਨੂੰ ਲੱਗਦਾ ਸੋਲਵ ਹੋ ਗਿਆ ਤੇ ਉਮੀਦ ਹੈ ਕਿ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਜਲਦੀ ਐਕਸ਼ਨ ਲੈ ਕੇ ਤੁਹਾਡੇ ਵੱਲੋਂ ਲਿਖੀਆਂ ਜਿਹੜੀਆਂ ਚਿੱਠੀਆਂ ਨੇ ਉਹਨਾਂ ਦਾ ਜਲਦੀ ਜਵਾਬ ਦੇਗੀ ਤਾਂ ਜੋ ਇਹ ਵਿਵਾਦ ਹਮੇਸ਼ਾ ਲਈ ਖਤਮ ਹੋ ਸਕੇ। ਤੁਹਾਡਾ ਤਹਿ ਦਿਲੋਂ ਧੰਨਵਾਦ। ਇਸ ਬਾਬਤ ਕੁਝ ਕਹਿਣਾ ਚਾਹੋਗੇ ਅਖੀਰ ਦੇ ਵਿੱਚ? 1 ਮਿੰਟ ਹੈ ਜੀ ਤੁਹਾਡੇ ਕੋਲ। ਹਾਂਜੀ, ਅਸੀਂ ਤਾਂ ਸਿਰਫ ਜਿਹੜੀ ਮੈਂ ਪਹਿਲੋਂ ਗੱਲ ਕੀਤੀ ਸੀ ਮੈਂ ਉਹ 'ਤੇ ਬੜਾ ਪਹਿਰਾ ਦੇਣਾ ਜ਼ਰੂਰੀ ਸਮਝਦਾ ਹਾਂ ਕਿ ਜਿਹੜੇ ਸੰਗਤ ਗੁਰਦੁਆਰੇ ਸਾਹਿਬਾਨਾਂ ਨੂੰ ਉਹ ਆਪਣੀ ਜਿਹੜੀ ਪਾਵਰ ਆ ਅਤੇ ਉਹਨਾਂ ਦਾ ਜਿਹੜਾ ਫਰਜ਼ ਆ ਉਹ ਸਮਝਣ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੇ ਬੰਦੇ ਸੇਵਾ ਕਰਨ ਆਉਂਦੇ ਆ, ਕਈ ਸਹੀ ਪੱਖ ਤੋਂ ਆਉਂਦੇ ਆ, ਕਈ ਨਾਟ ਸੋ ਸਹੀ ਪੱਖ ਤੋਂ ਆਉਂਦੇ ਆ। ਹਰੇਕ ਜਣੇ ਨੂੰ ਇੱਕ ਪੇਂਟ ਬਰਸ਼ ਕਰਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੁੰਦਾ ਆ, ਪਰ ਉਹਦੇ ਵਿੱਚ ਇਹ ਹੈ ਕਿ ਜਿੰਨਾ ਚਿਰ ਸੰਗਤ ਅਤੇ ਜ਼ਿੰਮੇਵਾਰ ਪੰਥਕ ਸਿੱਖ ਜਿਹੜੇ ਆ ਉਹ ਪਹਿਰਾ ਦੇਣ ਅਤੇ ਅਕਾਊਂਟੇਬਲ ਰੱਖਣ ਅਤੇ ਇਹਦੇ ਵਿੱਚ ਇਹ ਹੈ ਕਿ ਲਾਈਕ ਐਜ਼ ਜਿਹੜੇ ਸਾਨੂੰ ਸਾਰਿਆਂ ਨੂੰ ਇੱਕ ਹੌਸਲਾ ਵੀ ਮਿਲਦਾ ਹੈ। ਹੁਣ ਅਸੀਂ ਨੌਜਵਾਨ ਇੱਥੇ ਦੇ ਜੰਮ ਪਲੇ ਹਾਂ, ਅਸੀਂ ਪੰਜਾਬ ਤੋਂ ਨਹੀਂ ਆਏ, ਅਸੀਂ ਪੰਜਾਬ ਦੇ ਸਿਚੁਏਸ਼ਨਸ ਵੀ ਉਹਨਾਂ ਕੀ ਸਮਝਦੇ ਹਾਂ ਅਤੇ ਸਾਡੀ ਉੱਥੇ ਦੀ ਜਿਹੜੀ ਰਹਿਣੀ ਬਹਿਣੀ ਵੀ ਥੋੜ੍ਹੀ ਜਿਹੀ ਵੱਖਰੀ ਹੈ। ਪਰ ਅਸੀਂ ਜੇ ਸੇਧ ਲੈ ਸਕਦੇ ਹਾਂ ਅਤੇ ਸਾਡੇ ਬਜ਼ੁਰਗਾਂ ਤੋਂ ਲੈ ਸਕਦੇ ਹਾਂ, ਸੰਗਤ ਤੋਂ ਲੈ ਸਕਦੇ ਹਾਂ, ਸਿਰ ਨੀਵਾਂ ਕਰਕੇ ਅਸੀਂ ਇਹ ਸੇਵਾ ਨਿਭਾ ਸਕਦੇ ਹਾਂ। ਜੇ ਸਾਡੀਆਂ ਕੋਈ ਗਲਤੀਆਂ ਹੁੰਦੀਆਂ ਆ ਅਤੇ ਉਹਦੇ ਵਿੱਚ ਸਾਨੂੰ ਸੁਧਾਰਨ ਲਈ ਜਦੋਂ ਮਰਜ਼ੀ ਬੰਦੇ ਅਪਰੋਚ ਕਰ ਸਕਦੇ ਆ। ਫੋਨ ਨੰਬਰ ਸਾਡੇ ਪਬਲਿਕਲੀ ਗੁਰਦੁਆਰਿਆਂ ਦੇ ਵਿੱਚ ਲਿਖੇ ਹੁੰਦੇ ਆ। ਕੋਈ ਵੀ ਸੁਝਾਅ ਹੋਵੇ, ਕੋਈ ਚੇਂਜਸ ਹੋਵੇ, ਤੁਹਾਡੀ ਜਿਹੜੀ ਪਾਵਰ ਸੰਗਤ ਦੀ ਆ ਉਹ ਸਭ ਤੋਂ ਉੱਚੀ ਅਤੇ ਸੁੱਚੀ ਜਿੰਨਾ ਚਿਰ ਪ੍ਰਬੰਧਕ ਮੰਨੂਗੇ ਉਨਾ ਚਿਰ ਹੀ ਉਹ ਪ੍ਰਬੰਧਕ ਸਫਲ ਆ। ਜੇ ਉਹ ਨਹੀਂ ਮੰਨਦੇ ਅਤੇ ਉਹਨਾਂ ਨੇ ਆਪਣੀ ਮਨਮਰਜ਼ੀ ਕਰਨੀ ਆ ਅਤੇ ਉਹਨਾਂ ਨੂੰ ਫਿਰ ਪਾਸੇ ਕਰਨਾ ਜਾਂ ਲਾਉਣ ਦੇ ਅਤੇ ਉਹਨਾਂ ਨੂੰ ਰਿਪਲੇਸ ਕਰਨ ਦੇ ਵਿੱਚ ਵੀ ਸੰਗਤ ਹੀ ਆਉਂਦੀ ਆ। ਅਤੇ ਭਾਵੇਂ ਉਹ 10 ਸਾਲ ਹੋ ਜਾਣ, 8 ਸਾਲ ਲੱਗ ਜਾਣ, 20 ਸਾਲ ਲੱਗ ਜਾਣ, ਇੱਕ ਨਾ ਇੱਕ ਦਿਨ ਜਿਹੜੀ ਗੁਰੂ ਦੀ ਸੰਗਤ ਆ ਉਹਨੇ ਆਪ ਹੀ ਇਹ ਜਿਹੜੇ ਸਾਰੇ ਕਾਰਜ ਸਾਹਮਣੇ ਹੁੰਦੇ ਆ। ਸੋ ਮੇਰੀ ਸਿਰਫ ਇੰਨੀ ਬੇਨਤੀ ਹੈ ਕਿ ਸਾਡੇ ਨਾਲ ਇੱਕ ਤਾਂ ਮੋਢੇ ਨਾਲ ਮੋਢਾ ਲਾ ਕੇ ਤੁਰੋ ਜਦੋਂ ਸਾਨੂੰ ਅਸੀਂ ਕੋਈ ਪੰਥਕ ਕਾਰਜ ਦੇ ਵਿੱਚ ਸਹੀ ਕਰ ਰਹੇ ਹਾਂ। ਜੇ ਤੁਹਾਨੂੰ ਗਲਤ ਦੱਸ ਰਿਹਾ ਆ ਉੱਥੇ ਤੁਹਾਡੀ ਜ਼ਿੰਮੇਵਾਰੀ ਆ ਅਤੇ ਸਾਨੂੰ ਰੋਕਣਾ, ਸਾਨੂੰ ਸੇਧ ਦੇਣੀ। ਅਤੇ ਜਦੋਂ ਤੁਹਾਨੂੰ ਲੱਗਦਾ ਆ ਕਿ ਅਸੀਂ ਕੋਈ ਇਹੋ ਜਿਹਾ ਕੰਮ ਕਰ ਰਹੇ ਹਾਂ ਜਿਹਦੇ ਵਿੱਚ ਜਿਹੜੀ ਪੰਥ ਦਾ ਸਿਰ ਨੀਵਾਂ ਹੋ ਰਿਹਾ ਹੈ ਅਤੇ ਬਿਲਕੁਲ ਕੋਈ ਵੀ ਸਾਡੇ ਨਾਲ ਜਿਹੜਾ ਲਾਈਕ ਐਜ਼ ਇਨ ਤੁਹਾਡੀ ਜਿਹੜੀ ਸੰਗਤ ਦੀ ਮਰਜ਼ੀ ਹੈ ਹਾਸਲ ਕਰਨਾ ਉਹ ਤੁਹਾਡੇ ਹੱਥਾਂ ਦੇ ਵਿੱਚ ਹੈ। ਬਹੁਤ ਬਹੁਤ ਧੰਨਵਾਦ ਜੀ ਸਮਾਂ ਕੱਢਿਆ। ਥੈਂਕ ਯੂ ਤੁਹਾਡਾ ਭਾਈ ਮਨਿੰਦਰ ਸਿੰਘ ਜੀ। ਤੁਹਾਡੀ ਵਰਗੀ ਸੋਚ ਦੇ ਚੜ੍ਹਦੀ ਕਲਾ ਵਾਲੇ ਨੌਜਵਾਨ ਸਾਡੇ ਵੀਰ, ਸਾਡੀ ਸਿੱਖ ਕੌਮ ਦੇ ਜੇ ਆਗੂ ਇਹੋ ਜਿਹੇ ਹੋਣਗੇ ਤੇ ਰਲ ਮਿਲ ਕੇ ਬੈਠ ਕੇ ਗੱਲ ਕਰਨ ਦੇ ਜਿਹੜੇ ਇਸ ਸਿਧਾਂਤਾਂ ਨੂੰ, ਸਿੱਖੀ ਸਿਧਾਂਤਾਂ ਨੂੰ ਫੋਲੋ ਕਰਨਗੇ ਤੇ ਲੋੜ ਆ ਸਾਨੂੰ ਅੱਜ ਤੁਹਾਡੇ ਵਰਗੇ ਆਗੂਆਂ ਦੀ। ਸੋ ਥੈਂਕ ਯੂ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ। ਸਾਡੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੀ, ਬਿਲਕੁਲ ਜੀ, ਬਹੁਤ ਵਧੀਆ। ਕਹਿੰਦੇ ਕਿ ਜਦੋਂ ਕਿਸੇ ਗੱਲ ਦੀ ਕੋਈ ਸੋਲੂਸ਼ਨ ਕੱਢਣੀ ਹੋਵੇ ਤੇ ਜੇ ਸਾਰੀਆਂ ਸੁਸਾਇਟੀਆਂ ਬੇਸ਼ੱਕ ਕੋਵਿਡ-19 ਦੇ ਕਰਕੇ ਨਹੀਂ ਸੀ ਇਕੱਠ ਪੂਰਾ ਹੋ ਸਕਿਆ, ਪਰ ਜਿਹੜੀ ਕੱਲ ਮੀਟਿੰਗ ਰੱਖੀ ਗਈ ਉਸ ਤੋਂ ਪਹਿਲਾਂ ਵੀ ਜਿਹੜੇ ਫੈਸਲੇ ਲਏ ਗਏ, ਜਿਹੜੀ ਚਿੱਠੀ ਵੀ ਸ਼੍ਰੋਮਣੀ ਕਮੇਟੀ ਨੂੰ ਪਾਈ ਗਈ ਜਾਂ ਅਕਾਲ ਤਖਤ ਸਾਹਿਬ ਨੂੰ ਲਿਖੀ ਗਈ, ਔਰ ਉਸ ਦੇ ਕਰਕੇ ਜਿਹੜਾ ਅੱਜ ਇਹੋ
ਭਾਈ ਰਪਦਮਨ ਸਿੰਘ ਹੋਣਾ ਵੱਲੋਂ ਵੀ ਜਿਹੜਾ ਇੱਕ ਮੈਸੇਜ ਆਇਆ, ਜੀ। ਮਲਕ ਹੋਣਾ ਵੱਲੋਂ ਮੈਸੇਜ ਆਇਆ, ਬੜਾ ਇੱਕ ਸ਼ਲਾਘਾਯੋਗ ਕਦਮ ਹੈ ਜਿਹੜਾ ਚੰਗੀ ਗੱਲ ਹੈ ਕੌਮ ਨੇ ਰਲ ਕੇ। ਕਿਉਂਕਿ ਉਹ ਵੀ ਸਾਡੀ ਕੌਮ ਦੇ ਵਿੱਚ ਸ਼ਖਸੀਅਤ ਨੇ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਉਹਨਾਂ ਨੇ ਦੇਖਿਆ ਵੀ ਜਿਹਦੇ ਨਾਲ ਕੌਮ ਦੇ ਵਿੱਚ ਦੁਬਿਧਾ ਪੈਂਦੀ ਹੈ, ਉਸ ਦੁਬਿਧਾ ਨੂੰ ਦੂਰ ਕਰਨ ਦੇ ਲਈ ਸਿੱਖ ਦਾ ਫਰਜ਼ ਹੈ, ਉਹ ਗੁਰੂ ਦਾ ਹੁਕਮ ਹੈ, ਗੁਰਬਾਣੀ ਸਾਨੂੰ ਹੁਕਮ ਕਰਦੀ ਹੈ ਕਿ ਅਸੀਂ ਬਹਿ ਕੇ ਚਾਰ ਭਰਾ ਬਹਿ ਕੇ ਜਿਹੜੀ ਮੁਸ਼ਕਲ ਹੈ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ। ਉਮੀਦ ਹੈ ਕਿ ਜਿਹੜੇ ਪਹਿਲਾਂ ਵੀ ਪ੍ਰੋਗਰਾਮ ਹੋਇਆ, ਅੱਜ ਦਾ ਪ੍ਰੋਗਰਾਮ ਹੋਇਆ, ਇਹਦੇ ਵਿੱਚੋਂ ਕੁਝ ਨਾ ਕੁਝ ਰਿਜ਼ਲਟ ਨਿਕਲੇ ਆ ਤੇ ਅਸੀਂ ਇਸ ਤੋਂ ਹੋਰ ਕੁਝ ਵੀ ਬਹੁਤ ਕੁਝ ਸਿੱਖਾਂਗੇ। ਬਿਲਕੁਲ ਜੀ, ਸਾਡਾ ਮੀਡੀਆ ਦਾ ਵੀ ਹਮੇਸ਼ਾ ਇਹੀ ਹੁੰਦਾ ਕਿ ਅਸੀਂ ਪੂਰੀਆਂ ਸਾਰੀਆਂ ਜਥੇਬੰਦੀਆਂ ਦੇ ਪੱਖ ਜਾਣੀਏ, ਉਹਨਾਂ ਦੇ ਨਾਲ ਗੱਲਬਾਤ ਕਰੀਏ, ਇਹੋ ਜਿਹੇ ਸਮਾਗਮਾਂ ਦੇ ਵਿੱਚ ਜਾ ਕੇ ਇਹਨਾਂ ਗੱਲਾਂ ਦੀ ਤਹਿ ਤੱਕ ਜਾ ਸਕੀਏ, ਜੋ ਸਾਡਾ ਸਹੀ ਫਰਜ਼ ਬਣਦਾ ਸੀ ਉਸ ਨੂੰ ਅੱਗੇ ਲੈ ਕੇ ਆ ਸਕੀਏ, ਕਿਉਂਕਿ ਮੀਡੀਆ ਵੀ ਬਹੁਤ ਹੀ ਇਹਦੇ ਵਿੱਚ ਰੋਲ ਨਿਭਾਉਂਦਾ ਆ। ਇੱਕ ਸੱਚੀ ਗੱਲ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਦੇ ਲਈ ਸੰਗਤਾਂ ਨੂੰ ਘਰੇ ਬੈਠਿਆਂ ਨੂੰ ਪਤਾ ਲੱਗਾ। ਵਧਾਈ ਦੀਆਂ ਪਾਤਰ ਨੇ ਸਾਰੀਆਂ ਹੀ ਕਮੇਟੀਆਂ, ਜਿੰਨੀਆਂ ਵੀ ਕੈਨੇਡਾ ਦੀਆਂ, ਟੋਰਾਂਟੋ ਦੀਆਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ, ਜਾਂ ਸਾਡੇ BC ਦੀਆਂ ਜਾਂ ਹੋਰਾਂ ਸ਼ਹਿਰਾਂ ਦੀਆਂ, ਜਿਨ੍ਹਾਂ ਨੇ ਇਹ ਸ਼ਲਾਘਾਯੋਗ ਕਦਮ ਚੁੱਕਿਆ ਆ, ਵਧਾਈ ਦੇ ਪਾਤਰ ਨੇ। ਇੱਥੇ ਨਹੀਂ, ਮੈਨੂੰ ਕਈ ਜਥੇਬੰਦੀਆਂ ਦੀ, ਅਮਰੀਕਾ ਤੋਂ ਕੁਝ ਗੁਰਦੁਆਰਾ ਸਾਹਿਬਾਨ ਦੀ ਈਮੇਲ ਆਈ ਹੈ, ਮੈਸੇਜ ਆਏ ਨੇ ਕਿ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਮਤਾ ਪਾਸ ਕਰ ਦਿੱਤਾ ਹੈ 5 ਅਗਸਤ ਵਾਲੀ ਗੱਲ ਤੋਂ ਬਾਅਦ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘਾਂ ਨੂੰ ਕਹਿ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਚੀਜ਼ ਦੀ ਹੋਰ ਕਥਾ ਕਰ ਹੀ ਨਹੀਂ ਸਕਦੇ ਤੁਸੀਂ, ਤਾਂ ਜੋ ਵਿਵਾਦ ਹੀ ਨਾ ਪਵੇ। ਜਿਹੜੀ ਵਿਵਾਦਤ ਗੱਲ ਜਦੋਂ ਅਸੀਂ ਕਰਾਂਗੇ, ਕੁਦਰਤੀ ਗੱਲ ਹੈ, ਹਰੇਕ ਦੀਆਂ ਆਪਣੀਆਂ ਭਾਵਨਾ ਕਦੇ ਕਿਸੇ ਜਥੇਬੰਦੀ ਨਾਲ ਜੁੜੀਆਂ, ਕਦੇ ਜਦੋਂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਾਂਗੇ ਫਿਰ ਦੁਬਿਧਾ ਆਪਣੇ ਆਪ ਖਤਮ ਹੋ ਜਾਏਗੀ। ਕਿਉਂਕਿ ਮੀਡੀਆ ਦਾ ਵੀ ਸਵਾਲ ਕਰਨਾ ਬਣਦਾ। ਤੇ ਕੱਲ ਸਰਦਾਰ ਮਲਕੀਤ ਸਿੰਘ ਧਾਮੀ ਹੁਣਾਂ ਨੂੰ, ਜਿਹੜੇ ਕਿ ਖਾਲਸਾ ਦੀਵਾਨ ਸੁਸਾਇਟੀ ਦੇ ਮੁੱਖ ਸੇਵਾਦਾਰ ਨੇ, ਮੈਂ ਵੀ ਉਹਨਾਂ ਨੂੰ ਇਹੀ ਸਵਾਲ ਕੀਤਾ ਸੀ ਕਿ ਬਹੁਤ ਸਾਰੇ ਇਹੋ ਜਿਹੇ ਗ੍ਰੰਥ ਆ, ਇਹੋ ਜਿਹੀਆਂ ਧਾਰਮਿਕ ਕਿਤਾਬਾਂ ਆ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਦਾ ਰੈਫਰੈਂਸ ਦੇ ਕੇ ਬਾਣੀ ਨੂੰ ਤੋੜਿਆ ਮਰੋੜਿਆ ਜਾਂਦਾ, ਔਰ ਉਹਨਾਂ ਨੇ ਬੜਾ ਸਾਫ਼ ਤੇ ਸਪਸ਼ਟ ਕੈਮਰੇ ਤੇ ਕਿਹਾ ਕਿ ਸਾਡੇ ਗੁਰਦੁਆਰਾ ਸਾਹਿਬ, ਸੰਗਤ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੀ ਬਾਣੀ ਦਾ ਜ਼ਿਕਰ ਹੁੰਦਾ ਹੈ, ਉਸ ਦੀ ਹੀ ਵਿਆਖਿਆ ਹੁੰਦੀ। ਇਸੇ ਤਰ੍ਹਾਂ ਹੀ ਮਨਿੰਦਰ ਸਿੰਘ, ਬੜੇ ਚੜ੍ਹਦੀ ਕਲਾ ਵਾਲੇ ਸਿੰਘ ਨੇ, ਇਹਨਾਂ ਨੇ ਵੀ ਜਿਹੜਾ ਗੱਲਬਾਤ ਕੀਤੀ, ਬਹੁਤ ਹੀ ਸਾਫ਼ ਤੇ ਸਰਲ ਤਰੀਕੇ ਦੇ ਨਾਲ ਇਹਨਾਂ ਨੇ ਸਮਝਾਇਆ। ਮੇਰੇ ਖਿਆਲ ਦੇ ਵਿੱਚ ਕਮੇਟੀਆਂ ਦੇ ਵਿੱਚ ਜਾਗਰੂਕਤਾ ਆ ਰਹੀ ਹੈਗੀ ਆ, ਲੋਕੀ ਹੌਲੇ-ਹੌਲੇ ਇਸ ਗੱਲ ਨੂੰ ਉਹਦਾ ਰੀਜ਼ਨ ਹੈ ਵੀ ਜਦੋਂ ਚੰਗੀ ਸੋਚ ਵਾਲੇ, ਹਾਂ ਪੱਕੀ ਸੋਚ ਵਾਲੇ ਸਿੰਘ ਅੱਗੇ ਆਉਂਦੇ ਆ ਤੇ ਬੜਾ ਅਸਰ ਪੈਂਦਾ। ਇਹਦੇ ਨਾਲ ਸਾਡੀ ਨੈਕਸਟ ਜਨਰੇਸ਼ਨ ਨੂੰ ਵੀ ਇਹ ਤੋਂ ਕੋਈ ਨਾ ਕੋਈ ਚੰਗੀ ਸੇਧ ਮਿਲਦੀ ਹੈ। ਬਹੁਤ ਧੰਨਵਾਦ ਜੀ, ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਬੁਲਾਇਆ ਤੇ ਬੜਾ ਵਧੀਆ ਲੱਗਾ, ਔਰ ਖਾਸ ਗੱਲਬਾਤ ਹੋਈ ਹੈ। ਉਮੀਦ ਹੈ ਕਿ ਇਸੇ ਤਰ੍ਹਾਂ ਹੋਰ ਜਿਹੜੇ ਵਧੀਆ ਪ੍ਰੋਗਰਾਮ ਨੇ ਸਾਡੀ ਕਮਿਊਨਿਟੀ ਦੀ ਚੜ੍ਹਦੀ ਕਲਾ ਦੇ ਲਈ, ਕਮਿਊਨਿਟੀ ਨੂੰ ਪੋਜ਼ਿਟਿਵਿਟੀ 'ਚ ਲਿਆਉਣ ਵਾਸਤੇ ਅਸੀਂ ਹੋਰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਹਾਂ। ਬਿਲਕੁਲ ਜੀ, ਅੱਜ ਸਾਡਾ ਪ੍ਰੋਗਰਾਮ ਥੋੜਾ ਲੰਬਾ ਗਿਆ ਕਿਉਂਕਿ ਇੱਕ ਬਹੁਤ ਸੈਂਸਿਟਿਵ ਮੁੱਦਾ ਸੀ, ਇਹਦੇ ਤੇ ਗੱਲਬਾਤ ਕਰਨੀ ਸਾਡਾ ਫਰਜ਼ ਬਣਦਾ ਸੀ। ਔਰ ਧੰਨਵਾਦ ਕਰਨਾ ਚਾਹੁੰਦੇ ਹਾਂ ਅਸੀਂ ਜਿਹੜਾ ਖਾਲਸਾ ਦੀਵਾਨ ਸੁਸਾਇਟੀ ਦੇ ਮੁੱਖ ਸੇਵਾਦਾਰ ਮਲਕੀਤ ਸਿੰਘ ਧਾਮੀ ਤੇ ਸਾਡੇ ਆਪਣੇ ਸ਼ਹਿਰ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਮਨਿੰਦਰ ਸਿੰਘ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਉਹਨਾਂ ਨੇ ਇਸ ਗੱਲ ਦੇ ਉੱਤੇ ਆਪਣਾ ਸਪਸ਼ਟੀਕਰਨ ਦਿੱਤਾ। ਤੇ ਕੁਲਦੀਪ ਸਿੰਘ ਜੀ, ਤੁਹਾਡਾ ਧੰਨਵਾਦ ਕਿ ਤੁਸੀਂ ਇੰਨਾ ਸਾਰਾ ਕੁਝ ਅਰੇਂਜ ਕੀਤਾ ਔਰ ਸਾਰੀ ਹੀ ਬੜੀ ਵਧੀਆ ਇਨਫੋਰਮੇਸ਼ਨ ਲੈ ਕੇ ਸਾਡੇ ਪਰਿਵਾਰਾਂ ਤੱਕ ਆਏ। ਸੋ ਧੰਨਵਾਦ ਜੀ ਤੁਹਾਡਾ। ਸੋ ਫਿਰ ਤੁਹਾਨੂੰ ਅਸੀਂ ਮਿਲਾਂਗੇ ਜੀ ਸ਼ੁੱਕਰਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਮੇਰੀ ਤੁਹਾਡੇ ਨਾਲ ਅੱਜ ਸ਼ਾਮੀ ਫਿਰ ਮੁਲਾਕਾਤ ਹੋਵੇਗੀ ਗੱਲਾਂ ਖਰੀਆਂ ਵਿੱਚ। ਤਦ ਤੱਕ ਤੁਸੀਂ ਰੱਖਿਓ ਆਪਣਾ ਖਿਆਲ। ਮੇਰੇ ਵੱਲੋਂ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਸਤਿ ਸ਼੍ਰੀ ਅਕਾਲ ਜੀ।